ਪੈਸਿਆਂ ਦੇ ਇਲਜ਼ਾਮ ਲੱਗੇ ਹੋਣ ਜੇ ਗੱਲ ਕਰੀਏ ਜਾਂ ਫਿਰ ਸੋਨੇ ਦੀ ਗੱਲ ਕਰੀਏ ਤਾਂ ਕਿੱਥੇ ਰੱਖਿਆ ਇੰਨਾ ਸਾਰਾ ਪੈਸਾ? ਜਿਹੜੇ ਇਲਜ਼ਾਮ ਇਹਨਾਂ ਸਾਡੇ ਤੇ ਲਾਏ ਨੇ, ਅਗਰ ਇੱਕ ਵੀ ਸਾਬਤ ਹੋ ਜਾਏ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਪ੍ਰਾਂਗਣ 'ਚ ਮੈਨੂੰ ਗੋਲੀ ਮਾਰੋ, ਮੈਨੂੰ ਇਤਰਾਜ਼ ਨਹੀਂ ਹੋਏਗਾ। ਮੈਂ ਆਪਣੇ ਬੱਚਿਆਂ ਨੂੰ ਕਹਾਂਗਾ, ਜੇ ਮੇਰੇ ਇੱਥੇ ਇਲਜ਼ਾਮ ਸਾਬਤ ਹੋ ਜਾਣ ਤਾਂ ਮੇਰੇ ਬੱਚੇ ਮੇਰੀ ਲਾਸ਼ ਨਾ ਲੈਣ, ਸੰਸਕਾਰ ਨਾ ਕਰਨ, ਬਾਹਰ ਗੰਦੀ ਨਾਲੀ ਵਿੱਚ ਸੁੱਟ ਦਿਓ ਕਿ ਜਥੇਦਾਰ ਨੇ ਐਡੀ ਪਦਵੀ ਤੇ ਹੋ ਕੇ ਐਡਾ ਕੁਕਰਮ ਕੀਤਾ। ਪਰ ਇਹ ਜਿਹੇ ਇਲਜ਼ਾਮ ਉਹ ਤੁਹਾਡੇ ਤੇ ਵੀ ਲਾ ਰਹੇ ਨੇ ਵੀ ਤੁਸੀਂ ਵੀ ਇੱਕ ਮਹਿਲਾ ਦੇ ਨਾਲ ਰਹਿ ਰਹੇ ਸੀਗੇ ਤਾਂ ਉਸ ਦਾ ਅਬੋਰਸ਼ਨ ਵੀ ਹੈ ਜਿਹੜਾ ਤੁਹਾਡੇ ਵੱਲੋਂ ਕਰਵਾਇਆ ਗਿਆ। ਇਹ ਜਿਹੇ ਇਲਜ਼ਾਮ ਤੁਹਾਡੇ ਤੇ ਵੀ ਲਾ ਰਹੇ ਨੇ। ਜਿਹੜੇ ਉਹ ਜੇ ਕੁੱਤੇ ਕੰਮ ਕਰਦੇ ਨੇ, ਕੁੱਤੇ ਇਨਸਾਨ, ਉਹ ਇਕੱਠੇ ਰਹਿੰਦੇ ਨੇ, ਉਹ ਦੂਰ ਨਹੀਂ ਹੁੰਦੇ। ਉਹ ਗਾਏ ਬਗਾਏ, ਉਹ ਟਾਈਮ ਕੱਢ ਕੇ, ਉਹ ਬਹਾਨੇ ਪਾ ਕੇ 100 ਵਲ ਭੰਨ ਕੇ ਮਿਲਣ ਜਾਂਦੇ ਨੇ। ਸਾਡੇ ਨਾਲ ਕਿਸੇ ਦੀ ਫੋਟੋ ਦਿਖਾਉਣ, ਕੋਈ ਵੀਡੀਓ ਦਿਖਾਉਣ, ਕੋਈ ਕਿਸੇ ਤਰ੍ਹਾਂ ਦੀ ਜਿਹੜੀ ਹੈਗੀ ਹੈ ਫੋਨ ਕਾਲ ਦਿਖਾਉਣ। ਸਾਡੇ ਕੋਲ ਸਾਰੇ ਫੋਨਾਂ ਦੇ ਆਈਟਮਾਈਜ਼ਡ ਬਿੱਲ ਨੇ, ਉਹ ਚੈੱਕ ਕਰਾਓ। ਸਮਰਾ ਜੀ ਕਿਉਂ ਨਹੀਂ ਨੰਬਰ ਉਹਦਾ ਕਰਦੇ, ਜਨਤਕ ਕਰ ਨੰਬਰ। ਉਹਦੇ ਵਿੱਚ ਬੋਲ ਰਿਹਾ ਸਾਰੇ ਬਿੱਲ ਮੇਰੇ ਕੋਲ ਨੇ, ਸਾਰੀਆਂ ਡਿਟੇਲਾਂ ਮੇਰੇ ਕੋਲ ਨੇ, 28 ਪੜਤਾਂ ਸੋਨੇ ਦੀਆਂ ਉਸ ਤੇ ਲਾਈਆਂ ਗਈਆਂ ਨੇ। ਜੇ ਨਹੀਂ ਲੱਗੀਆਂ ਤਾਂ ਮੈਂ ਸੁਨਿਆਰਾ ਫੜ ਲਵਾਂਗਾ। ਪਹਿਲਾਂ ਹਜ਼ੂਰ ਸਾਹਿਬ ਵੀ ਇਹਨਾਂ ਨੇ ਜਿਹੜੀ ਕਲਗੀ ਦਿੱਤੀ ਸੀ ਉਹ ਨਕਲੀ ਨਿਕਲੀ ਸੀ, ਫਿਰ ਉੱਤੇ ਸੁਨਿਆਰੇ ਦੇ ਨਾਲ ਪਾ ਦਿੱਤਾ ਸੀ। ਪਹਿਲੀ ਗੱਲ ਤਾਂ ਜਿੰਨੀਆਂ ਚੀਜ਼ਾਂ ਇਹਨਾਂ ਦਿੱਤੀਆਂ ਨੇ ਮੇਰੀ ਗੈਰ ਮੌਜੂਦਗੀ ਹੈ। ਹਾਂ, ਸੰਗਰਾਂਦ ਵਿਸਾਖੀ ਵਾਲੇ ਦਿਨ ਤੋਂ ਕੁਝ ਦਿਨ ਪਹਿਲਾਂ ਮੈਂ ਉੱਥੇ ਸੀ, ਉਦੋਂ ਇਹ ਪੀੜਾ ਆਪ ਲੈ ਕੇ ਆਏ। ਬਾਕੀ ਚੀਜ਼ਾਂ ਇਹ ਆਪ ਲੈ ਕੇ ਆਏ ਨੇ, ਉਹ ਸਾਰੀਆਂ ਫੋਟੋ ਹੈਗੀਆਂ ਨੇ, ਅਸੀਂ ਤੁਹਾਨੂੰ ਦੇ ਦੇਵਾਂਗੇ, ਤੁਸੀਂ ਸੰਗਤ ਨੂੰ ਦਿਖਾ ਦਿਓ। ਫਿਰ ਇਹ ਜਿਹੜਾ ਹੁਣ ਗੁਰਪੁਰਬ ਲੰਘਿਆ 9 ਜਨਵਰੀ 2022 ਦਾ, ਉਦੋਂ ਵੀ ਇਹਨਾਂ ਨੇ ਮੈਨੂੰ 11 ਲੱਖ ਦਾ ਚੈੱਕ ਜਿਹੜਾ ਸੀ ਸਭ ਦੇ ਸਾਹਮਣੇ ਆਨਲਾਈਨ ਸਾਰੀਆਂ ਰਿਕਾਰਡਿੰਗਸ ਨੇ। ਇਹਨਾਂ ਨੇ ਮੈਨੂੰ ਕਿਹਾ ਵੀ ਤੁਹਾਡੀ ਸੇਵਾ ਬਹੁਤ ਹੈ, ਸਨਮਾਨ ਬਹੁਤ ਹੈ, ਆਹ ਤੁਹਾਡਾ ਅਸੀਂ 11 ਲੱਖ ਤੁਹਾਡਾ ਸਨਮਾਨ ਕਰਨਾ ਚਾਹੁੰਦੇ। ਜਿਹੜੀ ਇਹਨਾਂ ਦਸਤਾਰ ਦਿੱਤੀ ਸੀ ਉਹ ਮੈਂ ਲੈ ਲਈ। ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਸਵੀਰ ਦਿੱਤੀ ਸੀ ਉਹ ਮੇਰੇ ਸਾਹਮਣੇ ਘਰ ਰੱਖੀ ਹੋਈ ਹੈ, ਮੈਂ ਉਹ ਵੀ ਲੈ ਲਈ। ਪਰ ਚੈੱਕ ਮੈਂ ਸਨਮਾਨ ਸਾਹਿਬ ਉੱਥੇ ਵੀ ਵਾਪਸ ਕਰਤਾ। ਜੇ ਮੈਨੂੰ ਤਖਤ ਸਾਹਿਬ ਦੇ ਰਿਹਾ ਹੈ, ਸਾਰੀ ਦੁਨੀਆ ਦੇ ਸਾਹਮਣੇ ਦੇ ਰਿਹਾ ਹੈ, ਤੇ ਮੈਂ ਨਹੀਂ ਲੈ ਰਿਹਾ ਤਾਂ ਮੈਂ ਸਮਰੇ ਦੀਆਂ ਗੰਦੀਆਂ ਚੀਜ਼ਾਂ ਕਿਵੇਂ ਲੈ ਲਵਾਂਗਾ? ਇਸ ਲਈ ਮੈਂ ਕਹਿੰਦਾ ਜਿਹੜੇ ਤੁਹਾਡੇ ਕੋਲ ਸਬੂਤ ਹੈਗੇ ਨੇ, ਜੋ ਕੁਝ ਹੈਗਾ ਉਹ ਤੁਸੀਂ ਸਾਡੇ ਸਾਹਮਣੇ ਰੱਖੋ, ਕੋਰਟ ਦੇ ਸਾਹਮਣੇ ਰੱਖੋ, ਜਿਸ ਕਰਕੇ ਸਾਬਤ ਹੋ ਜਾਏ ਕਿ ਸੱਚ ਕੀ ਹੈ ਤੇ ਝੂਠ ਕੀ ਹੈ। ਸੱਚ ਤੇ ਝੂਠ ਦੀ ਲੜਾਈ ਹੈ, ਹੋਰ ਕੋਈ ਇਹਦੇ ਵਿੱਚ ਗੱਲ ਨਹੀਂ ਹੈਗੀ। ਕੌਮ ਦੇ ਵਿੱਚ ਵੀ ਇਸ ਵੇਲੇ ਨਮੂਸੀ ਹੈ ਜਿਹੜੀ ਕਿ ਦੇਖਣ ਨੂੰ ਮਿਲ ਰਹੀ ਹੈ ਕਿ ਐਡਾ ਵੱਡਾ ਇੱਕ ਇਲਜ਼ਾਮ ਹੈ ਜਥੇਦਾਰ ਤੇ ਲੱਗ ਜਾਣਾ, ਸ਼ਾਇਦ ਪਹਿਲੀ ਵਾਰੀ ਹੋਇਆ ਹੋਣਾ ਇਹ ਜਿਹਾ ਕੰਮ। ਤਾਂ ਕੀ ਲੱਗਦਾ ਹੈ ਕਿ ਹਜੇ ਤੱਕ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹਨਾਂ ਨੇ ਵੀ ਇੰਟਰਫੇਅਰ ਨਹੀਂ ਕੀਤਾ? ਕੋਈ ਗੱਲਬਾਤ ਹੋਈ ਤੁਹਾਡੀ ਉਹਨਾਂ ਨਾਲ ਇਸ ਮਸਲੇ ਦੇ ਉੱਤੇ? ਤੋਂ ਪਹਿਲਾਂ ਇਹਨਾਂ ਦਾ ਫੋਨ ਆਇਆ ਜਿਸ ਤੇ ਨਾਲ ਧਮਕੀਆਂ ਦਿੱਤੀਆਂ, ਜਿਹਦੇ ਵਿੱਚ ਇਹਨਾਂ ਨੇ ਕਿਹਾ ਕਿ ਗਿਆਨੀ ਬਲਦੇਵ ਸਿੰਘ ਜਿਹੜੇ ਉੱਥੇ ਗ੍ਰੰਥੀ ਨੇ ਸਾਡੇ ਨਾਲ, ਗਿਆਨੀ ਸੁਖਦੇਵ ਸਿੰਘ ਜਿਹੜੇ ਸੇਵਾਦਾਰ ਗ੍ਰੰਥੀ ਨੇ ਉੱਥੇ ਸਾਡੇ ਨਾਲ, ਜਿਹੜੇ ਗਿਆਨੀ ਗੁਰਦਿਆਲ ਸਿੰਘ ਜਿਹੜੇ ਮੀਤ ਗ੍ਰੰਥੀ ਨੇ ਸਾਡੇ ਨਾਲ, ਉਹਨਾਂ ਦਾ ਨਾਮ ਲੈ ਕੇ ਇਹਨਾਂ ਕਿਹਾ ਕਿ ਉਹਨਾਂ ਨੂੰ ਜਾ ਕੇ ਝਟਕਾ ਦਿਓ। ਚੈੱਕ ਦੀ ਗੱਲ ਕਰ ਰਹੇ ਸੀ 10 ਕਰੋੜ ਦੇ ਚੈੱਕ, ਫਿਰ ਪਾਸ ਹੋ ਗਈ 10 ਕਰੋੜ ਦਾ ਚੈੱਕ ਦੇ ਇਹਦੇ ਖਾਤੇ 'ਚ ਪੈਸਾ ਹੁੰਦਾ ਤਾਂ ਹੁੰਦਾ ਜਿੱਦਣ ਇਹਨੇ ਚੈੱਕ ਕੱਟਿਆ, ਇਹਦੀ ਟ੍ਰਾਂਜੈਕਸ਼ਨ ਹੈ, ਉਦੋਂ 2 ਲੱਖ ਰੁਪਏ ਦੇ ਚੈੱਕ ਇਹਦੇ ਖਾਤੇ 'ਚ ਹੈਗਾ ਤੇ 10 ਕਰੋੜ ਦਾ ਇਹ ਚੈੱਕ ਕੱਟ ਰਿਹਾ। ਇਹਨੂੰ ਇਹ ਨਹੀਂ ਪਤਾ ਵੀ ਇਹ ਗੈਰ ਕਾਨੂੰਨੀ ਹੈ। ਕਿਉਂ ਤੂੰ ਚੈੱਕ ਕੱਟ, ਜਦ ਤੇਰੇ ਕੋਲ ਪੈਸੇ ਹੀ ਨਹੀਂ ਹੈ, 2 ਲੱਖ ਰੁਪਏ ਤੇਰੇ ਖਾਤੇ 'ਚ ਹੈ ਤੇ ਤੂੰ ਤੇਰੇ 1 ਮਹੀਨਾ ਪਹਿਲੋਂ 1 ਮਹੀਨਾ ਬਾਅਦ ਵਿੱਚ ਵੀ ਇਹਦੇ ਖਾਤੇ 'ਚ ਕੋਈ 1 ਕਰੋੜ 50 ਲੱਖ 20 ਲੱਖ 15 ਲੱਖ ਵੀ ਨਹੀਂ ਤੇ 10 ਕਰੋੜ ਦਾ ਚੈੱਕ ਕੱਟ ਰਿਹਾ। ਤਾਂ ਇਹ ਵੀ ਸਾਨੂੰ ਲੜਾਉਣ ਵਾਸਤੇ ਸੀ ਵੀ ਆਪਸ ਵਿੱਚ ਲੜ ਜਾਣ। ਹਰ ਬੰਦੇ ਦੇ ਮਨ ਵਿੱਚ ਸ਼ੱਕ ਪੈ ਗਿਆ ਕਿ ਇਹ ਕੀ ਹੋ ਗਿਆ। ਤਖਤ ਦੇ ਉੱਤੇ ਵੀ ਇੱਦਾਂ ਠੱਗੀਆਂ ਹੁੰਦੀਆਂ, ਤਖਤ ਤੇ ਵੀ ਲੋਕ ਸੋਨਾ ਖਾਂਦੇ ਆ, ਜਦ ਕਿ ਮੈਂ ਇਨਕੁਆਇਰੀ ਆਪ ਕਰਾਈ, ਇਨਕੁਆਇਰੀ ਵੀ ਵਿਰੋਧੀਆਂ ਕੋ ਕਰਾਈ, ਨਾ ਕੋਈ ਸੋਨਾ ਆਇਆ, ਨਾ ਕੋਈ ਸੋਨਾ ਖਾਧਾ, ਨਾ ਕੋਈ ਸੋਨਾ ਜਿਹੜੀਆਂ ਚੀਜ਼ਾਂ ਦਿੱਤੀਆਂ ਉਹਨਾਂ ਤੋਂ ਨਿਕਲਿਆ। ਇਸ ਕਰਕੇ ਕੁਝ ਵੀ ਨਹੀਂ ਸੀ। ਕੋਈ ਇੱਕ ਫਰਜ਼ੀ ਇੱਕ ਆਪਣੇ ਆਪ ਨੂੰ ਬਚਾਉਣ ਦਾ, ਆਪਣੇ ਗਲਤ ਕੰਮਾਂ 'ਤੇ ਪਰਦਾ ਪਾਉਣ ਦਾ ਤਰੀਕਾ ਸੀ। ਇੱਥੇ ਦੇ ਜਿਹੜੇ ਵਿਰੋਧੀ ਲੋਕ ਸੀ ਉਹਨਾਂ ਨੇ ਇਸ ਗੱਲ ਦਾ ਫਾਇਦਾ ਉਠਾ ਕੇ ਇਹਨੂੰ ਹੋਰ ਉਛਾਲਿਆ। ਕੋਈ ਉੱਥੇ ਵਸਤੂ ਬਦਲੀ ਨਹੀਂ ਗਈ, ਕੋਈ ਉੱਥੇ ਹੇਰਾਫੇਰੀ ਨਹੀਂ ਹੋਈ। ਮੈਂ ਬਕਾਇਦਾ ਪਰਸੋਂ ਸਾਰੇ ਹੀ ਬਿੱਲ ਲੈ ਕੇ ਪਟਨਾ ਸਾਹਿਬ ਪਹੁੰਚਿਆ ਸੀ ਕਿ ਆਓ ਪੁੱਛੋ ਮੇਰੇ ਕਿੰਨੇ ਪੁੱਛਣਾ ਹੈ। ਸਿੰਘ ਸਾਹਿਬ ਤੋਂ ਉੱਥੇ ਨਹੀਂ ਸੀ, ਨਾ ਹੀ ਜਨਰਲ ਸੈਕਟਰੀ ਸੀ। 5 ਪਿਆਰਿਆਂ ਨੂੰ ਫਤਿਹ ਬੁਲਾ ਕੇ ਮੈਂ ਆ ਗਿਆ ਸੀ ਔਰ ਅੱਜ ਮੈਨੂੰ ਫਿਰ ਇਹ ਵਿਚਾਰ ਇਸ ਸੋਸ਼ਲ ਮੀਡੀਆ ਦੇ ਰਾਹੀਂ ਤੁਹਾਡੇ ਤੱਕ ਪਹੁੰਚਾਉਣੇ ਪਏ। ਤੁਸੀਂ ਜਦੋਂ ਕਹੋ ਉਸੇ ਵੇਲੇ ਸੁਨਿਆਰਾ ਜਿਸ ਨੇ 28 ਪਰਤਾਂ ਚਾੜੀਆਂ ਨੇ
ਜਿਸ ਨੇ 57,56,000 ਦਾ ਬਿੱਲ ਬਣਾਇਆ ਹੈ ਸ੍ਰੀ ਸਾਹਿਬ ਦਾ ਔਰ ਪੀੜਾ ਸਾਹਿਬ ਦਾ, ਉਹ ਕਿਸੇ ਵੀ ਦਿਨ ਕਹੋਗੇ ਉਸੇ ਦਿਨ ਆਏਗਾ। ਅਗਰ ਉਹਨੇ 28 ਲੇਅਰਾਂ ਨਹੀਂ ਚਾੜੀਆਂ ਉੱਤੇ ਸੋਨੇ ਦੀਆਂ ਤੇ ਸੁਨਿਆਰਾ ਫੜ ਲਾਂਗੇ। ਦੈਨਿਕ ਸਵੇਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਿੰਮਤ ਸਿੰਘ ਦਿਗਪਾਲ। ਤਖਤ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਤੋਂ ਤਨਖਾਹੀਆ ਕਰਾਰ ਹੋਏ ਜਥੇਦਾਰ ਰਣਜੀਤ ਸਿੰਘ ਜੀ ਸਾਡੇ ਨਾਲ ਮੌਜੂਦ ਨੇ। ਤਾਂ ਬਹੁਤ ਸਾਰੇ ਇਲਜ਼ਾਮ ਜਿਹੜੇ ਕਿ ਉਹਨਾਂ ਦੇ ਲੱਗੇ ਨੇ, ਤਨਖਾਹੀਆ ਕਰਾਰ ਦਿੱਤਾ ਗਿਆ। ਤਾਂ ਗੱਲਬਾਤ ਕਰਾਂਗੇ। ਜਥੇਦਾਰ ਸਾਹਿਬ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਤੁਹਾਡਾ ਦੈਨਿਕ ਸਵੇਰਾ ਟੀਵੀ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਥੇਦਾਰ ਸਾਹਿਬ ਬਹੁਤ ਸਾਰੇ ਸਵਾਲ ਨੇ, ਪੈਸਿਆਂ ਦੇ ਇਲਜ਼ਾਮ ਲੱਗੇ ਜੇ ਗੱਲ ਕਰੀਏ ਜਾਂ ਫਿਰ ਸੋਨੇ ਦੀ ਗੱਲ ਕਰੀਏ ਤਾਂ ਕਿੱਥੇ ਰੱਖਿਆ ਇੰਨਾ ਸਾਰਾ ਪੈਸਾ? ਇਹ ਪਤਾ ਨਹੀਂ, ਇਹ ਤਾਂ ਅਖੌਤੀ ਡਾਕਟਰ ਗੁਰਵਿੰਦਰ ਸਿੰਘ ਸਮਰੇ ਨੂੰ ਹੀ ਪਤਾ ਜਿਹੜਾ ਇਲਜ਼ਾਮ ਲਾ ਰਿਹਾ। ਮੈਨੂੰ ਤਾਂ ਨਾ ਕੋਈ ਉਹਨੇ ਸੋਨਾ ਦਿੱਤਾ, ਨਾ ਕੋਈ ਹੋਰ ਚੀਜ਼ ਦਿੱਤੀ ਹੈ। ਉਹ 25 ਲੱਖ ਦੀ ਲੋਈ ਦੇਣ ਦੀ ਵੀ ਗੱਲ ਕਹਿ ਰਿਹਾ, ਉਹ ਬਹੁਤ ਕੁਛ ਉਹ ਕਹਿ ਰਿਹਾ। ਤੇ ਇਹ ਸਾਰੇ ਇਲਜ਼ਾਮ ਮਨ ਘੜੰਤ ਨੇ ਔਰ ਸਾਡੀ ਗੁਰੂ ਪਾਤਸ਼ਾਹ ਦੀ ਮਿਹਰ ਨਾਲ ਜਿਹੜੀ ਚੜ੍ਹਦੀ ਕਲਾ ਹੈ ਉਹਨੂੰ ਇਹ ਡੀਫੇਮ ਕਰਨ ਦਾ ਯਤਨ ਹੈ ਔਰ ਸਿੱਖ ਕੌਮ ਵਿੱਚ ਦੁਰਭਾਵਨਾਵਾਂ ਫੈਲਾਉਣ ਦਾ ਯਤਨ ਹੈ। ਇਸ ਕਰਕੇ ਸਮਰੇ ਦੀ ਕਿਸੇ ਗੱਲ ਤੇ ਵੀ ਵਿਸ਼ਵਾਸ ਕੀਤਾ ਹੀ ਨਹੀਂ ਜਾ ਸਕਦਾ, ਕਿਉਂਕਿ ਉਹਦਾ ਅੱਜ ਦਾ ਕੰਮ ਨਹੀਂ ਹੈ। ਉਹ ਬੜੇ ਲੰਬੇ ਸਮੇਂ ਤੋਂ ਇਹੀ ਕੰਮ ਕਰ ਰਿਹਾ, ਬਲਕਿ ਹੋਰ ਭੈੜੇ ਕੰਮ ਕਰ ਰਿਹਾ। ਜੇ ਸ਼ੁਰੂ ਕਰੀਏ ਉਹਦੇ ਸਤਿਕਾਰਯੋਗ ਪਿਤਾ ਗੁਰਵਿੰਦਰ ਸਿੰਘ ਸਮਰੇ ਦੇ, ਜਿਨ੍ਹਾਂ ਦਾ ਨਾਮ ਗੁਰਦੀਪ ਸਿੰਘ ਸਮਰਾ ਹੈ, ਸਨ ਆਫ ਮੱਘਰ ਸਿੰਘ ਸਮਰਾ। ਔਰ ਉਹਨਾਂ 'ਤੇ ਸਭ ਤੋਂ ਪਹਿਲਾਂ 15 ਜੂਨ 2009 ਨੂੰ ਕਰਤਾਰਪੁਰ ਥਾਣੇ ਵਿੱਚ ਮੁਕੱਦਮਾ ਦਰਜ ਹੋਇਆ, ਜਿਸ ਦਾ ਐਫ ਆਈ ਆਰ ਨੰਬਰ 25 ਸੀ, ਜਿਹਦੇ ਵਿੱਚ ਅੰਡਰ ਸੈਕਸ਼ਨ 3, 4, 5, 7 ਆਫ ਇਮੋਰਲ ਟ੍ਰੈਫਿਕ ਐਕਟ। ਇਮੋਰਲ ਟ੍ਰੈਫਿਕ ਐਕਟ ਜਿਹੜਾ ਹੁੰਦਾ ਹੈ, ਉਹ ਕਹਿੰਦਿਆਂ ਵੀ ਸ਼ਰਮ ਲੱਗਦੀ ਹੈ। ਜਿਹੜਾ ਮਨ ਹੈ ਉਹ ਆਪਣੇ ਆਪ 'ਚ ਘਿਰਣਤ ਮਹਿਸੂਸ ਕਰਦਾ ਹੈ, ਜਿਹੜਾ ਗੰਦੀਆਂ ਔਰਤਾਂ ਸਪਲਾਈ ਕਰਨਾ। ਇਹ ਇਹਨਾਂ ਦੇ ਸਤਿਕਾਰਯੋਗ ਪਿਤਾ ਭੱਦਰ ਪੁਰਸ਼ ਸਰਦਾਰ ਗੁਰਦੀਪ ਸਿੰਘ ਸਮਰਾ ਦਾ ਇਹ ਕੰਮ ਸੀ, ਜਿਹਦੇ 'ਚ ਬੜਾ ਲੰਬਾ ਸਮਾਂ ਜੇਲ੍ਹ ਵਿੱਚ ਰਹੇ ਨੇ। ਅਤੇ ਉਸ ਤੋਂ ਬਾਅਦ ਜਿਹੋ ਜਿਹਾ ਪਿਤਾ ਉਹ ਜਿਹਾ ਪੁੱਤਰ ਅੱਗੋਂ। ਇਸ ਦਾ ਕਰਤਾਰਪੁਰ ਥਾਣੇ ਵਿੱਚ ਇਹ ਹਿਸਟਰੀ ਸ਼ੀਟਰ ਬੋਰਡ 'ਤੇ ਫੋਟੋ ਲੱਗੀ ਹੋਈ, ਕ੍ਰਿਮੀਨਲ ਬੋਰਡ 'ਤੇ, ਜਿਸ ਦੇ ਬਾਰੇ ਸਾਰਾ ਕੁਝ ਲਿਖਿਆ ਵੀ ਇਹਦੀਆਂ ਡਿਗਰੀਆਂ ਸਾਰੀਆਂ ਫੇਕ ਨੇ। ਆ ਤੁਸੀਂ ਪੜ੍ਹ ਸਕਦੇ ਹੋ। ਔਰ ਇਹਦੇ ਤੇ ਦੋ, ਇੱਕ ਪਟਨਾ ਸਾਹਿਬ ਤੇ ਇੱਕ ਕਰਤਾਰਪੁਰ ਹੁਣ ਨਵੀਆਂ ਐਫ ਆਈ ਆਰ ਦਰਜ ਹੋਈਆਂ ਨੇ। ਉਸ ਤੋਂ ਪਹਿਲਾਂ ਇਸ 'ਤੇ 40 ਐਫ ਆਈ ਆਰ ਇਹ ਦਰਜ ਨੇ, ਜਿਨ੍ਹਾਂ ਦਾ ਰਿਕਾਰਡ ਸਾਨੂੰ DSP ਥਾਣਾ DSP ਕਰਤਾਰਪੁਰ ਤੋਂ ਮਿਲਿਆ। ਅਸੀਂ ਖੁਦ ਜਾ ਕੇ ਲੈ ਕੇ ਆਏ ਵੀ ਇਹਦੀ ਹਿਸਟਰੀ ਕੀ ਹੈ, ਸਾਨੂੰ ਪਤਾ ਲੱਗੇ। ਐਸਾ ਬੰਦਾ ਅਗਰ ਕਿਸੇ 'ਤੇ ਇਲਜ਼ਾਮ ਲਾਉਂਦਾ ਹੈ ਤਾਂ ਉਹਦੇ ਇਲਜ਼ਾਮਾਂ 'ਚ ਕਿੰਨੀ ਕੁ ਸੱਚਾਈ ਹੋ ਸਕਦੀ ਹੈ, ਉਹ ਕਿੰਨਾ ਕੁ ਸੱਚਾ ਹੋ ਸਕਦਾ ਹੈ, ਆਪਣੇ ਆਪ ਹੀ ਅਨੁਮਾਨ ਲੱਗ ਜਾਂਦਾ। ਹਾਂਜੀ ਸਰ, ਇਮੋਰਲ ਟ੍ਰੈਫਿਕਿੰਗ ਦੀ ਗੱਲ ਕੀਤੀ ਤੁਸੀਂ। ਇਹਨਾਂ ਦੇ ਪਿਤਾ ਜੀ ਇਹ ਕੰਮ ਕਰਦੇ ਰਹੇ ਨੇ, ਪਰ ਇਹ ਜਿਹੇ ਇਲਜ਼ਾਮ ਉਹ ਤੁਹਾਡੇ 'ਤੇ ਵੀ ਲਾ ਰਹੇ ਨੇ ਵੀ ਤੁਸੀਂ ਵੀ ਇੱਕ ਮਹਿਲਾ ਦੇ ਨਾਲ ਰਹਿ ਰਹੇ ਸੀਗੇ ਤਾਂ ਉਸ ਦਾ ਅਬੋਰਸ਼ਨ ਵੀ ਹੈ ਜਿਹੜਾ ਤੁਹਾਡੇ ਵੱਲੋਂ ਕਰਵਾਇਆ ਗਿਆ। ਇਹ ਜਿਹੇ ਇਲਜ਼ਾਮ ਤੁਹਾਡੇ 'ਤੇ ਵੀ ਲਾ ਰਹੇ ਨੇ। ਉਹਨੇ ਇਲਜ਼ਾਮ ਲਾਏ ਨੇ, ਉਹਨੇ ਇਲਜ਼ਾਮ ਵੀਡੀਓ 'ਚ ਲਾਏ ਨੇ ਔਰ ਅਸੀਂ ਉਹਦਾ ਚੈਲੰਜ ਕੀਤਾ ਵੀ ਅੱਜ ਉਹ ਪੁਰਾਣਾ ਸਮਾਂ ਨਹੀਂ ਹੈ ਜਦੋਂ ਕਬੂਤਰਾਂ ਨੂੰ ਚਿੱਠੀਆਂ ਦੇ ਕੇ ਲੋਕੀ ਭੇਜਦੇ ਸਨ। ਅੱਜ ਤਾਂ ਹਰ ਉਹਦੇ 'ਚ ਸਮਰਾ ਕਹਿ ਰਿਹਾ ਬਈ 4 ਸਾਲ ਪੁਰਾਣਾ ਰਿਲੇਸ਼ਨ ਸੀ ਇਹਨਾਂ ਦਾ ਔਰ ਉਹਦੇ ਵਿੱਚ ਫਿਰ ਉਹ ਬੀਬੀ ਪ੍ਰੈਗਨੈਂਟ ਹੋ ਗਈ। ਮਤਲਬ ਨੀਚ ਸ਼ਬਦ ਨੇ। ਫਿਰ ਮੇਰੇ ਕੋਲ ਲੈ ਕੇ ਆਏ, ਅੱਧਾ ਆਪਰੇਸ਼ਨ ਪਹਿਲੋਂ ਅਬੋਰਸ਼ਨ ਲੁਧਿਆਣੇ ਹੋਇਆ, ਫਿਰ ਅੱਧਾ ਮੇਰੇ ਕੋਲ ਹੋਇਆ। ਮੈਂ ਤੁਹਾਡੇ ਦੈਨਿਕ ਸਵੇਰਾ ਦੇ ਮਾਧਿਅਮ ਰਾਹੀਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਜਿਹੜਾ ਬੰਦਾ ਪਹਿਲਾਂ ਅੱਧਾ ਆਪਰੇਸ਼ਨ ਕਰ ਸਕਦਾ ਉਹ ਪੂਰਾ ਕਿਉਂ ਨਹੀਂ ਕਰ ਸਕਦਾ? ਦੂਜਾ, ਜੇ 4 ਸਾਲ ਰਿਲੇਸ਼ਨ ਰਹੇ ਨੇ ਤਾਂ ਅਸੀਂ ਉਹਨਾਂ ਨੂੰ ਕੋਈ ਫ਼ੋਨ ਵੀ ਕੀਤਾ ਹੋਵੇਗਾ, ਉਹਨਾਂ ਦਾ ਫ਼ੋਨ ਕੋਈ ਸਾਨੂੰ ਵੀ ਆਇਆ ਹੋਵੇਗਾ, ਅਸੀਂ 100 ਜਗ੍ਹਾ ਇਕੱਠੇ ਵੀ ਹੋਏ ਹੋਵਾਂਗੇ, ਪਰਿਵਾਰਕ ਸਾਂਝ ਵੀ ਹੋਵੇਗੀ, ਆਉਣਾ ਜਾਣਾ ਦਿਨ ਰਾਤ ਹੁੰਦਾ। ਜਿਹੜੇ ਉਹ ਜੇ ਕੁੱਤੇ ਕੰਮ ਕਰਦੇ ਨੇ, ਕੁੱਤੇ ਇਨਸਾਨ, ਉਹ ਇਕੱਠੇ ਰਹਿੰਦੇ ਨੇ, ਉਹ ਦੂਰ ਨਹੀਂ ਹੁੰਦੇ। ਉਹ ਗਾਏ ਬਗਾਏ ਉਹ ਟਾਈਮ ਕੱਢ ਕੇ ਉਹ ਬਹਾਨੇ ਪਾ ਕੇ 100 ਵਲ ਭੰਨ ਕੇ ਮਿਲਣ ਜਾਂਦੇ ਨੇ। ਸਾਡੇ ਨਾਲ ਕਿਸੇ ਦੀ ਫੋਟੋ ਦਿਖਾਉਣ, ਕੋਈ ਵੀਡੀਓ ਦਿਖਾਉਣ, ਕੋਈ ਕਿਸੇ ਤਰ੍ਹਾਂ ਦੀ ਜਿਹੜੀ ਹੈਗੀ ਹੈ ਫੋਨ ਕਾਲ ਦਿਖਾਉਣ। ਸਾਡੇ ਕੋਲ ਸਾਰੇ ਫੋਨਾਂ ਦੇ ਆਈਟਮਾਈਜ਼ਡ ਬਿੱਲ ਨੇ, ਉਹ ਚੈੱਕ ਕਰਾਓ। ਸਾਨੂੰ ਸਮਰਾ ਜੀ ਕਿਉਂ ਨਹੀਂ ਨੰਬਰ ਉਹਦਾ ਕਰਦੇ ਜਨਤਕ ਕਰਨ ਨੰਬਰ?
ਕਿ ਫਲਾਣੇ ਥਾਂ ਫਲਾਣਾ ਨੰਬਰ ਹੈ, ਫਲਾਣਾ ਨਾਂ ਹੈਗਾ, ਉਹਦਾ ਖਾਨਦਾਨ ਕਿਹੜਾ, ਕਿੱਥੋਂ ਦੀ ਰਹਿਣ ਵਾਲੀ, ਕਿਹੜਾ ਮੁਹੱਲਾ, ਕਿਹੜਾ ਸ਼ਹਿਰ ਹੈ, ਉਸ ਮੁਹੱਲੇ 'ਚ ਅਸੀਂ ਪਤਾ ਕਰਾਵਾਂਗੇ। ਉਸ ਮੁਹੱਲੇ 'ਚ ਅਸੀਂ ਕਦੀ ਗਏ ਹੋਵਾਂਗੇ, ਸਾਡੇ ਮੁਹੱਲੇ 'ਚ ਉਹਨੂੰ ਕਿਸੇ ਦੇਖਿਆ ਹੋਵੇਗਾ, ਜਾਂ ਬੜੇ 3 ਸਾਲਾਂ ਤੋਂ ਤਾਂ ਸਾਡੇ ਘਰੋਂ ਬੀਬੀ ਜੀ ਚਲਾਣਾ ਕਰ ਗਏ, ਫਿਰ ਤਾਂ ਹੁਣ ਤਾਂ ਉਹਦੇ ਨਾਲ ਸਾਡਾ ਵਿਆਹ ਹੋਇਆ ਹੁੰਦਾ ਜੇ ਇਸ ਤਰ੍ਹਾਂ ਦਾ ਕੋਈ ਸੰਬੰਧ ਹੁੰਦਾ। ਇਹ ਸਾਰੇ ਇਲਜ਼ਾਮ ਝੂਠੇ ਨੇ। ਜਿਹਦਾ ਪਿਤਾ ਆ ਕੰਮ ਕਰਦਾ ਰਿਹਾ ਹੋਵੇਗਾ ਉਹ ਇਲਜ਼ਾਮ ਇਹੋ ਜਿਹਾ ਹੀ ਲਾਏਗਾ। ਕਿਉਂ ਨਹੀਂ ਉਹਦਾ ਨਾਂ ਜਨਤਕ ਕੀਤਾ, ਕਿਉਂ ਨਹੀਂ ਉਹਦਾ ਫ਼ੋਨ ਨੰਬਰ ਜਨਤਕ ਕੀਤਾ? ਸੇਮ ਇਲਜ਼ਾਮ ਭਾਈ ਹਿੰਮਤ ਸਿੰਘ ਜੀ ਇਹਨਾਂ ਨੇ ਬਹੁਤ ਹੀ ਸਤਿਕਾਰਯੋਗ ਸਿੱਖ ਪੰਥ ਦੀ ਮਹਾਨ ਸ਼ਖਸੀਅਤ ਨੇ ਸੰਤ ਬਾਬਾ ਮਾਨ ਸਿੰਘ ਜੀ ਭੇਵੇ ਵਾਲੇ, ਉਹਨਾਂ ਤੇ 10-10 ਜਨਾਨੀਆਂ ਦੇ ਇਹਨਾਂ ਇਲਜ਼ਾਮ ਲਾਏ ਸੀ ਔਰ ਫਿਰ ਬਾਅਦ 'ਚ ਮਾफ़ੀ ਮੰਗੀ ਸੀ। ਉਹਦਾ ਮਾफ़ੀਨਾਮਾ ਵੀ ਮੌਜੂਦ ਹੈ, ਸਭ ਕੁਝ ਮੌਜੂਦ ਹੈ। ਅਸੀਂ ਬਿਨਾਂ ਪ੍ਰੂਫ ਦੇ ਗੱਲ ਨਹੀਂ ਕਰ ਰਹੇ। ਇਹਨਾਂ ਤਾਂ ਹਵਾ 'ਚ ਤਲਵਾਰਾਂ ਮਾਰੀਆਂ। ਪਰ ਮੈਂ ਹੁਣ ਇਹਨਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਸਬੂਤ ਤੁਸੀਂ ਕਹਿੰਦੇ ਹੋ ਉਹ ਲੈ ਕੇ ਆਓ। ਉਹ ਤੁਹਾਨੂੰ ਧਾਰਮਿਕ ਕੋਰਟ 'ਚ ਵੀ ਦੇਣੇ ਪੈਣੇ ਨੇ ਔਰ ਉਹ ਤੁਹਾਨੂੰ ਪੁਲਿਸ ਕੋਰਟ ਵਿੱਚ ਵੀ, ਕਾਨੂੰਨ ਤੁਹਾਨੂੰ ਜੱਜ ਦੇ ਸਾਹਮਣੇ ਵੀ ਦੇਣੇ ਪੈਣੇ ਨੇ। ਇਸ ਲਈ ਉਹ ਸਬੂਤ ਲਿਆਓ ਜਿਹੜੇ ਸਾਬਤ ਕਰ ਸਕੋ। ਤੁਸੀਂ ਇਹ ਸਭ ਦੀ ਇਨਕੁਆਇਰੀ ਕਰਾਉਣਾ ਚਾਹੁੰਦੇ ਹੋ ਵੀ ਸੱਚ ਸਾਹਮਣੇ ਆਉਣਾ ਚਾਹੀਦਾ ਹੈ? ਮੈਂ ਕਹਿੰਦਾ ਜੀ ਅਸੀਂ 500% ਇਨਕੁਆਇਰੀ ਕਰਾਉਣੀ ਚਾਹੁੰਦੇ ਹਾਂ। ਜਿਹੜੀ ਮਰਜ਼ੀ ਏਜੰਸੀ ਸਾਡੀ ਇਨਕੁਆਇਰੀ ਕਰੇ, ਸਾਡੇ ਖਾਤੇ ਚੈੱਕ ਕਰੇ। ਇਹਨੇ 70 ਲੱਖ ਰੁਪਏ ਦਾ ਇਲਜ਼ਾਮ ਵੀ ਲਾਇਆ ਕਿ ਮੈਂ ਇਹਨਾਂ ਨੂੰ 70 ਲੱਖ ਰੁਪਇਆ ਦਿੱਤਾ। ਉਹ ਸੋਰਸ ਦੱਸੇ ਜਿੱਥੋਂ ਇਹਨੇ 70 ਲੱਖ ਰੁਪਇਆ ਦਿੱਤਾ। ਉਹ ਕੈਸ਼ ਦਿੱਤਾ ਹੈ ਕਿ ਚੈੱਕ ਦਿੱਤਾ ਹੈ ਕਿ ਆਨਲਾਈਨ ਟ੍ਰਾਂਜੈਕਸ਼ਨ ਕਰਾਈ ਹੈ ਕਿ ਕੋਈ ਵੀਡੀਓ। ਇਹ ਪੈਰ ਪੈਰ ਤੇ ਕਦਮ ਕਦਮ ਤੇ ਵੀਡੀਓ ਬਣਾਉਂਦਾ। ਇਹ ਤਾਂ ਇੰਨਾ ਬਦਮਾਸ਼ ਹੈ ਔਰ ਇੰਨਾ ਜਿਹੜਾ ਬੱਜਰ ਕੁਰੈਤੀ ਹੈ। ਇਹ ਕਲਗੀ ਸਿਰ ਤੇ ਰੱਖ ਕੇ, ਇੱਕ ਪਤਾ ਨਹੀਂ ਉਹ ਕੀ ਚੀਜ਼ ਹੈਗੀ ਹੈ, ਸਿਰ ਤੇ ਰੱਖ ਕੇ ਉਹਦੇ ਤੇ ਚੌਰ ਕਰਵਾ ਰਿਹਾ। ਚੌਰ ਗੁਰੂ ਗ੍ਰੰਥ ਸਾਹਿਬ ਜੀ ਤੇ ਹੁੰਦਾ ਕਿ ਚੀਜ਼ਾਂ ਤੇ ਹੁੰਦਾ? ਇਹਨੂੰ ਨਾ ਤਾਂ ਗੁਰਮਤਿ ਦਾ ਪਤਾ ਹੈ। ਇਹ ਮਹਾ ਨਸ਼ਈ ਆਦਮੀ ਹੈ। ਕੋਈ ਮੈਨੂੰ ਨਹੀਂ ਲੱਗਦਾ ਇਹਦੀ ਜਾਂਚ ਅਗਰ ਹੋਵੇ, ਅਗਰ ਇਹਦਾ ਡੋਪ ਟੈਸਟ ਹੋਵੇ ਤਾਂ ਸਾਰਾ ਪਤਾ ਲੱਗ ਜਾਏਗਾ ਕਿ ਇਹ ਡਰਗੀ ਹੈ ਔਰ ਮੈਂਟਲ ਡਿਸਟਰਬਡ ਹੈ ਔਰ ਇਹ ਜਿਹੜਾ ਹੈਗਾ ਮਾਨਸਿਕ ਰੋਗੀ ਹੈ, ਪੀੜਿਤ ਹੈ ਬੰਦਾ। ਨਹੀਂ ਤਾਂ 10-12 ਪੜ੍ਹਿਆ ਬੰਦਾ ਆਪਣੇ ਆਪ ਨੂੰ ਡਾਕਟਰ ਅਖਵਾਏ। ਡਾਕਟਰ ਇਹ ਹੈ ਨਹੀਂ। ਇਹਦੀ ਚਾਰਜ ਸ਼ੀਟ 'ਚ ਲਿਖਿਆ ਹੋਇਆ ਬਈ ਇਹਦੀ BA MS ਦੀ ਡਿਗਰੀ ਇਹਨੇ ਨਕਲੀ ਬਣਾਈ ਹੋਈ ਹੈ ਔਰ ਉਹ ਵੀ ਨਕਲੀ ਸਾਬਤ ਹੋ ਚੁੱਕੀ ਹੈ। ਇਹਦਾ ਹਸਪਤਾਲ ਵੀ ਬੰਦ ਹੋ ਚੁੱਕਾ ਇੱਕ ਵਾਰੀ। ਔਰ ਅੱਜ ਵੀ ਪੰਜਾਬ ਮੈਡੀਕਲ ਐਸੋਸੀਏਸ਼ਨ ਹੈ, ਉਸ 'ਤੇ ਅਸੀਂ ਦਰਖਾਸਤ ਦੇਵਾਂਗੇ, ਇਹਦੀਆਂ ਡਿਗਰੀਆਂ ਚੈੱਕ ਕਰਾਵਾਂਗੇ। ਕਿਵੇਂ ਨਹੀਂ ਹੋਣਗੀਆਂ? ਜੋ ਸੱਚ ਹੈਗਾ ਉਹ 7 ਪਰਦੇ ਫਾੜ ਕੇ ਬਾਹਰ ਆ ਜਾਏਗਾ, ਉਹਨੂੰ ਛੁਪਾਇਆ ਨਹੀਂ ਜਾ ਸਕਦਾ। ਅਸੀਂ ਬਹੁਤ ਜਲਦੀ ਹੀ ਪੰਜਾਬ ਮੈਡੀਕਲ ਐਸੋਸੀਏਸ਼ਨ ਵਿੱਚ ਲਿਖ ਕੇ ਦੇਵਾਂਗੇ ਕਿ ਇਹਦੀਆਂ ਡਿਗਰੀਆਂ ਚੈੱਕ ਕੀਤੀਆਂ ਜਾਣ। ਇਹਦੇ ਆਪਰੇਸ਼ਨ ਕਰਦੇ ਦੀਆਂ ਸਾਡੇ ਕੋਲ ਵੀਡੀਓ ਆਈਆਂ ਨੇ ਜਿਹੜੀਆਂ ਇਹਨਾਂ ਨੇ ਲੋਕਾਂ ਦੀਆਂ ਆਪਰੇਸ਼ਨ ਕੀਤੇ ਨੇ ਔਰ ਖੋਲ੍ਹ ਰਹੇ ਨੇ। ਜੇ ਤੁਹਾਡੇ ਕੋਲ ਡਿਗਰੀ ਨਹੀਂ ਹੈ, ਤੁਸੀਂ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਿਉਂ ਕਰ ਰਹੇ ਹੋ? ਇਹਦੇ ਤੇ 302 307 ਔਰ ਇਸ ਤਰ੍ਹਾਂ ਦੇ ਸਾਰੇ ਮੁਕੱਦਮੇ ਦਰਜ ਹੋ ਸਕਦੇ ਨੇ। ਕੋਈ ਬੰਦਾ ਇਹ ਗੱਲਾਂ ਕਰਦਾ ਬਹੁਤ ਜ਼ਿਆਦਾ ਔਰ ਕਰਤੂਤ ਘੱਟੇ ਦੀ ਨਹੀਂ ਇਹਦੀ। ਔਰ ਲੋਕਾਂ ਨੂੰ ਕਹਿੰਦਾ ਮੈਂ ਡਾਕਟਰ ਹਾਂ। ਇਹਦੀ ਚਾਰਜ ਸ਼ੀਟ ਵਿੱਚ ਲਿਖਿਆ ਹੈ ਪਹਿਲਾਂ ਇਹ ਆਪਣੇ ਆਪ ਨੂੰ ਬ੍ਰੇਨ ਦਾ ਸਪੈਸ਼ਲਿਸਟ, ਜਿਹੜਾ ਨਿਊਰੋ ਸਰਜਨ ਕਹਿੰਦਾ ਰਿਹਾ ਬਈ ਮੈਂ ਤਾਂ ਜੀ ਦਿਮਾਗ ਦੇ ਆਪਰੇਸ਼ਨ ਕਰਦਾ। ਹੁਣ ਇਹ ਆਪਣੇ ਆਪ ਨੂੰ ਜਿਹੜਾ ਸਪਾਈਨ ਸਪੈਸ਼ਲਿਸਟ, ਸਪਾਈਨ ਮਾਸਟਰ ਕਹਿੰਦਾ ਔਰ ਡਾਕਟਰ ਨਾਲ ਲਿਖਦਾ ਹੈਗਾ। ਜਿਹੜਾ ਬੰਦਾ ਡਾਕਟਰ ਹੀ ਨਹੀਂ ਹੈ, +2 ਵੀ ਹੈ ਕਿ ਨਹੀਂ? ਮੈਨੂੰ ਤਾਂ ਲੱਗਦਾ ਹੈ ਜੇ ਇਹਨੂੰ ਕਹੀਏ +2 ਹੈ ਤਾਂ ਉਹਦੇ ਵਿੱਚ ਵੀ +2 ਜਿਹੜਾ ਸਰਟੀਫਿਕੇਟ ਨੇ ਉਹ ਆਪਣਾ ਮੂੰਹ ਛਪਾਉਣਗੇ ਕਿ ਇਹੋ ਜਿਹਾ ਬੰਦਾ +2 ਹੋ ਸਕਦਾ। ਇਹੋ ਜਿਹਾ ਬੰਦਾ ਨੀਚ ਕਰਮ ਕਰਨ ਵਾਲਾ, ਨੀਚ ਬੋਲਣ ਵਾਲਾ, ਨੀਚ ਬਿਰਤੀ ਵਾਲਾ, ਇਹ ਬੰਦਾ ਕਿਵੇਂ +2 ਹੈ? ਅਸੀਂ ਸਾਰੀਆਂ ਡਿਗਰੀਆਂ ਇਹਦੀਆਂ ਚੈੱਕ ਕਰਾਵਾਂਗੇ। ਹੁਣ ਇਹਨੇ ਜੋ ਕਰਨਾ ਸੀ ਕਰ ਲਿਆ, ਜੋ ਇਹਨੇ ਸਬੂਤ ਦੇਣੇ ਸੀ ਦੇ ਲਏ। ਅਸੀਂ ਹੁਣ ਆਪਣੇ ਇਹਦੇ ਸਬੂਤ ਦੇ ਸਾਹਮਣੇ ਰੱਖ ਰਹੇ ਹਾਂ। ਤੁਹਾਡੇ ਸੰਪਰਕ ਦੇ ਵਿੱਚ ਡਾਕਟਰ ਸਮਰਾ ਕਿਵੇਂ ਆਉਂਦੇ ਨੇ? ਸਾਡੇ ਸੰਪਰਕ 'ਚ ਨੇ ਕਿਵੇਂ ਆਉਣਾ ਸੀ? ਤਖਤ ਪਟਨਾ ਸਾਹਿਬ ਇਹ ਗਿਆ 2 ਵਾਰੀ 3 ਵਾਰੀ। ਇਹ ਸਾਨੂੰ ਜਦੋਂ ਮਿਲਿਆ ਲਾਸਟ ਟਾਈਮ ਤੇ ਮਿਲਿਆ, ਪਹਿਲਾਂ ਇਹ ਸਾਡੀ ਗੈਰ ਮੌਜੂਦਗੀ 'ਚ ਇਹਨੇ ਕੁਝ ਚੀਜ਼ਾਂ ਭੇਟਾ ਕੀਤੀਆਂ ਤਖਤ ਸਾਹਿਬ ਜਿਹੜੀਆਂ ਫੇਕ ਨਿਕਲੀਆਂ ਨੇ। ਜਿਹੜਾ ਇਹਨੇ ਕਿਹਾ ਵੀ 5 ਕਿਲੋ ਸੋਨਾ ਹੈਗਾ, 4 ਕਿਲੋ ਸੋਨਾ ਹੈਗਾ, ਵੱਖ-ਵੱਖ ਜਗ੍ਹਾ ਇਹ ਬੋਲਿਆ। ਉਹਦੀਆਂ ਵੀਡੀਓ ਹੈਗੀਆਂ, ਤੁਹਾਨੂੰ ਸੁਣਾ ਵੀ ਸਕਦੇ ਹਾਂ, ਤੁਹਾਨੂੰ ਦੇ ਵੀ ਦੇਣਾ। ਔਰ ਨਾਲੇ ਤੁਹਾਨੂੰ ਰਿਕੁਐਸਟ ਕਰਦੇ ਹਾਂ ਕਿ ਤੁਸੀਂ ਜਿਹੜਾ ਉਹ ਜ਼ਰੂਰ ਉਹ ਵੀਡੀਓ ਸੁਣਾਓ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਬਈ ਇਹ ਬੰਦੇ ਦੀ ਅਸਲੀਅਤ ਕੀ ਹੈ। ਉਹਦੇ ਵਿੱਚ ਇਹ ਬੋਲ ਰਿਹਾ ਸਾਰੇ ਬਿੱਲ ਮੇਰੇ ਕੋਲ ਨੇ, ਸਾਰੀਆਂ ਡਿਟੇਲਾਂ ਮੇਰੇ ਕੋਲ ਨੇ, 28 ਪੜਤਾਂ ਸੋਨੇ ਦੀਆਂ ਉਸ 'ਤੇ ਲਾਈਆਂ ਗਈਆਂ ਨੇ। ਜੇ ਨਹੀਂ ਲੱਗੀਆਂ ਤਾਂ ਮੈਂ ਸੁਨਿਆਰਾ ਫੜ ਲਵਾਂਗਾ। ਪਹਿਲਾਂ ਹਜ਼ੂਰ ਸਾਹਿਬ ਵੀ ਇਹਨਾਂ ਨੇ ਜਿਹੜੀ ਕਲਗੀ ਦਿੱਤੀ ਸੀ ਉਹ ਨਕਲੀ ਨਿਕਲੀ ਸੀ, ਫਿਰ ਉੱਥੇ ਸੁਨਿਆਰੇ 'ਤੇ ਨਾ ਪਾ ਦਿੱਤਾ ਸੀ। ਤੁਹਾਨੂੰ ਇਹ ਚੀਜ਼ਾਂ ਤਾਂ ਪਹਿਲਾਂ ਨਹੀਂ ਸੀ ਪਤਾ ਲੱਗੇ? ਜਦੋਂ ਸਾਹਿਬ ਪਹਿਲਾਂ ਵੀ ਹਜ਼ੂਰ ਸਾਹਿਬ ਜਾ ਕੇ ਵੀ ਉੱਥੇ ਨਕਲੀ ਚੀਜ਼ਾਂ ਭੇਟ ਕਰਕੇ ਆਏ ਨੇ। ਗੁਰੂ ਸਾਹਿਬ ਦੀ ਇੱਕ ਪੰਕਤੀ ਹੈਗੀ ਬਾਣੀ ਦੀ, ਜੇ ਮੈਂ ਜਾਣਿਆ ਵੱਡ ਹੰਸ ਹੈ ਤਾਂ ਮੈਂ ਕੀਤਾ ਸੰਗ, ਜੇ ਜਾਣਾ ਬਗ ਬੱਪੜਾ ਜਨਮ ਨਾ ਭੇਟ ਦੇਂਦੀ ਅੰਗ। ਜੇ ਮੈਨੂੰ ਪਤਾ ਹੁੰਦਾ ਵੀ ਇਹ ਦੁਸ਼ਟ ਹੈ, ਇਹ ਜਿਹੜਾ ਚੋਰ ਹੈ, ਇਹ ਜਿਹੜਾ
ਟ੍ਰੈਫਿਕ ਐਕਟ ਜਿਹੜਾ ਤੁਹਾਡਾ ਹੈਗਾ RDX ਵਰਗਾ ਜਿਹੜਾ ਵਿਨਾਸ਼ਕਾਰੀ ਵਿਸਫੋਟਕ ਹੈ ਉਹ ਇਹਦੇ ਕੋਲੋਂ ਬਰਾਮਦ ਹੋ ਚੁੱਕਿਆ ਔਰ ਇਹਦੇ ਨਾਲ ਇਹਦੀ ਸਹੇਲੀ ਸੀ ਕੋਈ ਭਜਨੋਂ ਕਰਕੇ ਜਿਹਦੇ ਨਾਲ ਇਹ ਰਹਿੰਦਾ ਸੀ। ਮੈਂ ਪੁੱਛਦਾ ਵੀ ਜਿਹੜਾ ਬੰਦਾ ਖੁਦ ਇੱਕ ਭਜਨੋਂ ਨਾਮ ਦੀ ਜਨਾਨੀ ਦੇ ਨਾਲ ਰਹਿੰਦਾ ਹੈ ਉਹ ਜਥੇਦਾਰ ਤੇ ਕਿਉਂ ਨਹੀਂ ਇਲਜ਼ਾਮ ਲਾ ਸਕਦਾ, ਉਹ ਕਿਸੇ ਹੋਰ ਤੇ ਕਿਉਂ ਨਹੀਂ ਲਾ ਸਕਦਾ? ਕਿਉਂਕਿ ਯਥਾ ਰੇਣ ਦ੍ਰਿਸ਼ਟੀ ਤਥਾ ਰੇਣ ਸ੍ਰਿਸ਼ਟੀ, ਜਿਹੋ ਜਿਹਾ ਬੰਦਾ ਆਪ ਹੋਵੇਗਾ ਉਹਨੂੰ ਹਰ ਕੋਈ ਉਸ ਤਰ੍ਹਾਂ ਦਾ ਲੱਗੇਗਾ। ਔਰ ਇਸ ਲਈ ਇਹਨੇ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਾਏ। ਸੋਨੇ ਦੀ ਗੱਲ ਇਹਨੇ ਕੀਤੀ, ਆ ਸੋਨੇ ਦਾ ਇਹਦਾ ਆਪਣਾ ਲੈਟਰ ਹੈਡ ਹੈਗਾ ਜਿਹਦੇ ਵਿੱਚ ਇਹ ਕਹਿ ਰਿਹਾ ਪੀੜਾ ਸਾਹਿਬ ਸੋਨੇ ਦਾ ਬਣਿਆ ਹੋਇਆ, ਖੁਦ ਬੋਲ ਰਿਹਾ ਚੌਰ ਸਾਹਿਬ ਸੋਨੇ ਦਾ ਬਣਿਆ ਹੋਇਆ, ਆ ਹੋਰ ਚੀਜ਼ਾਂ ਦਾ ਨਾਲ ਜ਼ਿਕਰ ਕਰ ਰਿਹਾ। ਇਹ ਅਸੀਂ ਸਾਡੇ ਤੇ ਨੇ ਕੀ ਦੋਸ਼ ਲਾ ਦਿੱਤਾ ਵੀ ਇਹਨਾਂ ਮੈਨੂੰ ਸਨਮਾਨ ਦਿੱਤਾ ਜਿਹਦੇ ਵਿੱਚ 1.25 ਸੇਰ ਸੋਨੇ ਦੀ ਕਿਰਪਾਨ ਦਾ ਜ਼ਿਕਰ ਹੈ। ਇਹ ਤੁਸੀਂ ਉਹ ਵੀਡੀਓ ਦੇਖ ਲਓ, ਉਹਦੇ ਵਿੱਚ ਇਹਨਾਂ ਦਾ ਇੱਕ ਬੰਦਾ ਮੇਰੀ ਜੇਬ 'ਚ ਪਾਉਂਦਾ ਹੈ ਰਹਿ ਰਾਸ ਕਰਨ ਤੋਂ ਪਹਿਲਾਂ ਪਰਚਾ ਵੀ ਆਹ ਸਿੰਘ ਸਾਹਿਬ ਜੀ ਤੁਸੀਂ ਉਹਦੇ ਜਦੋਂ ਕਥਾ ਕਰੋਗੇ ਉਹਦੇ ਵਿੱਚ ਨਾਲ ਬੋਲ ਦਿਓ ਵੀ ਜਥੇਦਾਰ ਸਾਹਿਬ ਤੁਸੀਂ ਅਰਦਾਸ ਵੀ ਕੀਤੀ ਹੈ ਤੇ ਅਰਦਾਸ ਦੇ ਵਿੱਚ ਉਹ ਸਾਰੀ ਚੀਜ਼ਾਂ ਬੋਲੀਆਂ ਵੀ ਨੇ ਇਹਨਾਂ ਦਾ ਨਾਮ ਲੈ ਕੇ, ਤਾਂ ਉਦੋਂ ਤੁਹਾਨੂੰ ਪਤਾ ਨਹੀਂ ਲੱਗੇ ਸਭ ਚੀਜ਼ਾਂ ਫੇਕ ਨੇ? ਨਹੀਂ ਗੱਲ ਇਹ ਹੈ ਹੁਣ ਤੁਸੀਂ ਸਾਡੇ ਗੁਰਦੁਆਰਾ ਸਾਹਿਬ ਆਏ ਹੋ, ਮੰਨ ਲਓ ਤਖਤ ਸਾਹਿਬ ਆਏ ਹੋ ਜਾਂ ਕਿਸੇ ਵੀ ਗੁਰਦੁਆਰਾ ਸਾਹਿਬ ਗਏ ਹੋ, ਗ੍ਰੰਥੀ ਸਿੰਘ ਤਾਬਿਆ ਬੈਠਾ ਹੈ, ਤੁਸੀਂ ਕੁਝ 1000 ਰੁਪਇਆ 500 ਰੁਪਇਆ 2000 ਰੁਪਏ ਦਾ ਨੋਟ ਹੈ ਗੋਲਕ 'ਚ ਪਾ ਰਹੋਗੇ, ਤੁਹਾਨੂੰ ਅੱਜ ਤੱਕ ਕਿਸੇ ਪੁੱਛਿਆ ਕਿ ਭਾਈ ਹਿੰਮਤ ਸਿੰਘ ਜੀ ਦੱਸੋ ਨਕਲੀ ਪਾ ਰਹੇ ਹੋ ਕਿ ਅਸਲੀ ਪਾ ਰਹੇ ਹੋ? ਜਿਹੜਾ ਬੰਦਾ ਪਟਨਾ ਸਾਹਿਬ ਦੀ ਤਾਂ ਨਿਯਮ ਹੈਗਾ ਜੇ ਕੋਈ 150 ਰੁਪਏ ਦੀ ਭੇਟਾ ਕਰਦਾ ਹੈ ਨਾ ਤੇ ਉਹਨੂੰ ਅਸੀਂ ਉੱਠ ਕੇ ਖੜੇ ਹੋ ਕੇ ਸਰੋਪਾ ਉਹ ਦਿੰਦੇ ਹਾਂ, ਬੈਠੇ ਦੇ ਦਈਏ ਖੜੇ ਦੇ ਦਈਏ, ਉਹਨੂੰ ਸਰੋਪਾ ਦੇਣ ਦੀ ਉੱਥੇ ਮਰਿਆਦਾ ਪਰੰਪਰਾ ਹੈਗੀ ਹੈ। ਤੇ ਜਿਹੜਾ ਬੰਦਾ ਕਹਿ ਰਿਹਾ 5 ਕਿਲੋ ਸੋਨਾ ਹੈ, ਇਹ ਕਰੋੜਾਂ ਦੀ ਕਲਗੀ ਹੈ, ਕਰੋੜਾਂ ਦੇ ਹੀਰੇ ਨੇ, ਕਰੋੜਾਂ ਦਾ ਪਲੰਗ ਹੈ, ਕਰੋੜਾਂ ਦਾ ਪੀੜਾ ਹੈ, ਕਰੋੜਾਂ ਦੀ ਕਿਰਪਾਨ ਹੈ, ਉਸ ਨੂੰ ਸਨਮਾਨ ਦੇਣ ਵਾਲਾ ਗਲਤ ਨਹੀਂ ਹੈ, ਉਸ ਨਕਲੀ ਸਮਾਨ ਦੇਣ ਵਾਲਾ ਗਲਤ ਹੈ। ਤੁਸੀਂ ਦੱਸੋ ਵੀ ਸਨਮਾਨ ਦੇਣ ਵਾਲਾ ਗਲਤ ਹੋਇਆ? ਤੁਸੀਂ ਇੱਕ ਚੋਰ ਤੁਹਾਡੇ ਘਰ ਆਇਆ, ਤੁਹਾਨੂੰ ਨਹੀਂ ਪਤਾ ਵੀ ਉਹ ਚੋਰ ਹੈ ਤੇ ਤੁਸੀਂ ਉਹਨੂੰ ਸਨਮਾਨ ਨਾਲ ਬਿਠਾ ਲਿਆ, ਜਲ ਪਾਣੀ ਪੁੱਛਿਆ ਤੇ ਉਹਨੇ ਤੁਹਾਡਾ ਕਤਲ ਕਰ ਦਿੱਤਾ, ਤੇ ਉਹਦੇ 'ਚ ਜਿਹੜੀ ਗਲਤੀ ਹੈਗੀ ਹੈ ਉਹ ਚੋਰ ਦੀ ਹੈ, ਡਾਕੂ ਦੀ ਹੈ ਕਿ ਗਲਤੀ ਸਨਮਾਨ ਨਾਲ ਬਿਠਾਉਣ ਵਾਲੇ ਦੀ ਹੈ? ਜਥੇਦਾਰ ਸਾਹਿਬ ਤੁਸੀਂ ਕਿਹਾ ਵੀ ਸਾਡੇ ਕੋਲ ਕੋਈ 150 ਰੁਪਏ ਵੀ ਲੈ ਕੇ ਆਂਦਾ ਸੀ ਉਹਦੀ ਵੀ ਅਰਦਾਸ ਕਰਦੇ ਹਾਂ, ਪਰ ਹਰ ਇੱਕ ਸ਼ਖਸ ਦੀ ਅਰਦਾਸ ਤਾਂ ਜਥੇਦਾਰ ਨਹੀਂ ਕਰਦੇ। ਤੁਸੀਂ ਮੌਜੂਦਾ ਜਥੇਦਾਰ ਸੀਗੇ ਉਦੋਂ, ਜੇ ਤੁਸੀਂ ਅਰਦਾਸ ਇਹਨਾਂ ਦੀ ਛੁੱਟੀ ਤੇ ਆਏ ਹੋਏ ਹਾਂ, ਛੁੱਟੀ ਸੀ, ਤੁਸੀਂ ਉਹ ਜਥੇਦਾਰ ਸੀਗੇ ਤਾਂ ਤੁਸੀਂ ਅਰਦਾਸ ਕੀਤੀ ਹੈ ਕਿ ਤੁਹਾਡਾ ਫਰਜ਼ ਨਹੀਂ ਸੀ ਬਣਦਾ ਵੀ ਇੱਕ ਵਾਰੀ ਪਹਿਲਾਂ ਚੈੱਕ ਕੀਤਾ ਜਾਵੇ ਵੀ ਐਡੀ ਵੱਡੀ ਮਾਤਰਾ ਦੇ ਵਿੱਚ ਸੋਨਾ ਲੈ ਕੇ ਆਏ ਨੇ? ਇੱਕ ਚੈੱਕ ਦੀ ਵੀ ਜ਼ਿਕਰ ਹੋ ਰਿਹਾ ਕਿ 10 ਕਰੋੜ ਦਾ ਚੈੱਕ ਵੀ ਤੁਹਾਨੂੰ ਦਿੱਤਾ ਗਿਆ। ਉਹ ਵੀ ਦੱਸ ਦੇਣਾ ਤੁਹਾਨੂੰ। ਜਿਹੜਾ ਹੈਗਾ ਚੈੱਕ ਕਰਨ ਦਾ ਕੰਮ ਪ੍ਰਬੰਧਕ ਕਮੇਟੀ ਦਾ। ਹਾਂ, ਜੇ ਮੈਨੂੰ ਇਹ ਕੋਈ ਚੀਜ਼ ਦਿੰਦੇ ਮੈਂ ਉਹ ਚੈੱਕ ਕਰਵਾ ਦਿੰਦਾ, ਜਾਂ ਮੈਂ ਪ੍ਰਬੰਧਕਾਂ ਨੂੰ ਕਹਿੰਦਾ ਵੀ ਚੈੱਕ ਕਰਵਾ ਦਿਓ। ਪ੍ਰਬੰਧਕਾਂ ਦਾ ਵੀ ਸਰਦਾਰ ਇੰਦਰਜੀਤ ਸਿੰਘ ਜਨਰਲ ਸਕੱਤਰ ਨੇ, ਉਹਨਾਂ ਦਾ ਵੀ ਇਹੀ ਕਸੂਰ ਹੈ ਵੀ ਉਹਨਾਂ ਵੀ ਉਹ ਜਿਹੜਾ ਪਰਚਾ ਇਹਨਾਂ ਦੇ ਬੰਦੇ ਨੇ ਦਿੱਤਾ ਉਹਨਾਂ ਨੇ ਵੀ ਪੜ੍ਹ ਦਿੱਤਾ, ਉਹ ਮੈਂ ਵੀ ਪੜ੍ਹ ਦਿੱਤਾ। ਉਹ ਬੜੀ ਵਾਰੀ ਕਥਾ 'ਚ ਐਸਾ ਹੁੰਦਾ ਹੈ ਕਿ ਅਸੀਂ ਕਥਾ ਕਰ ਰਹੇ ਹਾਂ, ਸਾਨੂੰ ਕੋਈ ਸੂਚਨਾ ਲਿਖ ਕੇ ਦਿੱਤੀ ਜਾਂਦੀ, ਅਸੀਂ ਪੜ੍ਹ ਦਿੰਦੇ ਹਾਂ। ਉਹ ਸਾਡਾ ਇੱਕ ਰੋਜ਼ਮर्रा ਦਾ ਹੈਗਾ। ਕੋਈ ਕਿਸੇ ਦੀ ਡੈਥ ਹੋ ਗਈ, ਕੋਈ ਹੋਰ ਸਮਾਗਮ ਹੈ, ਕੋਈ ਨਗਰ ਕੀਰਤਨ ਹੈ, ਕਿਸੇ ਨੇ ਕੱਲ੍ਹ ਨੂੰ ਕੀਰਤਨ ਨਵੇਂ ਜਥੇ ਨੇ ਕਰਨਾ ਹੈ, ਉਹ ਸਾਰੀ ਲਿਸਟ ਅਸੀਂ ਕਈ ਵਾਰੀ ਪੜ੍ਹੀ ਹੈ। ਉਸ ਤਰ੍ਹਾਂ ਹੀ ਅਸੀਂ ਰੂਟੀਨ ਵਿੱਚ ਇਹ ਵੀ ਲਿਸਟ ਪੜ੍ਹ ਦਿੱਤੀ ਹੈ। ਸਰਦਾਰ ਇੰਦਰਜੀਤ ਸਿੰਘ ਜਨਰਲ ਸਕੱਤਰ ਬਹੁਤ ਨਿਤਨੇਮੀ ਗੁਰਸਿੱਖ ਨੇ, ਚੰਗੇ ਪਿਆਰ ਵਾਲੇ ਨੇ, ਉਹਨਾਂ ਨੇ ਵੀ ਉਹ ਪੜ੍ਹ ਦਿੱਤੀ। ਜੋ ਮੈਂ ਪੜ੍ਹਿਆ ਉਹੀ ਉਹਨਾਂ ਨੇ ਪੜ੍ਹਤਾ। ਔਰ ਇਸ ਤਰ੍ਹਾਂ ਦੇ ਨਾਲ ਅਸੀਂ ਤਾਂ ਸਨਮਾਨ ਕੀਤਾ ਵੀ ਇਹ ਚੀਜ਼ਾਂ ਲੈ ਕੇ ਆਏ ਨੇ ਜੋ ਇਹਨਾਂ ਨੇ ਬੋਲਿਆ। ਬਹੁਤ ਸਾਰੀਆਂ ਵੀਡੀਓ 'ਚ ਬੋਲਿਆ, ਉਹ ਵੀਡੀਓ ਅਸੀਂ ਤੁਹਾਨੂੰ ਵੀ ਦੇ ਦੇਵਾਂਗੇ, ਵਾਇਰਲ ਵੀ ਹੋਈਆਂ ਫਿਰਦੀਆਂ ਨੇ ਵੀ ਆਹ ਆਇਆ ਉਹਦੇ 'ਚ ਬੋਲ ਵੀ ਰਹੇ ਨੇ ਕਿ ਸਾਰੇ ਬਿੱਲ ਮੇਰੇ ਕੋਲ ਨੇ, ਸਾਰੀਆਂ ਡਿਟੇਲਾਂ ਮੇਰੇ ਕੋਲ ਨੇ, ਜਦੋਂ ਮਰਜ਼ੀ ਕੋਈ ਦੇਖ ਸਕਦਾ। ਤੇ ਫਿਰ ਸਾਡਾ ਦੋਸ਼ ਕਿੱਥੋਂ ਹੋ ਗਿਆ ਬਈ ਇਹਦੇ ਵਿੱਚ? ਇਹਨਾਂ ਨੇ ਕੋਈ ਰੌਲਾ ਨਹੀਂ ਪਾਇਆ। ਪਹਿਲੀ ਗੱਲ ਤਾਂ ਜਿੰਨੀਆਂ ਚੀਜ਼ਾਂ ਇਹਨਾਂ ਦਿੱਤੀਆਂ ਨੇ ਮੇਰੀ ਗੈਰ ਮੌਜੂਦਗੀ ਹੈ। ਹਾਂ, ਸੰਗਰਾਂਦ ਵਿਸਾਖੀ ਵਾਲੇ ਦਿਨ ਤੋਂ ਕੁਝ ਦਿਨ ਪਹਿਲਾਂ ਮੈਂ ਉੱਥੇ ਸੀ, ਉਦੋਂ ਇਹ ਪੀੜਾ ਆਪ ਲੈ ਕੇ ਆਏ ਨੇ। ਬਾਕੀ ਚੀਜ਼ਾਂ ਇਹ ਆਪ ਲੈ ਕੇ ਆਏ ਨੇ, ਉਹ ਸਾਰੀਆਂ ਫੋਟੋ ਹੈਗੀਆਂ ਨੇ, ਅਸੀਂ ਤੁਹਾਨੂੰ ਦੇ ਦੇਵਾਂਗੇ, ਤੁਸੀਂ ਸੰਗਤ ਨੂੰ ਦਿਖਾ ਦਿਓ, ਸਾਰਾ ਕੁਝ ਹੈਗਾ ਉਹਦੇ ਵਿੱਚ। ਇਹਨਾਂ ਨੇ ਬਾਅਦ ਜਦ 18 ਜੁਲਾਈ ਹੈ ਮੇਰੇ ਖਿਆਲ ਡੇਟ, 17 ਕਿ 18 ਜੁਲਾਈ, ਜਦੋਂ ਉਹ ਚੀਜ਼ਾਂ ਤਾਂ ਚੈੱਕਅਪ ਕਰਵਾਇਆ ਗਿਆ, ਉਹਨਾਂ ਦਾ ਟੈਸਟ ਕਰਵਾਇਆ ਗਿਆ ਵੀ ਉਹ ਨਕਲੀ ਹੈ ਕਿ ਅਸਲੀ ਹੈ, ਕਿਉਂਕਿ ਰਸੀਦ ਦਿੱਤੀ ਨਹੀਂ ਗਈ ਸੀ। ਰਸੀਦ ਇਹਨਾਂ ਨੂੰ ਦੇਣੀ ਸੀ। ਪ੍ਰਬੰਧਕਾਂ ਰਸੀਦ ਤਾਂ ਹੀ ਦੇਣੀ ਹੁੰਦੀ ਹੈ ਜਦ ਕੋਈ ਚੀਜ਼ ਵਾਕਈ ਚੈੱਕ ਹੋ ਜਾਂਦੀ ਹੈ। ਤੇ ਉਹ ਬੋਰਡ ਦੀ ਮੀਟਿੰਗ ਸੀ ਜੁਲਾਈ 5 ਦੀ ਮੇਰੇ ਖਿਆਲ, ਸਮਥਿੰਗ ਐਥਿਕ ਜੇ ਬੋਰਡ ਦੀ ਮੀਟਿੰਗ ਸੀ ਕੋਈ, ਉਹਦੇ ਵਿੱਚ ਅਗਸਤ 5 ਸ਼ਾਇਦ, ਤੇ ਉਦੋਂ ਬੋਰਡ ਦੀ ਸਾਰੇ ਦੀ ਮੀਟਿੰਗ ਸੀ। ਸਾਰੇ ਮੈਂਬਰ ਦੂਰ ਦੂਰ ਰਹਿੰਦੇ ਹੈ। ਸਰਦਾਰ ਗੋਬਿੰਦ ਸਿੰਘ ਜੀ ਲੌਂਗੋਵਾਲ ਪੰਜਾਬ ਰਹਿੰਦੇ ਨੇ, ਔਰ ਇਸ ਤਰ੍ਹਾਂ ਅਵਤਾਰ ਸਿੰਘ ਜੀ ਹਿੱਤ ਹੁਣ ਔਰ ਨਹੀਂ ਰਹੇ,
ਪ੍ਰਧਾਨ ਜੀ ਸਨ ਉਹ ਦਿੱਲੀ ਰਹਿੰਦੇ ਨੇ, ਇੰਦਰਜੀਤ ਸਿੰਘ ਜੀ ਜਨਰਲ ਸਕੱਤਰ ਟਾਟਾ ਨਗਰ ਰਹਿੰਦੇ ਨੇ, ਔਰ ਇਸ ਤਰ੍ਹਾਂ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਸਰਦਾਰ ਲਖਵਿੰਦਰ ਸਿੰਘ ਜੀ ਉਹ ਦੂਰ ਜਿਹੜਾ ਹੈਗਾ ਕਿਸ਼ਨਗੰਜ, ਉੱਥੋਂ ਇੱਕ ਦਿਨ ਦਾ ਸਫ਼ਰ ਅੱਗੇ ਹੈਗਾ ਪਟਨਾ ਸਾਹਿਬ ਤੋਂ, ਉੱਥੇ ਰਹਿੰਦੇ ਨੇ। ਇਸ ਤਰ੍ਹਾਂ ਬਾਕੀ ਸੋਹੀ ਜੀ ਨੇ, ਜਗਜੋਤ ਸਿੰਘ ਜੀ ਸੋਹੀ, ਗੁਰਵਿੰਦਰ ਸਿੰਘ ਜੀ ਮੈਂਬਰ ਨੇ, ਸਰਦਾਰ ਹਰਬੰਸ ਸਿੰਘ ਜੀ ਖਨੂਜਾ ਸਕੱਤਰ ਨੇ, ਉਹ ਜਿਹੜੇ ਨੇ ਲੋਕਲ ਰਹਿੰਦੇ ਨੇ, ਹੋਰ ਮੈਂਬਰ ਸਾਹਿਬਾਨ ਲੋਕਲ ਰਹਿੰਦੇ ਨੇ। ਪਰ ਸਾਰਾ ਬੋਰਡ ਇਕੱਠਾ ਹੋਵੇ, ਇੰਨਾ ਵੱਡਾ ਸਮਾਨ ਤੁਸੀਂ ਕਹਿ ਰਹੇ ਹੋ ਵੀ ਜਿਹੜਾ ਕਰੋੜਾਂ ਰੁਪਇਆਂ ਦਾ, ਤਾਂ ਉਹ ਇੱਕ ਬੰਦੇ ਦੇ ਸਾਹਮਣੇ ਨਹੀਂ ਰੱਖਿਆ ਜਾ ਸਕਦਾ, ਉਹ ਸਾਰੇ ਬੋਰਡ ਦੇ ਸਾਹਮਣੇ ਰੱਖਣਾ ਸੀ, ਬੋਰਡ ਨੇ ਉਹਨੂੰ ਚੈੱਕ ਕਰਾਉਣਾ ਸੀ। ਬੋਰਡ ਨੇ ਸਰਦਾਰ ਅਵਤਾਰ ਸਿੰਘ ਹਿੱਤ ਨੇ ਬਕਾਇਦਾ ਕਮੇਟੀ ਬਣਵਾਈ, ਕਿਉਂਕਿ ਛੋਟੀ ਚੀਜ਼ ਨਹੀਂ ਸੀ, ਔਰ ਕਮੇਟੀ ਵੀ ਉਹਨਾਂ ਦੀ ਬਣਵਾਈ ਜਿਹੜੇ ਸਮਝੇ ਜਾਂਦੇ ਸੀ ਵੀ ਉਹਨਾਂ ਦੇ ਵਿਰੋਧੀ ਨੇ। ਵਿਰੋਧੀ ਹੈ ਕਿ ਨਹੀਂ ਹੈ ਇੱਕ ਵੱਖਰੀ ਗੱਲ, ਪਰ ਉਹ ਉਸ ਜਾਂਚ ਕਮੇਟੀ ਨੇ ਇਹ ਪੜਤਾਲ ਕਰਵਾਈ। ਸੰਨੀ ਜਵੈਲਰਸ ਇੱਕ ਫਰਮ ਹੈਗੀ ਹੈ ਪਟਨਾ ਸਾਹਿਬ ਦੀ, ਜਿਹੜੀ ਸੋਨੇ ਚਾਂਦੀ ਤੇ ਜਵੈਲਰੀ 'ਚ ਡੀਲ ਕਰਦੀ ਹੈ, ਉਹਨਾਂ ਨੇ ਚੈੱਕ ਕੀਤਾ ਤੇ ਉਹਨਾਂ ਸਰਟੀਫਾਈਡ ਕੀਤਾ ਵੀ ਇਹਦੇ 'ਚ ਕੋਈ ਸੋਨਾ ਨਹੀਂ, ਬਿਲਕੁਲ, ਜਾਂ ਤੇ ਸੋਨੇ ਦਾ ਪਾਣੀ ਫਿਰਿਆ ਹੋਇਆ 골ਡ ਪੋਲਿਸ਼ ਹੈ, ਹੋਰ ਕੁਝ ਨਹੀਂ। ਜਿਹੜੇ 5 ਕਿਲੋ ਸੋਨੇ ਦੀ ਜ਼ਿਕਰ ਕੀਤੀ ਜਾ ਰਹੀ ਹੈ, ਤਾਂ ਤੁਸੀਂ ਜਦੋਂ ਚੈੱਕ ਕਰਾਇਆ ਤਾਂ ਉਹਦੇ ਵਿੱਚ ਸੋਨਾ ਇੱਕ ਕੁਝ ਵੀ ਨਹੀਂ ਨਿਕਲਿਆ। ਇਹ ਮੈਂ ਲਿਆ ਵੀ ਨਹੀਂ, ਮੈਨੂੰ ਇਹਨਾਂ ਦਿੱਤਾ ਵੀ ਨਹੀਂ, ਮੈਂ ਚੈੱਕ ਕਰਵਾਇਆ ਵੀ ਨਹੀਂ, ਇਹ ਇਹਨਾਂ ਨੇ ਦਿੱਤਾ, ਗਰੰਤੀ ਸਿੰਘਾਂ ਨੂੰ ਹੈਂਡਓਵਰ ਕੀਤਾ। ਉਹਨਾਂ ਦਾ ਫਰਜ਼ ਬਣਦਾ ਸੀ ਵੀ ਤੁਸੀਂ ਉਹਨੂੰ ਕਮੇਟੀ ਨੂੰ ਦਿਓ। ਜੇ ਮੈਨੂੰ ਕੋਈ ਚੀਜ਼ ਦਿੰਦਾ, ਮੇਰਾ ਫਰਜ਼ ਬਣਦਾ ਦੇਣ ਦਾ। ਜੇ ਇਹਨਾਂ ਨੂੰ ਦਿੰਦਾ ਤਾਂ ਪਹਿਲੀ ਗੱਲ ਤਾਂ ਭਾਈ ਹਿੰਮਤ ਸਿੰਘ ਜੀ ਜਿੰਨੀ ਵਾਰੀ ਇਹ ਪਟਨਾ ਸਾਹਿਬ ਗਏ ਨੇ, ਉਨੀ ਵਾਰੀ ਉੱਥੇ ਲੜਾਈ ਚੰਗੀ ਹੋਈ ਹੈ, ਚੰਗਾ ਝਗੜਾ ਹੋਇਆ, ਤੂੰ ਮੈਂ ਹੋਈ, ਬੋਲ ਬੁਲਾਰਾ ਹੋਇਆ, ਉਹਦਾ ਵੀ ਮੈਂ ਸਮਝਦਾ ਵੀ ਇਹਨਾਂ ਦਾ ਦੋਸ਼ ਹੈਗਾ ਹਰ ਗੱਲੇ। ਮੇਰੀ ਜਦੋਂ ਤੋਂ ਸੇਵਾ ਹੋਈ ਹੈ, ਜੈਲਸ ਵੀ ਹੈ ਲੋਕਾਂ ਨੂੰ ਕਿ ਮੇਰੀ ਸੇਵਾ ਦੌਰਾਨ ਗੁਰੂ ਸਾਹਿਬ ਦੀ ਵੱਡੀ ਅਸੀਸ, ਗੁਰੂ ਸੰਗਤ ਦੇ ਪਿਆਰ ਸਦਕਾ, ਸਨੇਹ ਸਦਕਾ, ਉੱਥੇ ਲੰਗਰ ਹਾਲ ਮਾਤਾ ਨਾਨਕੀ ਜੀਆਂ ਦੇ ਨਾਮ ਤੇ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਤਿਕਾਰਯੋਗ ਮਾਤਾ ਜੀ ਧੰਨ ਜਨਨੀ ਜਿਨ ਜਾਇਆ, ਉਹਨਾਂ ਦੇ ਨਾਮ ਤੇ ਲੰਗਰ ਹਾਲ ਵੱਡਾ, ਉਹਦੇ 'ਚ ਸਾਰਾ ਆਟੋਮੈਟਿਕ ਮਸ਼ੀਨਾਂ ਜਿਹੜੀਆਂ ਨੇ ਉਹ ਸਰਦਾਰ ਲਖਵਿੰਦਰ ਸਿੰਘ ਜੀ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਤੇ ਵਾਈਸ ਪ੍ਰੈਜ਼ੀਡੈਂਟ, ਔਰ ਉਹਨਾਂ ਦੇ ਨਾਲ ਸਰਦਾਰ ਸੂਰਜ ਸਿੰਘ ਜੀ ਨਲਵਾ, ਇਹ ਸਾਰਿਆਂ ਨੇ ਮਿਲ ਕੇ ਉਹ ਜਿਹੜਾ ਸੀ ਲੰਗਰ ਹਾਲ ਦੇ ਵਿੱਚ ਵੱਡੀਆਂ ਮਸ਼ੀਨਾਂ, ਬਹੁਤ ਵੱਡੀਆਂ, ਜਿਹੜੀਆਂ ਕਿ 10,000 ਬੰਦੇ ਦਾ ਲੰਗਰ ਜਿਹੜਾ ਉਹ ਘੰਟਿਆਂ 'ਚ ਬਣਾ ਸਕਦੀਆਂ ਨੇ, ਗੁਰਪੁਰਬਾਂ 'ਤੇ ਇਹ ਕੰਮ ਆਉਂਦੀਆਂ। ਉਹ 2-2.5 ਕਰੋੜ ਦਾ ਉਹ ਸਰਮਾਇਆ ਲੱਗਿਆ। ਲੰਗਰ ਦੀਵਾਨ ਹਾਲ ਵੱਡਾ, ਜਿਹਦੇ ਨਾਲ ਦਾ ਵਰਲਡ 'ਚ ਕੋਈ ਨਹੀਂ, ਉਹ ਸਾਰਾ ਮੁਕੰਮਲ ਹੋਇਆ। ਔਰ ਰਾਜਗੀਰ ਬਹੁਤ ਵੱਡੀ ਸਰਾਂ ਦਾ ਨਿਰਮਾਣ ਹੋਇਆ, ਉਹਦੇ 'ਚ ਕਰੋੜਾਂ ਰੁਪਇਆ ਲੱਗਿਆ। ਭਾਵੇਂ ਉਹ ਮਹਾਂਪੁਰਸ਼ ਨੇ ਜਿਨ੍ਹਾਂ ਨੇ ਸੇਵਾ ਜਿਹੜੇ ਕਰ ਰਹੇ ਨੇ, ਪਰ ਉਹਦੇ 'ਚ ਬਹੁਤ ਵੱਡਾ ਸਰਮਾਇਆ ਤਖ਼ਤ ਸਾਹਿਬ ਦਾ। ਇਹ ਚੀਜ਼ਾਂ ਦਾ ਨਿਰਮਾਣ ਹੋ ਜਾਣਾ, ਮੁਕੰਮਲ ਹੋ ਜਾਣਾ, ਸੰਗਤਾਂ ਦੀ ਆਵਾਗਮਨ ਵੱਧ ਜਾਣਾ। ਪ੍ਰਧਾਨ ਜੀ ਨੇ ਖੁਦ ਇੱਕ ਵਾਰੀ 50 ਕਰੋੜ ਕਿਹਾ, ਫਿਰ ਇੱਕ ਪਹਿਲਾਂ 35 ਕਰੋੜ ਕਿਹਾ, ਫਿਰ 40, ਫਿਰ 50 ਕਰੋੜ, ਵੀ ਸਿੰਘ ਸਾਹਿਬ ਜੀ ਦੇ ਰਾਹੀਂ ਇਹ ਜਿਹੜਾ ਸਰਮਾਇਆ ਹੈਗਾ ਤਖ਼ਤ ਸਾਹਿਬ ਪਹੁੰਚਿਆ। ਔਰ ਬਹੁਤ ਸਾਰੀਆਂ ਜਿਹੜੀਆਂ ਨੇ 99% ਟ੍ਰਾਂਜੈਕਸ਼ਨਾਂ ਔਨਲਾਈਨ ਨੇ, ਉਹ ਤੁਸੀਂ ਤਖ਼ਤ ਸਾਹਿਬ ਦੇ ਖਾਤਿਆਂ 'ਚ ਸਾਡੇ ਜਾਣ ਤੋਂ ਪਹਿਲਾਂ ਤੇ ਸਾਡੇ ਆਉਣ ਤੋਂ ਬਾਅਦ ਨੂੰ ਉਹਨੂੰ ਕੰਪੈਰੀਟਿਵਲੀ ਦੇਖ ਸਕਦੇ ਹੋ। ਤੁਹਾਨੂੰ ਬੋਲਣ ਦੀ ਲੋੜ ਨਹੀਂ ਹੈ, ਕਾਗਜ਼ ਬੋਲਣਗੇ ਕਿ ਕਿੰਨੀ ਆਮਦਨ ਤਖ਼ਤ ਸਾਹਿਬ ਦੀ ਵਧੀ, ਕਿੰਨੀਆਂ ਸੰਗਤਾਂ ਦਾ ਵਿੱਚ ਵਾਧਾ ਹੋਇਆ। ਔਰ ਇਹ ਜਿਹੜੀਆਂ ਚੀਜ਼ਾਂ ਸਨ, ਜਿਨ੍ਹਾਂ ਲੋਕਾਂ ਨੇ ਇੰਨੇ ਸਾਲ ਰਹਿ ਕੇ ਕੀਤਾ ਹੀ ਕੱਖ ਨਹੀਂ, ਉਹਨਾਂ ਲਈ ਵੀ ਇੱਕ ਜੈਲਸ ਦਾ ਕਾਰਨ ਸੀ। ਉਹਨਾਂ ਨਾਲ ਮਿਲ ਕੇ ਇਹਨਾਂ ਸਮਰੇ ਨੇ ਜਿਹੜਾ ਇਹ ਇਲਜ਼ਾਮ ਲਾਏ ਨੇ, ਇਹ ਬਹੁਤ ਵੱਡੀ ਸਾਜ਼ਿਸ਼ ਹੈਗੀ ਹੈ। ਫਿਰ ਦੇਖੋ, ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਨੀ ਚਾਹੁੰਦਾ ਕਿ ਕਰੋੜਾਂ ਰੁਪਇਆ ਸੰਗਤਾਂ ਨੇ ਦਿੱਤਾ ਤਖ਼ਤ ਸਾਹਿਬ ਦੀ ਭੇਟਾ ਵਾਸਤੇ। ਉਹਦੇ ਸੇਵਾ ਦੇ ਸਨਮਾਨ ਵਿੱਚ ਪਿਛਲੇ ਤੋਂ ਪਿਛਲੇ ਗੁਰਪੁਰਬ ਵਿੱਚ ਗੁਰਦੁਆਰਾ ਗਊ ਘਾਟ ਵਿਖੇ ਸਾਨੂੰ 5 ਲੱਖ ਰੁਪਏ ਦਾ ਚੈੱਕ ਕਮੇਟੀ ਨੇ ਦਿੱਤਾ ਵੀ ਇਹਨਾਂ ਨੇ ਸੇਵਾ ਬਹੁਤ ਕੀਤੀ ਹੈ, ਇਹਨਾਂ ਦਾ ਸਨਮਾਨ ਕਰਦੇ ਹਾਂ। ਮੈਂ ਉਹ ਸਨਮਾਨ ਸਹਿਤ ਚੈੱਕ ਵਾਪਸ ਕਰ ਦਿੱਤਾ। ਮੈਂ ਕਿਹਾ ਵੀ ਮੈਨੂੰ ਲੋੜ ਨਹੀਂ ਹੈ, ਮੈਨੂੰ ਲੋੜ ਹੋਏਗੀ ਮੈਂ ਤਖ਼ਤ ਸਾਹਿਬ ਤੋਂ ਮੰਗ ਲਵਾਂਗਾ, ਮੈਨੂੰ ਅਜੇ ਕੋਈ ਲੋੜ ਨਹੀਂ ਹੈ। ਨਾਲੇ ਇਹ ਜੇ ਕਰੋਨਾ ਕਾਲ ਹੈਗਾ ਤੇ ਅਜੇ ਸੰਗਤਾਂ ਦੀ ਆਮਦੋ ਰਫਤ ਉਨੀ ਜ਼ਿਆਦਾ ਨਹੀਂ ਹੈ ਤੇ ਤਖ਼ਤ ਸਾਹਿਬ ਦੀਆਂ ਲੋੜਾਂ, ਲੋਕਾਂ ਨੂੰ ਕੀ ਪਤਾ ਹੈ ਤਖ਼ਤ ਸਾਹਿਬ ਦਾ ਕਰੋੜ ਰੁਪਏ ਤਾਂ ਬਿਜਲੀ ਦਾ ਹੀ ਬਿੱਲ ਹੈਗਾ, ਤਕਰੀਬਨ 1 ਕਰੋੜ 60 ਲੱਖ ਦੇ ਕਰੀਬ ਜਿਹੜੀਆਂ ਨੇ, 60 ਲੱਖ ਦੇ ਕਰੀਬ ਤਨਖਾਹਾਂ ਨੇ ਸਟਾਫ ਦੀਆਂ, ਔਰ ਹੋਰ ਚੀਜ਼ਾਂ ਦੇ ਬਿੱਲ ਨੇ। 2-3 ਕਰੋੜ ਰੁਪਏ ਦਾ ਤਖ਼ਤ ਹਰਿਮੰਦਰ ਜੀ ਪਟਨਾ ਸਾਹਿਬ ਦਾ ਖਰਚਾ ਹੈਗਾ। ਤੇ ਉਸ ਦੌਰਾਨ ਜਦ ਆਮਦਨ ਨਹੀਂ ਹੈ ਤੇ ਮੈਂ 5 ਲੱਖ ਲਵਾਂ, ਮੈਂ ਕਿਹਾ ਇਹ ਨਹੀਂ ਹੋ ਸਕਦਾ। ਫਿਰ ਇਹ ਜਿਹੜਾ ਹੁਣ ਗੁਰਪੁਰਬ ਲੰਘਿਆ 9 ਜਨਵਰੀ 2022 ਦਾ, ਉਦੋਂ ਵੀ ਇਹਨਾਂ ਨੇ ਮੈਨੂੰ 11 ਲੱਖ ਦਾ ਚੈੱਕ ਜਿਹੜਾ ਸੀ ਸਭ ਦੇ ਸਾਹਮਣੇ ਔਨਲਾਈਨ ਸਾਰੀਆਂ ਰਿਕਾਰਡਿੰਗਸ ਨੇ, ਇਹਨਾਂ ਨੇ ਮੈਨੂੰ ਕਿਹਾ ਵੀ ਤੁਹਾਡੀ ਸੇਵਾ ਬਹੁਤ ਹੈ, ਸਨਮਾਨ ਬਹੁਤ ਹੈ, ਆਹ ਤੁਹਾਡਾ ਅਸੀਂ 11 ਲੱਖ ਤੁਹਾਡਾ ਸਨਮਾਨ ਕਰਨਾ ਚਾਹੁੰਦੇ ਹਾਂ।
ਜਿਹੜੀ ਇਹਨਾਂ ਦਸਤਾਰ ਦਿੱਤੀ ਸੀ ਉਹ ਮੈਂ ਲੈ ਲਈ, ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਸਵੀਰ ਦਿੱਤੀ ਸੀ ਉਹ ਮੇਰੇ ਸਾਹਮਣੇ ਘਰ ਰੱਖੀ ਹੋਈ ਹੈ, ਮੈਂ ਉਹ ਵੀ ਲੈ ਲਈ, ਪਰ ਚੈੱਕ ਮੈਂ ਸਨਮਾਨ ਸਾਹਿਤ ਉੱਥੇ ਵੀ ਵਾਪਸ ਕਰ ਦਿੱਤਾ। ਜੇ ਮੈਨੂੰ ਤਖਤ ਸਾਹਿਬ ਦੇ ਰਿਹਾ ਹੈ, ਸਾਰੀ ਦੁਨੀਆ ਦੇ ਸਾਹਮਣੇ ਦੇ ਰਿਹਾ ਹੈ, ਤਾਂ ਮੈਂ ਨਹੀਂ ਲੈ ਰਿਹਾ, ਤਾਂ ਮੈਂ ਸਮਰੇ ਦੀਆਂ ਗੰਦੀਆਂ ਚੀਜ਼ਾਂ ਕਿਵੇਂ ਲੈ ਲਵਾਂਗਾ? ਸਵਾਲ ਨਹੀਂ ਪੈਦਾ ਹੁੰਦਾ। ਇਸ ਲਈ ਮੈਂ ਕਹਿੰਦਾ ਜਿਹੜੇ ਤੁਹਾਡੇ ਕੋਲ ਸਬੂਤ ਹੈਗੇ ਨੇ, ਜੋ ਕੁਝ ਹੈਗਾ ਉਹ ਤੁਸੀਂ ਸਾਡੇ ਸਾਹਮਣੇ ਰੱਖੋ, ਕੋਰਟ ਦੇ ਸਾਹਮਣੇ ਰੱਖੋ, ਜਿਸ ਕਰਕੇ ਸਾਬਤ ਹੋ ਜਾਏ ਕਿ ਸੱਚ ਕੀ ਹੈ ਤੇ ਝੂਠ ਕੀ ਹੈ। ਸੱਚ ਤੇ ਝੂਠ ਦੀ ਲੜਾਈ ਹੈ, ਹੋਰ ਕੋਈ ਇਹਦੇ ਵਿੱਚ ਗੱਲ ਨਹੀਂ ਹੈਗੀ। ਜਥੇਦਾਰ ਸਾਹਿਬ, ਤੁਹਾਨੂੰ ਕੌਮ ਦਾ ਜਥੇਦਾਰ ਲਗਾਇਆ ਗਿਆ ਸੀ, ਕੌਮ ਦੇ ਵਿੱਚ ਵੀ ਇਸ ਵੇਲੇ ਨਮੋਸੀ ਹੈ ਜਿਹੜੀ ਕਿ ਦੇਖਣ ਨੂੰ ਮਿਲ ਰਹੀ ਹੈ ਵੀ ਕਿ ਐਡਾ ਵੱਡਾ ਇੱਕ ਇਲਜ਼ਾਮ ਹੈ ਜਥੇਦਾਰ ਤੇ ਲੱਗ ਜਾਣਾ, ਸ਼ਾਇਦ ਪਹਿਲੀ ਵਾਰੀ ਹੋਇਆ ਹੋਣਾ ਇਹ ਜਿਹਾ ਕੰਮ। ਤਾਂ ਕੀ ਲੱਗਦਾ ਹੈ ਕਿ ਹਜੇ ਤੱਕ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹਨਾਂ ਨੇ ਵੀ ਇੰਟਰਫੇਅਰ ਨਹੀਂ ਕੀਤਾ? ਕੋਈ ਗੱਲਬਾਤ ਹੋਈ ਤੁਹਾਡੀ ਉਹਨਾਂ ਨਾਲ ਇਸ ਮਸਲੇ ਦੇ ਉੱਤੇ? ਜੀ, ਉਹਨਾਂ ਦੇ ਨਾਲ ਅਸੀਂ ਉਹਨਾਂ ਨੂੰ ਲਿਖਤੀ ਰੂਪ ਵਿੱਚ ਐਪਲੀਕੇਸ਼ਨ ਦਿੱਤੀ ਹੋਈ ਹੈ। ਅਕਾਲ ਤਖਤ ਸਾਹਿਬ ਦੇ ਜਥੇਦਾਰ ਬਾਹਰ ਹੈਗੇ ਨੇ, ਇੰਡੀਆ ਨਹੀਂ ਹੈਗੇ, ਉਹ ਆਉਣਗੇ, ਅਸੀਂ ਉਹਨਾਂ ਨਾਲ ਮਿਲਾਂਗੇ ਵੀ ਔਰ ਗੱਲਬਾਤ ਵੀ ਕਰਾਂਗੇ। ਔਰ ਮੈਨੂੰ ਨਹੀਂ, ਮੈਂ ਕਹਿੰਦਾ ਕੌਮ ਦੇ, ਵਾਕਈ ਕੌਮ ਲਈ ਨਮੋਸ਼ੀ ਦੀ ਗੱਲ, ਕੌਮ ਲਈ ਨੀਵਾਂ ਦੇਖਣ ਦੀ ਗੱਲ, ਸਾਰੀ ਕੌਮ ਨੂੰ ਮੈਂ ਗੁਜ਼ਾਰਿਸ਼ ਕਰਦਾ, ਮੇਰੇ ਸਿਰ ਤੇ 2 ਦਸਤਾਰਾਂ ਨੇ, ਦਰਬਾਰ ਸਾਹਿਬ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਹੈੱਡ ਗ੍ਰੰਥੀ ਦੀ ਔਰ ਜਥੇਦਾਰ ਪਟਨਾ ਸਾਹਿਬ ਦੀ, 2 ਦਸਤਾਰਾਂ ਨੇ ਮੇਰੇ ਸਿਰ ਤੇ। ਮੈਂ ਕੌਮ ਨੂੰ ਗੁਜ਼ਾਰਿਸ਼ ਕਰਦਾ ਕਿ ਮੈਂ ਬਿਲਕੁਲ ਨਿਰਦੋਸ਼ ਔਰ 100% ਸੱਚਾਈ ਤੇ ਹਾਂ। ਸਾਰੀ ਕੌਮ ਡਾਕਟਰ ਸਮਰੇ ਨੂੰ ਪੁੱਛਿਆ, ਅਖੌਤੀ ਡਾਕਟਰ ਨੂੰ, ਕਿ ਤੇਰੇ ਕੋਲ ਕੀ ਸਬੂਤ ਨੇ? ਅੱਜ ਵੀ ਜਿਹੜੇ ਸਬੂਤ ਇਹਨੇ 5 ਪਿਆਰੇ ਸਾਹਿਬਾਨ ਨੂੰ ਦਿੱਤੇ ਨੇ, ਉਹ ਸਬੂਤ ਸਾਨੂੰ ਦੇਵੇ, ਉਹ ਸਬੂਤ ਅਸੀਂ ਸਰਕਾਰੀ ਲੈਬ ਵਿੱਚ ਚੈੱਕ ਕਰਾਵਾਂਗੇ। ਰੈਫਰੈਂਸ ਜਿਹੜੀ ਹੁੰਦੀ ਹੈ ਫੋਰੈਂਸਿਕ ਲੈਬ, ਉਹਦੇ ਵਿੱਚ ਚੈੱਕ ਹੋਣਗੇ ਔਰ ਉਹ ਚੈੱਕ ਕਰਵਾਉਣ ਨੂੰ ਤਿਆਰ ਹੋ ਜਾਏ। ਤੇ ਜੇ ਮੂੰਹ ਕਾਲਾ ਨਾ ਸਮਰੇ ਦਾ ਹੋਵੇਗਾ ਤਾਂ ਮੈਨੂੰ ਕਹਿ ਦੇਣਾ ਕਿ ਤੁਸੀਂ ਝੂਠ ਬੋਲਿਆ। ਸਮਰਾ ਕਰੋੜ% ਝੂਠਾ ਹੈ, ਮਕਾਰ ਹੈ, ਠੱਗ ਹੈ, ਫਰੇਬੀ ਹੈ, ਨਸ਼ੇੜੀ ਹੈ। ਕਿਹੜਾ ਇਹਦੇ ਜੀਵਨ ਵਿੱਚ ਸੱਚਾਈ ਦਾ ਕੰਮ ਹੈ ਜਿਹੜਾ ਸਾਨੂੰ ਦੱਸੇ ਵੀ ਮੇਰੇ ਆ ਸੱਚਾਈ ਦਾ ਕੰਮ ਹੈ? ਸੱਚਾ ਤੇ ਕਿਤੇ ਵੀ ਨਹੀਂ ਹੈਗਾ। ਤੇ ਜੇ ਇਹੋ ਜਿਹਾ ਬੰਦਾ ਅੱਜ ਸਾਡੇ ਤੇ ਇਲਜ਼ਾਮ ਲਾ ਰਿਹਾ, ਫਿਰ ਇਹਨੇ ਕਿਹਾ ਜੀ 50-50 ਹਜ਼ਾਰ ਰੁਪਇਆ ਲੈ ਕੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਉੱਥੇ ਚੰਦੋਆ ਲਾਉਂਦੇ ਨੇ, ਉਹ ਸਾਬਤ ਕਰੇ। ਅਸੀਂ ਉਸ 'ਤੇ ਵੀ ਅਕਾਲ ਤਖਤ ਸਾਹਿਬ ਲਿਖ ਕੇ ਦੇਵਾਂਗੇ ਕਿ ਸਾਬਤ ਕਰੇ ਵੀ ਜਥੇਦਾਰ ਆਪਣਾ ਸ਼੍ਰੀਮਾਨ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਉਹਨਾਂ ਨੇ ਕਦੋਂ 50,000 ਰੁਪਇਆ ਲਿਆ, ਕਦੋਂ ਕਿਹਦਾ ਚੰਦੋਆ 50,000 ਲੱਗ ਕੇ ਲਿਆ। ਇਹ ਤਾਂ ਦਰਬਾਰ ਸਾਹਿਬ 'ਤੇ ਵੀ ਹਮਲਾ ਕਰ ਰਿਹਾ, ਇਹ ਬੰਦਾ ਅੱਜ ਸਾਡੇ 'ਤੇ ਕਰ ਰਿਹਾ, ਅਕਾਲ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬ 'ਤੇ ਕਰ ਰਿਹਾ, ਕੱਲ੍ਹ ਨੂੰ ਇਹ ਅਕਾਲ ਤਖਤ ਸਾਹਿਬ 'ਤੇ ਕਰੇਗਾ। ਇਹ ਕਿਸੇ ਨੀਚ ਗੰਦੀ ਏਜੰਸੀ ਦਾ ਬੰਦਾ ਹੈਗਾ ਜਿਹੜਾ ਸਿੱਖ ਕੌਮ ਨੂੰ, ਅੱਜ ਇਹਨੇ ਹੱਥ ਕਿਤੇ ਪਾਇਆ ਕੌਮ ਦੇ ਜਥੇਦਾਰ ਤਖਤ ਸਾਹਿਬ 'ਤੇ। ਕੱਲ੍ਹ ਇਹਨੇ ਸੇਮ ਇਲਜ਼ਾਮ ਸੰਤ ਮਾਨ ਸਿੰਘ ਭੇਵਾ ਵਾਲਿਆਂ 'ਤੇ ਲਾਏ ਸਨ, ਅੱਜ ਇਹ ਸੇਮ ਇਲਜ਼ਾਮ ਸਾਡੇ 'ਤੇ ਲਾ ਰਿਹਾ। ਉਹ ਦਿਨ ਦੂਰ ਨਹੀਂ ਹੈ ਜਿਸ ਦਿਨ ਇਹੀ ਇਲਜ਼ਾਮ ਇਹ ਬਾਕੀ ਜਥੇਦਾਰਾਂ 'ਤੇ ਲਾਏਗਾ, ਇਹ ਬਾਕੀ ਮਹਾਂਪੁਰਖਾਂ 'ਤੇ ਲਾਏਗਾ। ਅੱਜ ਕੌਮ ਨੂੰ ਲੋੜ ਹੈਗੀ ਹੈ, ਅੱਜ ਸਾਡੀ ਸ਼੍ਰੋਮਣੀ ਕਮੇਟੀ ਨੂੰ ਟੁਕੜੇ ਕਰਨ ਦਾ ਯਤਨ ਕੀਤਾ ਜਾ ਰਿਹਾ। ਸਾਡੀ ਕੌਮ ਦੀ ਇੱਕ ਬੈਕਬੋਨ ਸੰਸਥਾ ਹੈ, ਉਸ ਨੂੰ ਟੁਕੜੇ ਕਰਨ ਦਾ ਯਤਨ ਕੀਤਾ ਜਾ ਰਿਹਾ, ਉਸ ਨੂੰ ਇਲਜ਼ਾਮ ਲਾਉਣ ਦਾ ਯਤਨ ਕੀਤਾ ਜਾ ਰਿਹਾ। ਇਹ ਮੈਂ ਕੌਮ ਨੂੰ ਬੇਨਤੀ ਕਰਨਾ ਚਾਹੁੰਦਾ, ਕੌਮ ਦੇ ਬੁੱਧੀਜੀਵੀਆਂ ਨੂੰ ਗੁਜ਼ਾਰਿਸ਼ ਕਰਨਾ ਚਾਹੁੰਦਾ, ਤੁਸੀਂ ਕਿੱਥੇ ਹੋ? ਤੁਸੀਂ ਅੱਜ ਅਗਰ ਨਹੀਂ ਜਾਗਦੇ, ਕੱਲ੍ਹ ਨੂੰ ਤੁਹਾਡੀ ਵਾਰੀ ਹੈ। ਇਸ ਕਰਕੇ ਸਾਰੇ ਇਕੱਠੇ ਹੋਵੋ, ਸ੍ਰੀ ਅਕਾਲ ਤਖਤ ਸਾਹਿਬ ਅਰਦਾਸ ਕਰੋ ਔਰ ਇਸ ਸਮਰੇ ਵਰਗੇ ਬੰਦਿਆਂ ਨੂੰ ਪਕੜ ਕੇ ਇਹਨਾਂ ਨੂੰ ਪੰਥ ਦੀ ਕਚਹਿਰੀ 'ਚ ਖੜਾ ਕਰੋ। ਔਰ ਜਿਹੜੇ ਇਲਜ਼ਾਮ ਇਹਨਾਂ ਸਾਡੇ 'ਤੇ ਲਾਏ ਨੇ, ਅਗਰ ਇੱਕ ਵੀ ਸਾਬਤ ਹੋ ਜਾਏ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਪ੍ਰਾਂਗਣ 'ਚ ਮੈਨੂੰ ਗੋਲੀ ਮਾਰੋ, ਮੈਨੂੰ ਇਤਰਾਜ਼ ਨਹੀਂ ਹੋਏਗਾ। ਮੈਂ ਆਪਣੇ ਬੱਚਿਆਂ ਨੂੰ ਕਹਾਂਗਾ, ਜੇ ਮੇਰੇ ਇਹ 'ਤੇ ਇਲਜ਼ਾਮ ਸਾਬਤ ਹੋ ਜਾਣ ਤਾਂ ਮੇਰੇ ਬੱਚੇ ਮੇਰੀ ਲਾਸ਼ ਨਾ ਲੈਣ, ਸੰਸਕਾਰ ਨਾ ਕਰਨ, ਬਾਹਰ ਗੰਦੀ ਨਾਲੀ ਵਿੱਚ ਸੁੱਟ ਦਿਓ ਕਿ ਜਥੇਦਾਰ ਨੇ ਐਡੀ ਪਦਵੀ 'ਤੇ ਹੋ ਕੇ ਐਡਾ ਕੁਕਰਮ ਕੀਤਾ। ਪਰ ਮੈਂ ਕੌਮ ਨੂੰ ਬੇਨਤੀ ਕਰਦਾ, ਤੁਸੀਂ ਅੱਜ ਠੀਕ ਆ, ਅੱਜ ਤੁਸੀਂ ਸਮਝੋ ਕਿ ਇਹ ਮਸਲਾ ਰਣਜੀਤ ਸਿੰਘ ਦਾ ਹੈ। ਇਹ ਮਸਲਾ ਰਣਜੀਤ ਸਿੰਘ ਦਾ ਨਹੀਂ ਹੈ, ਇਹ ਮਸਲਾ ਕਿਸੇ ਗੰਦੀ ਏਜੰਸੀ ਦਾ ਹੈ, ਕਿਸੇ ਗੰਦੀ ਸੋਚ ਦਾ ਹੈ ਜਿਸ ਵਿੱਚੋਂ ਇਹ ਸਮਰਾ ਪੈਦਾ ਹੋਇਆ। ਅੱਜ ਜਥੇਦਾਰ ਸਾਹਿਬ, ਮਕਸਦ ਕੀ ਸਮਝਦੇ ਹੋ? ਇਹ ਜਿਹਾ ਘਿਨੌਣਾ ਕੰਮ ਤੁਸੀਂ ਕਹਿ ਰਹੇ, ਘਿਨੌਣਾ ਕੰਮ ਕੀਤਾ ਗਿਆ, ਕਿਉਂ ਕੀਤਾ ਗਿਆ ਡਾਕਟਰ ਸਮਰੇ ਦੇ ਵੱਲੋਂ? ਕੀ ਕਾਰਨ ਕੀ ਨੇ, ਮਕਸਦ ਕੀ ਨੇ ਇਹਦੇ ਪਿੱਛੇ? ਜਿੰਨਾ ਮੈਨੂੰ ਪਤਾ ਹੈ, ਮੈਨੂੰ ਤਾਂ ਇਹੀ ਪਤਾ ਹੈ ਵੀ ਇਹਨੇ ਆਪਣਾ ਪਾਪ ਛੁਪਾਉਣ ਲਈ ਸਾਡੇ 'ਤੇ ਪਾਇਆ ਵੀ ਇਹਨਾਂ ਨੂੰ ਬਦਨਾਮ ਕਰੋ। ਪਹਿਲਾਂ ਇਹਨਾਂ ਦਾ ਫੋਨ ਆਇਆ ਜਿਸ ਤੇ ਇਹਨਾਂ ਧਮਕੀਆਂ ਦਿੱਤੀਆਂ, ਜਿਹਦੇ ਵਿੱਚ ਇਹਨਾਂ ਨੇ ਕਿਹਾ ਕਿ ਗਿਆਨੀ ਬਲਦੇਵ ਸਿੰਘ ਜਿਹੜੇ ਉੱਥੇ ਗ੍ਰੰਥੀ ਨੇ ਸਾਡੇ ਨਾਲ, ਗਿਆਨੀ ਸੁਖਦੇਵ ਸਿੰਘ ਜਿਹੜੇ ਸੇਵਾਦਾਰ ਗ੍ਰੰਥੀ ਨੇ ਉੱਥੇ ਸਾਡੇ ਨਾਲ, ਜਿਹੜੇ ਗਿਆਨੀ ਗੁਰਦਿਆਲ ਸਿੰਘ ਜਿਹੜੇ ਮੀਤ ਗ੍ਰੰਥੀ ਨੇ ਸਾਡੇ ਨਾਲ, ਉਹਨਾਂ ਦਾ ਨਾਮ ਲੈ ਕੇ ਨਾ ਕਿਹਾ ਕਿ ਉਹਨਾਂ ਨੂੰ ਜਾ ਕੇ ਝਟਕਾ ਦਿਓ। ਮਤਲਬ ਮਾਰਨਾ ਚਾਹੁੰਦਾ ਹੈ, ਖਤਮ ਕਰਨਾ ਚਾਹੁੰਦਾ ਹੈ।
ਉਹ ਮੇਰੇ ਕੋਲ ਰਿਕਾਰਡਿੰਗ ਹੈਗੀ, ਮੈਂ ਤੁਹਾਨੂੰ ਸੁਣਾ ਵੀ ਸਕਦਾ, ਤੁਸੀਂ ਵੀ ਸੁਣਾ ਸਕਦੇ। ਕੀ ਕਾਰਨ ਸੀ, ਕਿਉਂ ਕਿਹਾ ਝਟਕਾਉਣ ਨੂੰ ਮਰਨ ਵਾਸਤੇ ਕਿਉਂ ਕਹਿ ਦਿੱਤਾ ਗਿਆ? ਜਿਹੜਾ ਇਹਨੇ ਫੇਕ ਚੈੱਕ ਦਿੱਤਾ 10 ਕਰੋੜ ਦਾ, ਜਿਹੜਾ ਆ ਪਿਆ 10 ਕਰੋੜ ਦਾ ਇਹਨੇ ਚੈੱਕ ਦਿੱਤਾ ਤੇ ਸਾਨੂੰ ਕਿਹਾ ਵੀ ਮੈਂ ਤਖਤ ਸਾਹਿਬ ਲੈ ਕੇ ਗਿਆ ਸੀ ਤੇ ਤੁਹਾਡੇ ਗ੍ਰੰਥੀਆਂ ਨੇ ਉਹ ਚੈੱਕ ਲਿਆ ਨਹੀਂ। ਤੇ ਮੈਂ ਇਹਨਾਂ ਨੂੰ ਬੇਨਤੀ ਕੀਤੀ, ਮੈਂ ਕਿਹਾ 10 ਕਰੋੜ ਰੁਪਇਆ ਤਖਤ ਸਾਹਿਬ ਆ ਰਿਹਾ ਹੈ ਤੇ ਬਹੁਤ ਵੱਡੀ ਗੱਲ ਹੈ। ਮੈਂ ਉਹਨਾਂ ਗ੍ਰੰਥੀ ਸਿੰਘਾਂ ਨੂੰ ਪੁੱਛਿਆ, ਕਹਿੰਦੇ ਜੀ ਅਸੀਂ ਤਾਂ, ਸਾਡੇ ਕੋਲ ਤਾਂ ਆਇਆ ਨਹੀਂ, ਸਾਨੂੰ ਤੁਹਾਨੂੰ ਦਿਖਾਇਆ ਨਹੀਂ, ਸਾਨੂੰ ਤਾਂ ਦਿੱਤਾ ਨਹੀਂ, ਅਸੀਂ ਕਿਉਂ ਮਨਾ ਕਰਨਾ ਸੀ? ਤੁਸੀਂ ਦੱਸੋ ਵੀ ਜਿਹੜੀ ਤੁਹਾਡੀ ਫਰਮ ਹੈਗੀ ਹੈ ਉਹਦੇ ਲਈ ਤੁਹਾਨੂੰ ਕੋਈ 10 ਕਰੋੜ ਚੈੱਕ ਉਹਦੇ ਨਾਮ ਤੇ ਲਿਖ ਕੇ, ਇਹ ਕਿਸੇ ਬੰਦੇ ਦੇ ਨਾਂ ਤੇ ਨਹੀਂ ਹੈ, ਇਹ ਤਖਤ ਪ੍ਰਬੰਧਕ ਕਮੇਟੀ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਨਾਮ ਤੇ 10 ਕਰੋੜ ਦਾ ਚੈੱਕ ਇਹਨਾਂ ਨੇ ਜਿਹੜਾ ਹੈਗਾ ਡਰਾ ਕੀਤਾ। ਹੁਣ ਤੁਸੀਂ ਆਪਣੀ ਫਰਮ ਨੂੰ ਨਾ ਕਰ ਦਿਓਗੇ ਵੀ ਮੈਨੂੰ ਕੋਈ ਦੇ ਰਿਹਾ ਤੇ ਮੈਂ ਨਾ ਲੈ ਜਾਵਾਂ, ਤੁਸੀਂ ਚਾਅ ਨਾਲ ਲੈ ਜਾਓਗੇ, ਤੁਸੀਂ ਖੁਸ਼ੀ ਨਾਲ ਲੈ ਜਾਓ। ਉੱਥੇ ਵੀ ਇਹਨਾਂ ਦਾ ਮਕਸਦ ਸੀ ਲੜਾਈ ਕਰਾਉਣ ਦਾ, ਵੀ ਇਹ ਗ੍ਰੰਥੀ ਤੇ ਜਥੇਦਾਰ ਆਪਸ ਵਿੱਚ ਲੜਨ। ਫਿਰ ਇੱਕ ਵੀਡੀਓ 'ਚ ਇਹ ਬੋਲਿਆ ਕਿ 12 ਅਪ੍ਰੈਲ ਨੂੰ ਗੁਰਦਿਆਲ ਸਿੰਘ, ਬਲਦੇਵ ਸਿੰਘ, ਸੁਖਦੇਵ ਸਿੰਘ ਦਾ ਨਾਂ ਲਿਆ, ਕਹਿੰਦਾ ਇਹਨਾਂ ਦੀ ਪੂਰੀ ਪਲੈਨਿੰਗ ਸੀ ਜਥੇਦਾਰ ਦੀ ਪੱਗ ਲਾਉਣ ਦੀ। ਉਹਦਾ ਮਤਲਬ ਤੂੰ ਪਹਿਲਾਂ ਪਲੈਨਿੰਗ ਕਰ ਚੁੱਕਾ, ਹੁਣ ਝੂਠ ਬੋਲਦਾ ਕਿ ਸੱਚ ਬੋਲਦਾ, ਤੇ ਇਹਨੂੰ ਪਤਾ ਸੱਚ ਤਾਂ ਇਹ ਬੋਲ ਨਹੀਂ ਸਕਦਾ, ਸੱਚ ਤਾਂ ਇਹਦੇ ਕੋਲ ਹੈ ਹੀ ਨਹੀਂ, ਸੱਚ ਵਾਲੇ ਦਿਨ ਤਾਂ ਇਹ ਜੰਮਿਆ ਹੀ ਨਹੀਂ। ਜਿਸ ਤਰ੍ਹਾਂ ਚੈੱਕ ਦੀ ਗੱਲ ਕਰ ਰਹੇ ਤੁਸੀਂ 10 ਕਰੋੜ ਦੇ ਚੈੱਕ ਫਿਰ ਪਾਸ ਹੋ ਗਈ 10 ਕਰੋੜ ਦਾ ਚੈੱਕ ਦੇ ਇਹਦੇ ਖਾਤੇ 'ਚ ਪੈਸਾ ਹੁੰਦਾ ਤਾਂ ਹੁੰਦਾ, ਜਿੱਦਣ ਇਹਨੇ ਚੈੱਕ ਕੱਟਿਆ ਇਹਦੀ ਟ੍ਰਾਂਜੈਕਸ਼ਨ ਹੈ, ਉਦੋਂ 2 ਲੱਖ ਰੁਪਏ ਇਹਦੇ ਚੈੱਕ ਇਹਦੇ ਖਾਤੇ 'ਚ ਹੈਗਾ ਤੇ 10 ਕਰੋੜ ਦਾ ਇਹ ਚੈੱਕ ਕੱਟ ਰਿਹਾ। ਇਹਨੂੰ ਇਹ ਨਹੀਂ ਪਤਾ ਵੀ ਇਹ ਗੈਰ ਕਾਨੂੰਨੀ ਹੈ? ਕਿਉਂ ਤੂੰ ਚੈੱਕ ਕੱਟ, ਜਦ ਤੇਰੇ ਕੋਲ ਪੈਸੇ ਹੀ ਨਹੀਂ ਹੈ, 2 ਲੱਖ ਰੁਪਏ ਤੇਰੇ ਖਾਤੇ 'ਚ ਹੈ ਤੇ ਤੂੰ ਤੇਰੇ 1 ਮਹੀਨਾ ਪਹਿਲੋਂ 1 ਮਹੀਨਾ ਬਾਅਦ ਵਿੱਚ ਵੀ ਇਹਦੇ ਖਾਤੇ 'ਚ ਕੋਈ 1 ਕਰੋੜ 50 ਲੱਖ 20 ਲੱਖ 15 ਲੱਖ ਵੀ ਨਹੀਂ ਤੇ 10 ਕਰੋੜ ਦਾ ਚੈੱਕ ਕੱਟ ਰਿਹਾ। ਤਾਂ ਇਹ ਵੀ ਸਾਨੂੰ ਲੜਾਉਣ ਵਾਸਤੇ ਸੀ ਵੀ ਆਪਸ ਵਿੱਚ ਲੜ ਜਾਣ। ਇੱਕ ਸਾਜ਼ਿਸ਼ ਤਹਿਤ ਪਟਨਾ ਸਾਹਿਬ ਇੱਕ ਐਸਾ ਕੁਝ ਬਹੁਤ ਥੋੜ੍ਹੇ ਜਿਹੇ ਬੰਦਿਆਂ ਦਾ ਗਰੁੱਪ ਹੈਗਾ ਜਿਹੜਾ ਸਾਡੇ ਉੱਥੇ ਨਿਯੁਕਤੀ 'ਤੇ ਅਨਹੈਪੀ ਹੈ, ਜਿਹੜਾ ਖੁਸ਼ ਨਹੀਂ ਹੈ, ਜਿਹੜਾ ਆਏ ਦਿਨ ਕੋਈ ਨਾ ਕੋਈ ਇਲਜ਼ਾਮ ਝੂਠਾ ਘੜ ਕੇ ਲਾਉਂਦਾ ਰਹਿੰਦਾ, ਵਾਇਰਲ ਕਰਦਾ। ਅਸੀਂ ਇਗਨੋਰ ਕਰਦੇ ਰਹੇ ਹਾਂ ਵੀ ਕੋਈ ਗੱਲ ਨਹੀਂ, ਚਲੋ ਕੋਈ ਗੱਲ ਨਹੀਂ, ਇਹਨਾਂ ਨੂੰ ਅੱਜ ਅਕਲ ਆ ਜਾਏਗੀ, ਕੱਲ੍ਹ ਅਕਲ ਆ ਜਾਏਗੀ, ਇਹ ਠੀਕ ਹੋ ਜਾਣਗੇ। ਅਸੀਂ ਨਹੀਂ ਸਮਝਿਆ ਵੀ ਉਹਨਾਂ ਲੋਕਾਂ ਦੀ ਸਾਨੂੰ ਗੱਲ ਦਾ ਜਵਾਬ ਦੇਣ ਦੀ ਲੋੜ ਹੈ, ਔਰ ਉਹਨਾਂ ਨਾਲ ਇਹਨੇ ਰਲ ਕੇ ਇੱਕ ਸਾਜ਼ਿਸ਼ ਕੀਤੀ ਹੈ। ਪੰਜ ਪਿਆਰੇ ਨੇ ਇਨਫਲੂਐਂਸ 'ਚ ਲਿਆ, ਪਤਾ ਨਹੀਂ ਇਹਨੇ ਉਹਨਾਂ ਨੂੰ ਕੀ ਦਿੱਤਾ ਹੈ ਜਾਂ ਕੀ ਗੱਲਬਾਤ ਕੀਤੀ ਹੈ ਜਾਂ ਕਿਸ ਤਰ੍ਹਾਂ ਹੋਇਆ, ਕਿਉਂਕਿ ਉਸ ਤੋਂ ਸਾਬਤ ਹੁੰਦਾ ਜਦ ਆਹ ਲੈਟਰ ਹੈਗਾ ਅਸੀਂ ਪੰਜ ਪਿਆਰਿਆਂ ਨੂੰ ਦਿੱਤਾ, ਜਦ ਇਹ ਗਿਆ, ਇਹ ਤਾਂ ਗਿਆ ਨਹੀਂ ਆਪ। ਤੁਹਾਨੂੰ ਪੰਜ ਪਿਆਰਿਆਂ ਵੱਲੋਂ ਤਲਬ ਵੀ ਕੀਤਾ ਗਿਆ ਸੀਗਾ, ਤੁਸੀਂ ਗਏ ਸੀਗੇ ਉੱਥੇ? ਦੇਖੋ, ਪੰਜ ਪਿਆਰਿਆਂ ਵੱਲੋਂ ਤਲਬ ਜਿਹੜਾ ਕੀਤਾ ਗਿਆ, ਅਸੀਂ ਪੰਜ ਪਿਆਰਿਆਂ ਦਾ ਮਾਣ ਰੱਖਣ ਲਈ, ਪੰਜ ਪਿਆਰੇ ਸਾਡੇ ਵਾਸਤੇ ਗੁਰੂ ਦਾ ਰੂਪ ਨੇ, ਸਾਰੇ ਸਿੱਖਾਂ ਵਾਸਤੇ ਗੁਰੂ ਦਾ ਰੂਪ ਨੇ। ਪੰਜ ਪਿਆਰਿਆਂ ਨੂੰ ਲੀਗਲੀ ਧਾਰਮਿਕ ਪੰਥ ਦੀ ਮਰਿਆਦਾ, ਪਟਨਾ ਸਾਹਿਬ ਦੀ ਜਿਹੜੀ ਮਰਿਆਦਾ ਹੈਗੀ ਹੈ ਉਹਦੇ ਮੁਤਾਬਕ ਆਹ ਹੁਕਮਨਾਮਾ, ਇਹ ਸਾਨੂੰ ਬਾਅਦ ਵਿੱਚ ਕਿਸੇ ਤੁਹਾਡੇ ਵਰਗੇ ਪੱਤਰਕਾਰ ਵੀਰ ਨੇ ਦਿੱਤਾ ਵੀ ਦੇਖੋ ਇਹ ਤੁਹਾਨੂੰ ਤਲਬ ਨਹੀਂ ਕਰ ਸਕਦੇ, ਇਹਨਾਂ ਨੂੰ ਰਾਈਟ ਨਹੀਂ ਹੈਗਾ, ਕਿਉਂਕਿ 22 ਅਕਤੂਬਰ 2015 ਨੂੰ ਜਿਹਦਾ ਹੁਕਮਨਾਮੇ ਦਾ ਨੰਬਰ ਹੈਗਾ TPS/H ਆਵਰ ਵਾਲਾ /13, TPS ਦਾ ਮਤਲਬ ਹੈਗਾ ਤਖਤ ਪਟਨਾ ਸਾਹਿਬ, H ਦਾ ਮਤਲਬ ਹੁਕਮਨਾਮਾ, 13 ਦਾ ਮਤਲਬ ਨੰਬਰ ਹੈਗਾ, 13 ਨੰਬਰ ਹੈ, ਔਰ ਡੇਟ ਜਿਹੜੀ ਹੈਗੀ ਹੈ 22/10/2015 ਹੈਗੀ, ਜਿਹਦੇ ਵਿੱਚ ਜਦ ਰਾਮ ਰਹੀਮ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹਨੂੰ ਮਾਫੀ ਦਿੱਤੀ, ਮਾਫੀਨਾਮਾ ਉਹਦਾ ਕਬੂਲ ਹੋਇਆ, ਉਹਦੇ ਮਾਮਲੇ ਵਿੱਚ 21 ਅਕਤੂਬਰ ਨੂੰ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਜਥੇਦਾਰ ਸਾਹਿਬਾਨ ਨੂੰ ਜਿਹੜਾ ਸੀ ਸਪਸ਼ਟੀਕਰਨ ਪੁੱਛਿਆ ਗਿਆ ਕਿ ਤੁਸੀਂ ਕਿਉਂ ਇਹ ਕੀਤਾ, ਪੰਥ ਨਾਲ ਰਾਏ ਕੀਤੀ, ਕੀ ਕੀਤਾ। ਅਗਲੇ ਹੀ ਦਿਨ ਉਹਦੇ ਵਿੱਚ ਗਿਆਨੀ ਇਕਬਾਲ ਸਿੰਘ ਵੀ ਸ਼ਾਮਲ ਨੇ, ਰਾਮ ਰਹੀਮ ਦੀ ਮਦਦ ਕਰਨ ਵਾਸਤੇ, ਰਾਮ ਰਹੀਮ ਨੂੰ ਮਾਫੀ ਦੇਣੀ ਜਿਹੜੀ ਹੈ ਉਹਨੂੰ ਸਹੀ ਕਰਾਰ ਦੇਣ ਵਾਸਤੇ। ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਸੱਚਖੰਡ ਵਾਸੀ ਗਿਆਨੀ ਰਾਜਿੰਦਰ ਸਿੰਘ ਜੀ ਸਨਮਾਨਯੋਗ ਹੈੱਡ ਗ੍ਰੰਥੀ ਸਾਹਿਬ, ਔਰ ਜਿਹੜੇ ਤਿੰਨ ਪਿਆਰੇ ਅੱਜ ਨੇ ਤਖਤ ਪਟਨਾ ਸਾਹਿਬ ਜਿਨ੍ਹਾਂ ਨੇ ਸਾਨੂੰ ਆਹ ਤਲਬ ਕੀਤਾ, ਉਹਦੇ ਵਿੱਚ ਬਲਦੇਵ ਸਿੰਘ, ਦਲੀਪ ਸਿੰਘ ਤੇ ਗੁਰਦਿਆਲ ਸਿੰਘ, ਤਿੰਨ ਮੈਂਬਰ ਇਹ ਹੈਗੇ ਨੇ ਮੌਜੂਦਾ। ਜਿਹੜਾ ਹੁਕਮਨਾਮਾ ਇਹਨਾਂ ਜਾਰੀ ਕੀਤਾ ਉਹ 'ਚ 4 ਗੱਲਾਂ ਧਿਆਨ ਨਾਲ ਸੁਣਨ ਵਾਲੀਆਂ ਨੇ। ਪਹਿਲਾਂ ਇਹਨਾਂ ਨੇ ਕਿਹਾ ਵੀ ਪੰਜਾਂ ਪਿਆਰਿਆਂ ਵੱਲੋਂ ਪੰਜਾਂ ਤਖਤ ਸਾਹਿਬਾਨ ਦੇ, ਇੱਕ ਤਖਤ ਦਾ ਵੀ ਨਹੀਂ, 5 ਤਖਤ ਸਾਹਿਬਾਨ ਦੇ ਸਤਿਕਾਰਯੋਗ ਜਥੇਦਾਰ ਨੂੰ ਤਲਬ ਕਰਕੇ ਘਿਨਾਉਣੀ ਕਾਰਵਾਈ ਕੀਤੀ ਹੈ। ਇੱਕ ਨੰਬਰ ਦੇ ਇਹਨਾਂ ਕਿਹਾ ਘਿਨਾਉਣੀ ਕਾਰਵਾਈ ਕੀਤੀ ਹੈ। ਦੂਜਾ ਇਹਨਾਂ ਕਿਹਾ ਇਹ ਆਪੋ ਧਾਪੀ ਵਾਲਾ ਫੈਸਲਾ ਹੈ। ਤੀਜਾ ਇਹਨਾਂ ਨੇ ਕਿਹਾ ਇਸ ਨਾਲ ਪੰਥ ਵਿੱਚ ਨਵਾਂ ਬਖੇੜਾ ਪੈਦਾ ਹੋਵੇਗਾ। ਚੌਥਾ ਇਹਨਾਂ ਨੇ ਕਿਹਾ ਅਸੀਂ ਇਹਦੀ ਪੁਰਜ਼ੋਰ ਨਿੰਦਾ ਕਰਦੇ ਹਾਂ। ਅਤੇ ਪੰਜਵਾਂ ਇਹਨਾਂ ਕਿਹਾ ਮੁੱਢੋਂ ਰੱਦ ਕੀਤਾ ਜਾਂਦਾ ਹੈ। ਅਤੇ ਜੇ ਤਖਤ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਇਹ ਹੁਕਮਨਾਮਾ ਹੈ
ਕਿ ਜਥੇਦਾਰ ਨੂੰ ਪੰਜ ਪਿਆਰੇ ਤਲਬ ਨਹੀਂ ਕਰ ਸਕਦੇ ਤੇ ਵਾਈ ਦੇ ਕਾਲਡ ਮੀ। ਇਹਨਾਂ ਨੂੰ ਕਿਵੇਂ ਆਪਣੇ ਹੁਕਮਨਾਮੇ ਦੀ ਸਾਡੇ ਪੰਜ ਪਿਆਰੇ ਸਾਹਿਬਾਨ ਸਤਿਕਾਰਯੋਗ ਪੰਜ ਪਿਆਰਿਆਂ ਨੇ ਆਪ ਹੀ ਧੱਜੀਆਂ ਉਡਾਈਆਂ ਨੇ। ਜਦ ਸਾਨੂੰ ਪਤਾ ਲੱਗਿਆ ਤਾਂ ਅਸੀਂ ਕਿਹਾ ਵੀ ਅਸੀਂ ਨਹੀਂ ਇਹਨਾਂ ਦੀ ਗੱਲ ਮੰਨਦੇ, ਅਸੀਂ ਇਹਨਾਂ ਦੀ ਗੱਲ ਕਿਉਂ ਮੰਨੀਏ। ਜੇ ਇਹਨਾਂ ਨੇ ਫੈਸਲਾ ਹੀ ਨਹੀਂ ਕੀਤਾ, ਉਸ ਵੇਲੇ ਵੀ ਇਹੀ ਗੱਲ ਹੋਈ ਸੀ ਜਦੋਂ ਪੰਥ ਨੇ ਵਿਰੋਧ ਕੀਤਾ ਸੀ ਬਈ ਰਾਮ ਰਹੀਮ ਤਖਤ ਸਾਹਿਬ ਆਇਆ ਹੀ ਨਹੀਂ ਤੇ ਉਹਨੂੰ ਮਾਫੀ ਕਿਉਂ ਦਿੱਤੀ ਜਾਏ, ਇਹੀ ਗੱਲ ਹੋਈ ਸੀ। ਤੇ ਜੇ ਹੁਣ ਸਮਰਾ ਤਖਤ ਸਾਹਿਬ ਆਇਆ ਹੀ ਨਹੀਂ ਤੇ ਉਹਨੂੰ ਕਿਵੇਂ ਪੰਜ ਪਿਆਰੇ ਸਾਹਿਬਾਨ ਨੇ ਮਾਫ ਕਰ ਦਿੱਤਾ? ਕੋਈ ਪੁੱਛਣ ਵਾਲਾ ਨਹੀਂ, ਕੋਈ ਦੱਸਣ ਵਾਲਾ ਨਹੀਂ। ਪੰਜ ਪਿਆਰਿਆਂ ਦਾ ਤਾਂ ਐਡਾ ਸਨਮਾਨ ਹੈ ਕਿ ਪੰਜ ਪਿਆਰੇ ਜੇ ਨਗਰ ਕੀਰਤਨ ਵਿੱਚ ਪੰਜ ਬੱਚਿਆਂ ਨੂੰ ਵੀ ਅਗਰ ਚੋਲੇ ਪਵਾਏ ਹੋਏ ਨੇ, ਸ੍ਰੀ ਸਾਹਿਬ ਉਹਨਾਂ ਨੇ ਪਾਈਆਂ ਹੋਈਆਂ ਨੇ, ਤਾਂ ਉਹਨਾਂ ਨੂੰ ਅਸੀਂ ਨਮਸਕਾਰ ਕਰਦੇ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅੱਗੇ ਉਹ ਚੱਲਦੇ ਨੇ। ਗੁਰੂ ਵਰਗਾ ਉਹਨਾਂ ਦਾ ਸਤਿਕਾਰ ਹੈ। ਪਰ ਪੰਜ ਪਿਆਰੇ ਖੁਦ ਹੀ ਤਖਤਾਂ ਦੇ ਹੁਕਮਨਾਮਿਆਂ ਦੀ ਉਲੰਘਣਾ ਕਰਨ ਤੇ ਉਹਨਾਂ ਹੁਕਮਨਾਮਿਆਂ ਦੀ ਜਿਨ੍ਹਾਂ ਵਿੱਚ ਉਹ ਖੁਦ ਵੀ ਸ਼ਾਮਲ ਹੋਏ ਹੋਣ, ਕਿ ਇਹ ਸਿੱਧੀ ਤਰ੍ਹਾਂ ਇਹਨਾਂ ਨੇ ਉਸ ਵੇਲੇ ਰਾਮ ਰਹੀਮ ਦੀ ਮਦਦ ਨਹੀਂ ਕੀਤੀ ਇਹ ਗੱਲ ਕਰਕੇ? ਜੇ ਉਸ ਵੇਲੇ ਇਹ ਰਾਮ ਰਹੀਮ ਦੀ ਮਦਦ ਕਰ ਰਹੇ ਨੇ, ਇਸ ਵੇਲੇ ਇਹ ਸਮਰੇ ਦੀ ਮਦਦ ਕਰ ਰਹੇ ਨੇ, ਤਾਂ ਇਹ ਰਾਮ ਰਹੀਮ ਦੀ ਮਦਦ ਕਰਨ ਬਰਾਬਰ ਹੀ ਹੋਇਆ? ਇਹ ਘੱਟ ਕਿਵੇਂ ਹੋਇਆ? ਇਸ ਕਰਕੇ ਅਸੀਂ ਨਾ ਕੀਤੀ ਵੀ ਅਸੀਂ ਇਹਨਾਂ ਨੂੰ ਜਿਹੜਾ ਹੈਗਾ ਇਹਨਾਂ ਦੇ ਬਚਨ ਨੂੰ ਨਹੀਂ ਮੰਨਦੇ। ਪਰ ਤੁਸੀਂ ਕਹਿ ਰਹੇ ਪੰਜ ਪਿਆਰੇ ਤਲਬ ਨਹੀਂ ਕਰ ਸਕਦੇ ਜਥੇਦਾਰ ਨੂੰ, ਕਿ ਜਥੇਦਾਰ ਨੂੰ ਕੋਈ ਸਵਾਲ ਨਹੀਂ ਪੁੱਛ ਸਕਦਾ? ਕੋਈ ਸਵਾਲ ਤੁਸੀਂ ਪੁੱਛ ਨਹੀਂ ਰਹੇ ਮੈਨੂੰ। ਮੈਂ ਕਦੋਂ ਕਿਹਾ ਸਵਾਲ ਨਾ ਪੁੱਛੋ? ਸਵਾਲਾਂ ਦੇ ਹੀ ਤਾਂ ਮੈਂ ਜਵਾਬ ਦੇ ਰਿਹਾ, ਹੋਰ ਮੈਂ ਕੀ ਕਰ ਰਿਹਾ? ਪਰ ਆਪਣੇ ਮੈਂ ਕਹਿੰਦਾ ਇਹਨਾਂ ਨੇ ਤਲਬ ਕੀਤਾ, ਠੀਕ ਹੈ, ਅਸੀਂ ਗਏ, ਅਸੀਂ ਸਨਮਾਨ ਕੀਤਾ, ਉਹ ਵੀ ਠੀਕ ਹੈ। ਔਰ ਆਹ ਜਿਹੜਾ ਹੁਕਮਨਾਮਾ ਉਹਦੇ ਮੁਤਾਬਕ ਤਾਂ ਇਹ ਗਲਤ ਨੇ, ਉਹਦੇ ਮੁਤਾਬਕ ਤਾਂ ਇਹ ਠੀਕ ਨਹੀਂ ਹੈਗੇ। ਤੇ ਜੇ ਤਖਤ ਸਾਹਿਬ ਦੇ ਹੁਕਮਨਾਮਿਆਂ ਨੂੰ ਹੁਕਮਨਾਮਾ ਲਿਖਣ ਵਾਲੇ ਹੀ ਨਹੀਂ ਮੰਨਣਗੇ, ਫਿਰ ਹੋਰ ਕੌਣ ਮੰਨੇਗਾ? ਤੁਸੀਂ ਜਦੋਂ ਜਾਂਦੇ ਹੋ ਪੰਜ ਪਿਆਰੇ ਸਾਹਿਬਾਨਾਂ ਦੇ ਕੋਲ, ਤੁਹਾਡੀ ਕੋਈ ਗੱਲ ਸੁਣੀ ਜਾਂਦੀ ਉਹਨਾਂ ਦੇ ਵੱਲੋਂ? ਤੁਹਾਡੀ ਕੀ ਗੱਲਬਾਤ ਹੁੰਦੀ ਉਹਨਾਂ ਨਾਲ? ਇਹੀ ਤਾਂ ਗੱਲ ਹੈ। ਅਸੀਂ ਤਾਂ ਗਏ ਸੀ ਇਹਨਾਂ ਦੇ ਕੋਲ, ਪੰਜ ਪਿਆਰਿਆਂ ਕੋਲ, ਇਹਨਾਂ ਕੋਲੋਂ ਟਾਈਮ ਮੰਗਿਆ ਸੀ ਬਈ ਸਾਨੂੰ ਜਿਹੜਾ ਹੈਗਾ ਤੁਸੀਂ ਟਾਈਮ ਦਿਓ। ਇਹ ਜਿਹੜਾ ਡਾਕਟਰ ਸਮਰਾ ਹੈ ਇਹ ਸ਼ਾਤਰ ਦਿਮਾਗ ਹੈ, ਇੰਨਾ ਸ਼ਾਤਰ ਦਿਮਾਗ ਹੈ। ਮੈਂ ਅਰਦਾਸ ਕਰਦਾ ਵੀ ਗੁਰੂ ਇਸ ਬੰਦੇ ਨੂੰ ਕਿਸੇ ਦੇ ਮੱਥੇ ਨਾ ਲਾਵੇ। ਤੁਹਾਨੂੰ ਇਹ ਬੇਨਤੀ ਕਰਦਾ ਜ਼ਿੰਦਗੀ ਜਿਹਦੇ ਮੱਥੇ ਨਾ ਲੱਗਿਓ, ਕਿਉਂਕਿ ਇਹ ਬੰਦਾ ਜਿਵੇਂ ਸਾਡੇ ਤੇ ਚਿੱਕੜ ਹੈਗਾ, ਨੀਵਾਂ ਮਲੀਨ ਗੰਦੀ ਨਾਲੀ ਦਾ ਚਿੱਕੜ ਹੈ। ਇਹ ਬੰਦਾ ਜਿਹੜਾ ਇਹਦੇ ਕੋਲ ਜਾਏਗਾ ਜਾਂ ਮਿਲੇਗਾ, ਉਹ ਚਿੱਕੜ ਉਹਦੇ ਉੱਤੇ ਜ਼ਰੂਰ ਪਵੇਗਾ। ਇਸ ਕਰਕੇ ਤੁਸੀਂ ਵੀ ਬਚ ਕੇ ਰਹੋ, ਹੋਰ ਵੀ ਬਚ ਕੇ ਰਹਿਣ। ਪੰਜ ਪਿਆਰੇ ਸਾਹਿਬਾਨ ਜਿਹੜੇ ਨੇ ਉਹਨਾਂ ਨੂੰ ਇਹ ਪਤਾ ਨਹੀਂ ਕੀ ਮਸਲਾ ਬਣਿਆ, ਕਿਸ ਕਾਰਨ ਕਰਕੇ ਅਸੀਂ ਉਹਨਾਂ ਨੂੰ ਲੈਟਰ ਦਿੱਤਾ ਸੀ, ਅਸੀਂ ਬੇਨਤੀ ਮੰਗ ਪੱਤਰ ਦਿੱਤਾ ਸੀ ਵੀ ਸਾਨੂੰ ਟਾਈਮ ਦੇਵੋ ਜਿਹੜੇ ਤੁਹਾਨੂੰ ਸਬੂਤ ਦਿੰਦਾ ਹੈ। ਇਹਦੇ ਕਾਗਜ਼ੀ ਸਬੂਤਾਂ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਕਿਉਂ ਨਹੀਂ ਕੀਤਾ ਜਾ ਸਕਦਾ? ਕਿਉਂਕਿ ਪਹਿਲਾਂ ਵੀ ਇਹਨਾਂ ਨੇ ਜਲੰਧਰ ਦੇ ਇੱਕ ਵੱਡੇ ਪੁਲਿਸ ਅਫਸਰ ਤੇ, ਹਾਈ ਰੈਂਕ ਪੁਲਿਸ ਅਫਸਰ ਤੇ ਇਹਨਾਂ ਨੇ ਉਹਨਾਂ ਦੀਆਂ ਫੋਟੋ ਕ੍ਰੌਪ ਕਰਕੇ, ਉਹਨਾਂ ਦੇ ਜਿਹੜੇ ਸਿਰ ਸਨ ਉਹ ਕਿਸੇ ਹੋਰ ਗੰਦੀ ਫੋਟੋ ਤੇ ਲਾ ਕੇ, ਉਹਨਾਂ ਨੂੰ ਆਈਡੀਆਂ ਉਹਨਾਂ ਦੀਆਂ ਡਾਕਟਰ ਕਰਕੇ ਉਹਨਾਂ ਨੂੰ ਇਹਨਾਂ ਨੇ ਹਰਾਸ ਤੇ ਪਰੇਸ਼ਾਨ ਕੀਤਾ ਸੀ। ਅੱਜ ਉਹ ਗੁਰੂ ਦੀ ਕਿਰਪਾ ਨਾਲ ਪੰਜਾਬ ਦੀ ਇੱਕ ਬਹੁਤ ਵੱਡੀ ਪੋਸਟ ਤੇ ਨੇ। ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਇਹ ਸਭ ਲੋਕਾਂ ਨੂੰ ਪਤਾ ਹੈਗਾ, ਜਲੰਧਰ ਸਾਰਾ ਜਾਣਦਾ, ਕਰਤਾਰਪੁਰ ਸਾਰਾ ਜਾਣਦਾ ਕਿ ਉਸ ਬੰਦੇ ਦੇ ਫਿਰ ਉਹ ਜਿਹੜੇ ਕਾਗਜ਼ ਸਨ ਫੇਕ ਨਿਕਲੇ ਗੁਰਵਿੰਦਰ ਸਿੰਘ ਸਮਰੇ ਦੇ, ਉਹਦੇ 'ਚ ਇਹਨਾਂ ਨੂੰ ਸਜ਼ਾ ਹੋਈ। ਮੈਂ ਨਾਲ ਜ਼ਿਕਰ ਕੀਤਾ ਹੈ ਬਈ ਇਹ ਸਜ਼ਾ ਯਾਫਤਾ ਬੰਦਾ ਹੈ, ਨਕਲੀ ਕਾਗਜ਼ ਬਣਾਉਣ ਵਿੱਚ ਮਾਹਿਰ ਹੈ। ਇਸ ਨੇ ਵਰਿੰਦਰ ਧੀਮਾਨ ਨਾਮ ਦੇ ਸੱਜਣ ਕਰਤਾਰਪੁਰ ਨੇ, ਉਹਨਾਂ ਦੀ 15 ਕਨਾਲਾਂ 19 ਮਰਲੇ 2 ਏਕੜ ਜ਼ਮੀਨ ਬਣਦੀ ਹੈ, ਇੱਕ ਮਰਲਾ ਘੱਟ, ਇੱਕ ਮਰਲਾ ਘੱਟ 2 ਏਕੜ ਜ਼ਮੀਨ ਇਹਨਾਂ ਨੇ ਝੂਠੇ ਕਾਗਜ਼ ਤਿਆਰ ਕਰਕੇ, ਫਰਜ਼ੀ ਇਹਨਾਂ ਨੇ ਇਕਰਾਰਨਾਮੇ ਤਿਆਰ ਕਰਕੇ ਆਪਣੇ ਨਾਂ ਕਰਵਾਈ। ਫਿਰ ਉਹ ਵੀ ਨਕਲੀ ਪਾਇਆ ਗਿਆ, ਫਿਰ ਉਹਦੇ ਵਿੱਚ ਵੀ ਇਹਨਾਂ ਨੂੰ ਸਜ਼ਾ ਹੋਈ। ਫਿਰ ਇੱਕ ਇਹਨਾਂ ਦੇ ਕਿਸੇ ਤਰੀਕ ਭੁਗਤਣ ਗਿਆ ਕਿਸੇ ਕਚਹਿਰੀ 'ਚ, ਉੱਥੇ ਜਾ ਕੇ ਇਹਨੇ ਅਲ ਮਹਿਦ ਕਰਕੇ ਇੱਕ ਪੋਸਟ ਹੁੰਦੀ ਹੈ, ਅਹਿਲਮਦ, ਤੇ ਉਹ ਬੰਦਾ ਉਹਦੀ ਕੁਰਸੀ 'ਤੇ ਜਾ ਬੈਠਾ, ਕਿਹਾ ਜੀ ਮੈਂ ਤਾਂ ਇੰਟੈਲੀਜੈਂਸ ਤੋਂ ਆਇਆ, ਤੇਰੇ ਨਾਂ 'ਤੇ ਵਾਰੰਟ ਹੈਗਾ, ਤੇਰੀਆਂ ਗਲਤੀਆਂ ਸਾਹਮਣੇ ਆਈਆਂ, ਤੇਰੀ ਕੰਪਲੇਨ ਹੈਗੀ ਹੈ। ਉਹ ਡਰ ਗਿਆ ਵੀ ਸ਼ਾਇਦ ਕੋਈ ਇੰਟੈਲੀਜੈਂਸ ਦਾ ਬੰਦਾ ਵੀ ਕੀ ਕੰਪਲੇਨ ਹੈ, ਬੰਦਾ ਡਰ ਹੀ ਜਾਂਦਾ ਹੈ ਸਾਹਮਣੇ ਆ ਕੇ ਕੋਈ ਕਹਿ ਦੇਵੇ। ਕਿਸੇ ਦੇ ਘਰ ਦੇ ਪੁਲਿਸ ਵਾਲਾ ਅੱਗੇ ਖਲੋ ਜਾਏ ਤਾਂ ਅਗਲਾ ਡਰ ਕੇ ਬੂਹਾ ਖੋਲ੍ਹਦਾ ਵੀ ਪਤਾ ਨਹੀਂ ਕੀ ਗੱਲ। ਉਹਨੇ ਬਿਠਾ ਲਿਆ, ਇਹਨੇ ਕੀਤਾ ਫਟਾਫਟ ਮੋਹਰਾਂ ਕੱਢ ਕੇ ਜੱਜ ਦੀਆਂ ਤੇ ਆਪਣੇ ਕਾਗਜ਼ਾਂ 'ਤੇ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਨਾਲੇ ਮੋਹਰ ਚੁਰਾ ਲਈ। ਉੱਥੇ ਵੀ ਇਹ ਫੜਿਆ ਗਿਆ, ਉੱਥੇ ਵੀ ਇਸ 'ਤੇ ਕੇਸ ਬਣਿਆ ਔਰ ਉਹਦੇ 'ਚ ਵੀ ਇਹਨੂੰ ਸਜ਼ਾ ਹੋਈ। ਔਰ ਇਸ ਤਰ੍ਹਾਂ ਮਤਲਬ ਇਹ ਬੰਦਾ ਫਰਜ਼ੀ ਕਾਗਜ਼ਾਤ ਤਿਆਰ ਕਰਨ ਦਾ ਮਾਹਿਰ ਹੈ। ਇਹ ਕਿਸੇ ਦੇ ਵੀ ਕੋਈ ਸਾਈਨ ਪੇਸਟ ਕਾਪੀ ਕਰਕੇ ਕਿਤੋਂ ਲੈ ਦੇ ਕੇ, ਸਾਡੇ ਵੀ ਜਿਹੜੇ ਇਹਨੇ ਕਹਿੰਦਾ ਸਾਈਨ ਹੋਏ ਨੇ ਜੀ, ਉਹ ਸਾਈਨ ਜਿਹੜਾ ਅਸੀਂ ਇਹਨਾਂ ਨੂੰ ਮਾਣ ਪੱਤਰ ਦੇ ਬੈਠੇ,
ਸਨਮਾਨ ਕਰ ਬੈਠੇ ਵੀ ਗੁਰੂ ਘਰ ਦਾਨ ਕਰ ਰਿਹਾ, ਬਹੁਤ ਵੱਡਾ ਦਾਨੀ ਹੈ, ਅਨੰਨ ਸੇਵਕ ਹੈ। ਉਹ ਇਹਨੇ ਸਾਡੇ ਸਾਈਨ ਜਿਹੜੇ ਨੇ ਪੇਸਟ ਕੀਤੇ ਹੋਣਗੇ, ਕਾਪੀ ਕੀਤੇ ਹੋਣਗੇ, ਉਹ ਸਾਨੂੰ ਦੇਵੇ, ਉਹ ਵਿਦਨ ਸੈਕਿੰਡਸ ਉਹਦੀ ਰਿਪੋਰਟ ਆ ਜਾਏਗੀ, ਉਹ ਸੱਚ ਸਾਹਮਣੇ ਆ ਜਾਏਗਾ। ਐਡਾ ਵੱਡਾ ਜਿਹੜਾ ਇਹਨੇ ਸਾਰੀ ਕੌਮ ਦੀ ਐਡੀ ਵੱਡੀ ਪੱਗ ਤੇ ਦਾਗ ਲਾਇਆ, ਲੱਗ ਤਾਂ ਨਹੀਂ ਸਕਦਾ, ਕਿਉਂਕਿ ਸੱਚ ਸੱਚ ਹੈ, ਝੂਠ ਝੂਠ ਹੈ। ਕੂੜ ਨਿਖੁੱਟੇ ਨਾਨਕਾ, ਓੜਕ ਸੱਚ ਰਹੀ। ਇਸ ਕਰਕੇ ਮੈਂ ਗੁਜ਼ਾਰਿਸ਼ ਕਰਦਾ ਉਹ ਸਾਨੂੰ ਦੇਵੇ। ਮੈਂ ਪੰਜ ਪਿਆਰੇ ਸਾਹਿਬਾਨ ਨੂੰ ਬੇਨਤੀ ਕੀਤੀ, ਮੈਂ ਕਿਹਾ ਵੀ ਤੁਸੀਂ ਜਿਹੜਾ ਹੈਗਾ ਉਹ ਸਾਨੂੰ ਟਾਈਮ ਦੇਵੋ, ਜਿਹੜੇ ਕਾਗਜ਼ਾਤ ਤੇ ਦਿੰਦਾ ਉਹ ਸਾਨੂੰ ਦਿਖਾਓ, ਅਸੀਂ ਉਹਦੀ ਜਾਂਚ ਪੜਤਾਲ ਕਰਵਾ ਲਈਏ। ਤੇ ਪਰ ਮੈਨੂੰ ਪੰਜ ਪਿਆਰਿਆਂ 'ਚ ਮਿਸਟਰ ਗਿਆਨੀ ਸੁਖਦੇਵ ਸਿੰਘ ਨੇ ਉਹ ਅੱਗੇ ਹੋ ਕੇ, ਸਭ ਤੋਂ ਛੋਟੀ ਉਮਰ ਦਾ ਉਹ ਹੈ, ਉਮਰ ਦੇ ਹਿਸਾਬ ਨਾਲ ਵੀ ਤਖਤ ਪਟਨਾ ਸਾਹਿਬ ਦਾ ਆਹ ਹੁਕਮਨਾਮਾ ਹੈਗਾ ਜਿਹੜਾ 17 ਮਈ 2002 ਨੂੰ ਆਇਆ, ਜਿਹਦੇ 'ਚ ਪੰਜ ਪਿਆਰਿਆਂ ਦੇ ਸਾਈਨ ਨੇ, ਜਿਹਦੇ 'ਚ ਪਹਿਲਾ ਪਹਿਰਾ ਇਹ ਲਿਖਿਆ ਹੋਇਆ ਕਿ ਅੱਜ ਤੋਂ ਬਾਅਦ ਜਿਹੜਾ ਵੀ ਅੰਦਰ ਪੰਜ ਪਿਆਰਿਆਂ ਵਿੱਚ ਸੇਵਾ ਵਿੱਚ ਲੱਗੇਗਾ ਉਹਦੀ ਉਮਰ ਘੱਟੋ ਘੱਟ 40 ਸਾਲ ਹੋਣੀ ਜ਼ਰੂਰੀ ਹੈ। ਉਹ ਹੁਕਮਨਾਮਾ ਵੀ ਨਹੀਂ ਇਹਨਾਂ ਮੰਨਿਆ, ਜ਼ਬਰਦਸਤੀ ਧੱਕੇ ਨਾਲ ਅੰਦਰ ਵਾੜ ਦਿੱਤਾ ਗਿਆ। ਔਰ ਉਹ ਬੰਦਾ ਅੱਗੇ ਆਇਆ, ਮੈਂ ਕਿਹਾ ਵੀ ਆਹ ਲੈਟਰ ਹੈਗਾ ਮੇਰਾ ਤੇ ਮੈਂ ਤੁਹਾਡੇ ਕੋਲ ਆਇਆ, ਸਨਮਾਨ ਕੀਤਾ ਇਹਨਾਂ ਦਾ। ਸਨਮਾਨ ਮੈਂ ਪਹਿਲੇ ਕਿਹਾ, ਪੰਜ ਪਿਆਰਿਆਂ ਦਾ ਸਨਮਾਨ ਕਰਨਾ ਹਰ ਸਿੱਖ ਦਾ ਫਰਜ਼ ਹੈ, ਜ਼ਰੂਰੀ ਹੈ। ਉਹ ਸਤਿਕਾਰਯੋਗ ਪਦਵੀ ਹੈ, ਉਹ ਗੁਰੂ ਦਾ ਹੀ ਸਨਮਾਨ ਹੈ। ਅਸੀਂ ਸਨਮਾਨ ਕਰਨ ਲਈ ਇਹਨਾਂ ਦੇ ਕੋਲ ਗਏ, ਭਾਵੇਂ ਇਹ ਸਾਨੂੰ ਬਾਅਦ 'ਚ ਪੱਤਰ ਮਿਲੇ ਨੇ ਵੀ ਇਹ ਸਾਨੂੰ ਤਲਬ ਹੀ ਨਹੀਂ ਸੀ ਕਰ ਸਕਦੇ, ਮੈਨੂੰ ਪਤਾ ਨਹੀਂ ਸੀ ਕਿ ਕਰ ਸਕਦੇ ਨੇ ਕਿ ਨਹੀਂ। ਮੈਂ ਗਿਆ, ਮੈਂ ਇਹਨਾਂ ਦਾ ਮਾਣ ਕੀਤਾ, ਮੈਂ ਕਿਹਾ ਵੀ ਆਹ ਪੱਤਰ ਸਾਡਾ ਲੈ ਲਓ, ਸਾਨੂੰ ਟਾਈਮ ਦਿਓ। ਇਹਨਾਂ ਕਿਹਾ ਕੋਈ ਗੱਲ ਨਹੀਂ, ਕੋਈ ਚਿੰਤਾ ਦੀ ਗੱਲ ਨਹੀਂ। ਮੈਨੂੰ ਖਿਆਲ ਜ਼ਿਆਦਾ ਤੋਂ ਜ਼ਿਆਦਾ ਇਹਨਾਂ 30 ਸੈਕਿੰਡ ਜਾਂ 45 ਸੈਕਿੰਡ ਸਮਾਂ ਦਿੱਤਾ ਹੋਏਗਾ, ਹੱਦ 1 ਮਿੰਟ ਦਿੱਤਾ ਹੋਏਗਾ। ਉਹ ਵੀ ਕੀਰਤਨ ਹੋ ਰਿਹਾ ਤੇ ਕੀਰਤਨ ਦੇ ਵਿੱਚ ਮੈਨੂੰ ਉਹਨਾਂ ਨੇ ਸੁਣਿਆ। ਕੀ ਸੁਣ ਲਿਆ ਮੇਰੇ ਕੋਲ ਇਹਨਾਂ? ਮੈਂ ਇਹੀ ਬੇਨਤੀ ਕੀਤੀ, ਮੈਂ ਕਿਹਾ ਵੀ ਤੁਸੀਂ ਇੰਨਾ ਘੱਟ ਟਾਈਮ ਦੇ ਰਹੇ ਹੋ, ਸਾਨੂੰ ਟਾਈਮ ਦਿਓ, ਕਾਗਜ਼ਾਤ ਦਿਓ, ਉਹਦਾ ਅਸੀਂ ਚੈੱਕ ਕਰਵਾਈਏ ਬਈ ਕੀ ਹੈਗਾ, ਮੈਨੂੰ ਪਤਾ ਤਾਂ ਲੱਗੇ। ਇਹ ਵੀ ਤਖਤ ਪਟਨਾ ਸਾਹਿਬ ਦੇ ਕਿ ਸਾਰੇ ਸਿੱਖ ਇਤਿਹਾਸ ਦੇ ਤਖਤਾਂ ਦੇ ਵਿੱਚ ਪਹਿਲਾ ਵਾਕਿਆ ਹੈ ਕਿ ਜਦੋਂ ਜਿਹੜਾ ਕੰਪਲੇਨ ਕਰ ਰਿਹਾ ਉਹ ਵੀ ਨਹੀਂ ਤੇ ਜਿਸ ਤੇ ਕੰਪਲੇਨ ਕਰ ਲਈ ਉਹਨੂੰ ਬੁਲਾਇਆ ਵੀ ਨਹੀਂ ਗਿਆ ਤੇ ਫੈਸਲਾ ਕਰ ਦਿੱਤਾ ਗਿਆ। ਦੁਨੀਆ ਦੀ ਕਿਹੜੀ ਅਦਾਲਤ ਹੈ ਜਿਹੜੀ ਮੁਜਰਮ ਦਾ ਵੀ ਪੱਖ ਨਹੀਂ ਸੁਣਦੀ? ਉੱਥੇ ਤਾਂ ਮੁਜਰਮ ਦਾ ਵੀ ਪੱਖ ਸੁਣਿਆ ਜਾਂਦਾ, ਉਹਨੂੰ ਵਕੀਲ ਦਿੱਤਾ ਜਾਂਦਾ। ਜੇ ਉਹਦੇ ਕੋਲ ਵਕੀਲ ਕਰਨ ਦੀ ਸਮਰੱਥਾ ਨਹੀਂ ਤੇ ਗਵਰਨਮੈਂਟ ਵਕੀਲ ਉਹਨੂੰ ਪ੍ਰੋਵਾਈਡ ਕਰਦੀ ਹੈ, ਉਹਦਾ ਵਕੀਲ ਫਾਈਟ ਕਰਦਾ, ਉਹਦਾ ਵਕੀਲ ਗੱਲਬਾਤ ਕਰਦਾ, ਫਿਰ ਕੋਈ ਜੱਜ ਫੈਸਲੇ ਤੇ ਕਈ ਤਰੀਕਾਂ ਬਾਅਦ ਪਹੁੰਚਦਾ ਬਈ ਆਹ ਫੈਸਲਾ ਸਹੀ ਹੈ ਤੇ ਆਹ ਗਲਤ ਹੈ। ਉਹਦੇ 'ਚ ਵੀ ਸਾਰੇ ਪੱਖਾਂ 'ਤੇ ਘੋਖ ਕਰਦਾ। ਸਾਡੇ ਤਾਂ ਪੰਜ ਪਿਆਰੇ ਸਾਹਿਬਾਨ, ਸਤਿਕਾਰਯੋਗ ਪੰਜ ਪਿਆਰੇ, ਮੇਰੇ ਖਿਆਲ 'ਚ ਇਹਨਾਂ 'ਚ ਇੱਕ ਭਾਵੇਂ 10ਵੀਂ ਪਾਸ ਹੋਵੇ, ਬਾਕੀ ਮੇਰੇ ਖਿਆਲ ਅੰਡਰ ਮੈਟ੍ਰਿਕ ਨੇ। ਤੇ ਇਹਨਾਂ ਨੂੰ ਕੀ ਪਤਾ ਵੀ ਕਾਗਜ਼ ਅਸਲੀ ਹੈ ਕਿ ਨਕਲੀ ਹੈ? ਕਿਹੜੇ ਇਹਨਾਂ ਨੇ ਕਿਹੜੇ ਮੀਟਰ ਨਾਲ ਨਾਪ ਲਿਆ ਵੀ ਉਹਦੇ ਭੇਜੇ ਹੋਏ ਆਪ ਉਹ ਆਇਆ ਵੀ ਨਹੀਂ ਤੇ ਉਹਦੇ ਕਾਗਜ਼ ਸਹੀ ਨੇ ਕਿ ਨਕਲੀ ਨੇ ਕਿ ਅਸਲੀ ਨੇ? ਸੋਨਾ ਨਕਲੀ ਹੈ ਕਿ ਅਸਲੀ ਹੈ ਮੈਂ ਨਹੀਂ ਪਰਖ ਸਕਦਾ, ਤੁਸੀਂ ਨਹੀਂ ਪਰਖ ਸਕਦੇ। ਲੇਕਿਨ ਇਸੇ ਤਰ੍ਹਾਂ ਜਿਵੇਂ ਸੋਨੇ ਨੂੰ ਕਸਵੱਟੀ 'ਤੇ ਲਾਉਣ ਲਈ ਜਿਹੜੇ ਨੇ ਉਹ ਇੱਕ ਕਿਰਤ ਹੈ ਸੁਨਿਆਰੇ ਦੀ, ਉਹ ਕਿਰਤ ਕਰਨ ਵਾਲੇ ਸਪੈਸ਼ਲਿਸਟ ਬੰਦੇ ਹੁੰਦੇ ਨੇ, ਉਹ ਦੱਸਦੇ ਨੇ ਵੀ ਇਹ 22 ਕੈਰਟ ਹੈ, ਇਹ 24 ਕੈਰਟ ਹੈ, ਇੰਨੇ ਕੈਰਟ ਉਹਨਾਂ ਨੂੰ ਪਤਾ, ਸਾਨੂੰ ਤਾਂ ਨਹੀਂ ਪਤਾ ਇਹ ਕੈਰਟ ਕੀ ਹੁੰਦੇ ਨੇ। ਅਸੀਂ ਕਿਵੇਂ ਡਿਸਾਈਡ ਕਰਾਂਗੇ ਕਿ ਇੰਨੇ ਕੈਰਟ ਹੈ, ਸ਼ੁੱਧ ਹੈ, ਇਹਦੇ ਕੀ ਹੈ ਕੀ ਨਹੀਂ? ਉਹ ਵੀ ਉਹਨਾਂ ਨੂੰ ਪਤਾ ਹੁੰਦਾ ਜਿਹੜੇ ਸਪੈਸ਼ਲਿਸਟ ਹੁੰਦੇ ਨੇ। ਇਸੇ ਤਰ੍ਹਾਂ ਜਿਹੜੇ ਪੇਪਰਾਂ ਦੀ ਵੈਲੂਏਸ਼ਨ ਕਰਦੇ ਨੇ ਉਹ ਵੀ ਵੈਲੂਏਟਰ ਸਪੈਸ਼ਲਿਸਟ ਹੁੰਦੇ ਨੇ। ਮੈਨੂੰ ਇਹ ਪੰਜ ਪਿਆਰੇ ਸਾਹਿਬਾਨ ਦਾ ਮੈਂ ਬਹੁਤ ਸਤਿਕਾਰ ਕਰਦਾ, ਸਾਰੀ ਕੌਮ ਨੂੰ ਕਹਿੰਦਾ ਰੱਜ ਕੇ ਸਤਿਕਾਰ ਕਰੋ, ਪਰ ਮੈਂ ਬੇਨਤੀ ਕਰਨਾ ਤੁਹਾਨੂੰ ਇਹ ਤਾਂ ਪਤਾ ਹੋਵੇ ਵੀ ਕਾਗਜ਼ ਆਇਆ ਅਸਲੀ ਨੇ ਕਿ ਨਕਲੀ ਨੇ। ਤੁਸੀਂ ਮੈਨੂੰ ਬੁਲਾਓ, ਤੁਸੀਂ ਪੁੱਛੋ ਵੀ ਸਿੰਘ ਸਾਹਿਬ ਤੁਹਾਡੇ ਸਾਈਨ ਵੀ ਹੈਗੇ ਕਿ ਨਹੀਂ ਹੈਗੇ, ਮੈਂ ਤੁਹਾਨੂੰ ਜਵਾਬ ਦੇਵਾਂ। ਤੁਸੀਂ ਇੱਕ ਪਾਸੜ ਫੈਸਲਾ ਕਰ ਦਿੱਤਾ, ਇਸ ਕਰਕੇ ਤੁਹਾਡੇ ਹੀ ਹੁਕਮ ਲਿਖੇ ਹੋਏ ਹੁਕਮਨਾਮੇ ਮੁਤਾਬਕ, ਤਖਤ ਪਟਨਾ ਸਾਹਿਬ ਦੇ ਹੁਕਮਨਾਮੇ ਮੁਤਾਬਕ ਤੁਹਾਨੂੰ ਪਹਿਲੀ ਗੱਲ ਰਾਈਟ ਹੀ ਨਹੀਂ ਹੈ। ਤੁਸੀਂ ਆਪ ਹੀ ਲਿਖਿਆ ਹੈ ਕਿ ਪੰਜ ਪਿਆਰਿਆਂ ਦੀ ਇੱਕ ਘਿਨਾਉਣੀ ਕਾਰਵਾਈ ਹੈ, ਤੇ ਫਿਰ ਤੁਸੀਂ ਆਪ ਹੀ ਘਿਨਾਉਣੀ ਕਾਰਵਾਈ ਕਿਵੇਂ ਕਰ ਦਿੱਤੀ? ਜਥੇਦਾਰ ਸਾਹਿਬ ਤੁਸੀਂ ਗੱਲ ਕੀਤੀ ਕਿ ਤੁਹਾਡੀ ਅਗਵਾਈ ਹੇਠ ਪਟਨਾ ਸਾਹਿਬ ਤਖਤ ਦੇ ਵਿੱਚ ਕਰੋੜਾਂ ਰੁਪਏ ਦਾ ਜਿਹੜਾ ਕਿ ਵਿਕਾਸ ਦੇ ਕੰਮ ਨੇ ਉਹ ਹੋਏ ਨੇ, ਤਾਂ ਕੀ ਇਹ ਸਾਰੀ ਜਿਹੜੀ ਕਿ ਰਾਸ਼ੀ ਸੀਗੀ ਚੈੱਕ ਰਾਹੀਂ ਤੁਹਾਡੇ ਕੋਲ ਆਉਂਦੀ ਰਹੀ ਜਾਂ ਫਿਰ ਕੈਸ਼ ਆਉਂਦੀ ਰਹੀ? ਦੇਖੋ ਬਹੁਤ ਸਾਰੇ ਚੈੱਕ ਸਾਡੇ ਕੋਲ ਆਏ ਨੇ, ਜਿਹੜੇ ਸੰਗਤਾਂ ਨੇ ਸਾਨੂੰ ਪੰਜਾਬ ਆਇਆਂ ਦਿੱਲੀ ਆਇਆਂ ਦਿੱਤੇ ਨੇ, ਉਹ ਤਖਤ ਸਾਹਿਬ ਜਮ੍ਹਾਂ ਹੋਏ ਨੇ। ਬਾਕੀ ਬਹੁਤ ਸਾਰੀਆਂ ਟ੍ਰਾਂਜੈਕਸ਼ਨਾਂ ਤਖਤ ਸਾਹਿਬ ਆਨਲਾਈਨ ਆਈਆਂ ਨੇ। ਉਹ ਸਾਨੂੰ ਇਸ ਕਰਕੇ ਇਹਨਾਂ ਦੀ ਵੀ ਖੁਸ਼ੀ ਹੋਈ ਵੀ ਸਾਡੀ ਸੇਵਾ ਦੌਰਾਨ ਇਹ ਐਡਾ ਵੱਡਾ ਸਰਮਾਇਆ ਤਖਤ ਸਾਹਿਬ ਆ ਰਿਹਾ, ਉਸ ਕਰਕੇ ਅਸੀਂ ਇਹਨਾਂ ਦਾ ਸਨਮਾਨ ਕੀਤਾ। ਬਾਕੀ ਸਾਰੀ ਜ਼ਿੰਮੇਵਾਰੀ ਪ੍ਰਬੰਧਕ ਕਮੇਟੀ ਦੀ ਹੈ। ਪ੍ਰਬੰਧਕ ਕਮੇਟੀ ਨੇ ਖਰਚ ਕਰਨੇ ਨੇ, ਤਨਖਾਹਾਂ ਦੇਣੀਆਂ ਨੇ, ਬਿੱਲ ਦੇਣੇ ਨੇ, ਆਇਆ ਗਿਆਂ ਦੀ ਸੇਵਾ ਕਰਨੀ ਹੈ, ਸੰਗਤਾਂ ਲਈ ਰਿਹਾਇਸ਼ਾਂ ਬਣਾਉਣੀਆਂ ਨੇ, ਉਹ ਸਾਰੀ ਦੀ ਸਾਰੀ ਜ਼ਿੰਮੇਵਾਰੀ ਪ੍ਰਬੰਧਕ ਕਮੇਟੀ ਦੀ ਹੈ।
ਜੇ ਇਹਨਾਂ ਨੇ ਚੈੱਕ ਵੀ ਦੇਣਾ ਸੀ ਪ੍ਰਬੰਧਕ ਕਮੇਟੀ ਨੂੰ ਦਿੰਦੇ, ਗ੍ਰੰਥੀਆਂ ਨੂੰ ਦੇਣ ਦਾ ਕੋਈ ਮਤਲਬ ਹੀ ਨਹੀਂ ਸੀ। ਗ੍ਰੰਥੀਆਂ ਨੂੰ ਇਹਨਾਂ ਦਿੱਤਾ ਵੀ ਨਹੀਂ। ਪੰਜ ਪਿਆਰੇ ਸਾਹਿਬਾਨ ਨੇ ਸਾਨੂੰ ਟਾਈਮ ਨਹੀਂ ਦਿੱਤਾ। ਉਹਦੇ ਲਈ ਸਾਡੇ ਕੋਲ ਆ ਲੈਟਰ ਹੈਗਾ, ਦੇਖ ਸਕਦੇ ਹੋ ਬਈ ਇਹਦੇ 'ਚ ਪੰਜ ਪਿਆਰਿਆਂ ਨੂੰ ਅਸੀਂ ਟਾਈਮ ਮੰਗਿਆ ਵੀ ਇਹ ਬੰਦਾ ਛਾਤਰ ਦਿਮਾਗ ਹੈ ਤੇ ਇਹਦੀਆਂ ਕਾਗਜ਼ੀ ਸਬੂਤ ਇਹਨੇ ਬਣਾਏ ਨੇ, ਪਹਿਲਾਂ ਵੀ ਨਕਲੀ ਤਿਆਰ ਕੀਤੇ। ਜਿਵੇਂ ਮੈਂ ਹੁਣੇ ਕਿਹਾ ਕਿ ਨਕਲੀ ਤਿਆਰ ਕਰਕੇ ਇਹਨੇ ਉਹਦੇ ਵਿੱਚ ਸਜ਼ਾ ਵੀ ਇਹਨੂੰ ਮਿਲੀ ਹੈ। ਤੇ ਪੰਜ ਪਿਆਰੇ ਸਾਹਿਬਾਨ ਕੋਲ ਕਿਹੜਾ ਮੀਟਰ ਸੀ ਜਿਹੜਾ ਇਹਨਾਂ ਦੇ ਕਾਗਜ਼ ਇਹਦੇ ਬਿਨਾਂ ਗਿਆ ਹੀ, ਇਹਦਾ ਮਤਲਬ ਪ੍ਰੀ ਪਲਾਨਡ ਸੀ। ਜਿਹੜਾ ਉੱਥੇ ਗਰੁੱਪ ਹੈਗਾ ਨਾਮ ਮਾਤਰ ਥੋੜ੍ਹੇ ਜਿਹੇ ਬੰਦਿਆਂ ਦਾ। ਸੰਗਤ ਪਟਨਾ ਸਾਹਿਬ ਦੀ ਬਹੁਤ ਚੰਗੀ ਹੈ, ਬਹੁਤ ਪਿਆਰ ਵਾਲੀ ਹੈ। ਅੰਮ੍ਰਿਤ ਵੇਲੇ ਆ ਕੇ ਉਹ ਜਾਪ ਕਰਦੇ ਨੇ, ਉਹ ਬਹੁਤ ਲੰਬਾ ਸਮਾਂ ਸਵੇਰੇ ਸਿਮਰਨ ਸਾਧਨਾ ਕਰਦੇ ਨੇ, ਨਿਤਨੇਮ, ਫਿਰ ਆਪਣੇ ਕਾਰੋਬਾਰ ਕਰਦੇ ਨੇ। ਉਹਨਾਂ ਕੋਲ ਇੰਨਾ ਟਾਈਮ ਹੀ ਨਹੀਂ ਕਿ ਉਹ ਵਾਧੂ ਫਾਲਤੂ ਲੋਕਾਂ ਦੇ ਵਿੱਚ ਆ ਕੇ ਗੱਲ ਕਰਨ। ਕੁਝ ਲੋਕ ਹੈਗੇ ਨੇ ਜਿਹੜੇ ਵਿਹਲੇ ਟਾਈਪ ਦੇ ਨੇ, ਜਿਨ੍ਹਾਂ ਕੋਲ ਕੋਈ ਕੰਮਕਾਰ ਨਹੀਂ ਹੈ ਜਾਂ ਜਿਨ੍ਹਾਂ ਦੇ ਕੋਈ ਪੁਰਾਣੇ ਲੋਕਾਂ ਨਾਲ ਹਿੱਤ ਨੇ, ਉਹ ਆਪਣੇ ਤੌਰ ਤੇ ਬਣਾ ਕੇ ਆਪਣੀ ਤੇ ਜੁੰਡਲੀ ਜਿਹੀ ਤੇ ਲੋਕਾਂ ਦੇ ਵਿੱਚ ਧਾਰਮਿਕ ਭਰਮ ਪੈਦਾ ਕਰਨ ਵਾਲਾ ਪ੍ਰਚਾਰ ਕਰਦੇ। ਉਹਨਾਂ ਨਾਲ ਮਿਲ ਕੇ ਇਹ ਡਾਕਟਰ ਸਮਰੇ ਨੇ। ਫਿਰ ਡਾਕਟਰ ਨੂੰ ਕਹਿ ਨਹੀਂ ਸਕਦੇ, ਇਹਦਾ ਨਾਂ ਹੀ ਡਾਕਟਰ ਹੈਗਾ। ਜਿਵੇਂ ਇੱਕ ਉਹ ਸੀਰੀਅਲ ਚੱਲਦਾ ਨਾ ਜਿਹਦੇ 'ਚ ਇੱਕ ਆਉਂਦਾ ਡਾਕਟਰ ਮਸ਼ਹੂਰ ਗੁਲਾਟੀ। ਉਹਨੂੰ ਕਿਸੇ ਪੁੱਛਿਆ ਵੀ ਤੂੰ ਮਸ਼ਹੂਰ ਗੁਲਾਟੀ ਹੈ, ਮਸ਼ਹੂਰ ਡਾਕਟਰ ਹੈ? ਉਹ ਕਹਿੰਦਾ ਨਹੀਂ ਜੀ ਨਹੀਂ, ਮੇਰਾ ਨਾਮ ਹੀ ਡਾਕਟਰ ਮਸ਼ਹੂਰ ਗੁਲਾਟੀ ਹੈ, ਮੇਰਾ ਨਾਮ ਹੀ ਮਸ਼ਹੂਰ ਹੈ। ਉਸ ਤਰ੍ਹਾਂ ਇਹਦਾ ਨਾਮ ਹੀ ਸਮਰੇ ਦਾ ਡਾਕਟਰ ਪਿਆ ਹੋਇਆ। ਸਾਡੇ ਪਿੰਡਾਂ 'ਚ ਕਈ ਵਾਰੀ ਨਾ ਮਜ਼ਾਕ ਵਿੱਚ ਨਾਮ ਪੈ ਜਾਂਦੇ ਨੇ। ਜਿਵੇਂ ਬਹੁਤ ਕੋਈ ਮਾੜਕੂ ਜਿਹਾ ਹੋਵੇ ਤਾਂ ਉਹਨੂੰ ਕਹਿਣ ਆ ਬਾਈ ਭਲਵਾਨਾ ਤੇਰਾ ਕੀ ਹਾਲ ਹੈ, ਉਹਨੂੰ ਭਲਵਾਨ ਕਹਿਣ ਲੱਗ ਪੈਂਦੇ। ਇਸ ਤਰ੍ਹਾਂ ਇਹ ਇੱਕ ਮੈਨੂੰ ਤਾਂ ਲੱਗਦਾ ਇਹਨੇ ਜਾਂ ਤਾਂ ਡਾਕਟਰ ਸ਼ਬਦ ਦੀ ਮਜ਼ਾਕ ਇਹਨੇ ਬਣਾਈ ਹੈ ਤੇ ਜਾਂ ਲੋਕਾਂ ਨੇ ਇਹਨੂੰ ਮਜ਼ਾਕ ਬਣਾਇਆ ਹੋਇਆ। ਇਸ ਤਰ੍ਹਾਂ ਕਿਉਂਕਿ ਜਿਹਦੇ ਕੋਲ ਕੋਈ ਡਿਗਰੀ ਨਹੀਂ ਹੈ। ਇੱਥੇ ਮੋਗੇ ਦੇ ਕੋਲ ਇੱਕ ਜਗ੍ਹਾ ਹੈਗੀ ਜਿੱਥੋਂ ਇਹਨੇ ਫਾਰਮੇਸੀ ਸ਼ੁਰੂ ਕੀਤੀ ਸੀ, ਜਿਹੜੀਆਂ ਦਵਾਈ ਮੈਡੀਕਲ ਸਟੋਰ ਵਾਸਤੇ ਵੈਲਿਡ ਉਹ ਜਿਹੜੀ ਇਹ ਰਿਕੁਆਇਰਡ ਹੁੰਦੀ ਹੈ, ਉਹਦੇ 'ਚ ਵੀ ਇਹਦਾ ਡ੍ਰੌਪ ਆਫ ਹੈ, ਇਹਨੇ ਉਹ ਵੀ ਪੂਰੀ ਨਹੀਂ ਕੀਤੀ ਹੋਈ। ਇਹਨੂੰ ਦਵਾਈਆਂ ਦਾ ਵੀ ਨਹੀਂ ਪਤਾ। ਤੇ ਡਾਕਟਰ ਹੋਣਾ ਤੇ ਆਪਰੇਟ ਕਰਨਾ ਤੇ ਲੋਕਾਂ ਦੀਆਂ ਕਿਡਨੀਆਂ ਕੱਢਣੀਆਂ ਤੇ ਬ੍ਰੇਨ ਸਪੈਸ਼ਲਿਸਟ ਹੋਣਾ ਤੇ ਲੋਕਾਂ ਦੀ ਸਪਾਈਨ ਸਪੈਸ਼ਲਿਸਟ ਹੋਣਾ, ਇਹ ਤਾਂ ਇੱਕ ਬਹੁਤ ਵੱਡੀ ਪੜ੍ਹਾਈ ਹੈ। ਇਹ ਤਾਂ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਿਹਾ। ਜਿਸ ਤਰ੍ਹਾਂ ਇਹ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਿਹਾ ਹੈ, ਉਸੇ ਤਰ੍ਹਾਂ ਇਹਨੇ ਧਰਮ ਨਾਲ ਵੀ ਖਿਲਵਾੜ ਕੀਤਾ। ਇਹਦਾ ਸੁਭਾਅ ਹੈ ਖਿਲਵਾੜ ਕਰਨ ਦਾ। ਇਹ ਮੈਂਟਲੀ ਡਿਸਟਰਬ ਹੈ। ਇਹਦੀ MRI ਕਰਾਓ, ਇਹਦੇ ਦਿਮਾਗ 'ਚ ਨੁਕਸ ਨਿਕਲੇਗਾ। ਜਿਸ ਸਾਹਿਬ ਅਸੀਂ ਗੱਲ ਕਰ ਰਹੇ ਸੀ ਕਿ ਜਿਹੜੀ ਸੰਗਤ ਦਾਨ ਦਿੰਦੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ, ਜਿਵੇਂ ਤੁਸੀਂ ਗੱਲ ਕੀਤੀ ਕਰੋੜਾਂ ਰੁਪਏ ਦਾ, ਲੱਖਾਂ ਰੁਪਏ ਦਾ ਦਾਨ ਤੁਹਾਡੇ ਹੱਥੀਂ ਗਿਆ ਤੇ ਕੁਝ ਸੰਗਤਾਂ ਨੇ ਜਿਹੜੀਆਂ ਤੁਹਾਨੂੰ ਕੈਸ਼ ਵੀ, ਜਿਵੇਂ ਤੁਸੀਂ ਕਿਤੇ ਆਉਂਦੇ ਜਾਂਦੇ ਹੋਵੋਗੇ ਤੁਹਾਨੂੰ ਕੈਸ਼ ਵੀ ਦੇ ਦਿੰਦੇ ਹੋਣਗੇ। ਜੀ ਹਾਂ, ਕੁਝ ਸੰਗਤਾਂ ਕੈਸ਼ ਵੀ ਦਿੰਦੀਆਂ, ਉਹਦੀਆਂ ਵੀ ਰਸੀਦਾਂ ਕੱਟ ਜਾਂਦੀਆਂ। ਉਹ ਬਕਾਇਦਾ ਜਿਹਨਾਂ ਸਾਨੂੰ ਕਿਸੇ ਕੈਸ਼ ਦਿੱਤਾ ਹੈਗਾ, ਜਿਵੇਂ ਰਕਾਬਗੰਜ ਸਾਹਿਬ ਗਏ ਉੱਥੇ ਸਾਨੂੰ ਕਿਸੇ ਸੱਜਣ ਨੇ ਕੈਸ਼ ਦਿੱਤਾ, ਉਹਦੀ ਵੀ ਰਸੀਦ ਅਸੀਂ ਕਟਵਾ ਦਿੱਤੀ। ਇੱਥੇ ਆਉਂਦਿਆਂ ਜਾਂਦਿਆਂ ਕੋਈ ਸੰਗਤਾਂ ਮੰਨ ਲਓ ਦਰਬਾਰ ਸਾਹਿਬ ਗਏ ਆ, ਕਿਤੇ ਕੋਈ ਥੋੜ੍ਹੀ ਬਹੁਤੀ ਮਾਇਆ ਦਿੰਦੇ ਜੀ ਆ ਪਟਨਾ ਸਾਹਿਬ ਸਾਡੀ ਦੇਖ ਕਰਾ ਦਿਓ, ਰਸੀਦ ਤਾਂ ਸਾਡੇ ਕੋਲ ਮੌਕੇ 'ਤੇ ਹੁੰਦੀ ਨਹੀਂ, ਅਸੀਂ ਜਾ ਕੇ ਉਹਦੀ ਰਸੀਦ ਕਟਵਾ ਦਿੰਦੇ। ਉਹ ਇਸ ਤਰ੍ਹਾਂ ਹੈਗਾ। ਪਰ ਇਹ ਕੋਈ ਸਾਨੂੰ ਆਥੋਰਾਈਜ਼ ਨਹੀਂ ਹੈਗੇ ਵੀ ਜਿਹੜਾ ਸਾਨੂੰ ਹੀ ਦੇਵੇ, ਉਹ ਜਿਹਨੂੰ ਮਰਜ਼ੀ ਦੇ ਦੇਵੇ। ਉੱਥੇ ਰਸੀਦਾਂ ਕੱਟਣ ਵਾਲੇ ਕਲਰਕ ਬੈਠੇ ਨੇ, ਮੈਨੇਜਰ ਬੈਠਾ, ਸੁਪਰਡੈਂਟ ਬੈਠਾ। ਬਾਕੀ ਆਨਲਾਈਨ ਅੱਜ ਕੱਲ੍ਹ ਸਾਰੀ ਸੁਵਿਧਾ ਹੈਗੀ ਹੈ, ਕਿਸੇ ਵਿਅਕਤੀ ਨੂੰ ਦੇਣ ਦੀ ਲੋੜ ਹੀ ਨਹੀਂ ਹੈ। ਜਿਹੜਾ ਇਹਨਾਂ 70 ਲੱਖ ਦਾ ਇਲਜ਼ਾਮ ਲਾਇਆ ਉਹਦੇ ਵਿੱਚ ਵੀ ਸਾਰਾ ਹੀ ਝੂਠ ਹੈ, ਕਿਉਂਕਿ ਪੈਸੇ ਕਿਸੇ ਨੂੰ ਦਿੱਤੇ ਹੀ ਨਹੀਂ ਗਏ। ਫਿਰ ਇਹਨਾਂ ਇੱਕ 25 ਲੱਖ ਦੀ ਲੋਈ ਦਾ ਵੀ ਬਈ ਸਾਨੂੰ ਜੀ ਜਥੇਦਾਰ ਨੂੰ ਮੈਂ 25 ਲੱਖ ਦੀ ਲੋਈ ਦਿੱਤੀ ਹੈ। ਮੈਂ ਇਹਨਾਂ ਨੂੰ ਪੁੱਛਦਾ ਬਈ ਚਲੋ ਤੁਸੀਂ ਦਿੱਤੀ ਹੈ, ਮੰਨ ਲਓ ਤੁਸੀਂ ਦਿੱਤੀ ਹੈ, ਦਿੱਤੀ ਤਾਂ ਨਹੀਂ ਹੈਗੀ ਪਰ ਮੰਨ ਲਓ ਉਹਦਾ ਬਿੱਲ ਤਾਂ ਦੇ ਦਿਓ, ਸਾਨੂੰ ਬਿੱਲ ਤਾਂ ਦਿਖਾਓ। ਤੁਹਾਨੂੰ ਮੀਡੀਆ 'ਤੇ ਦਿਖਾ ਦੇਣ ਵੀ ਆਹ ਬਿੱਲ ਹੈਗਾ 25 ਲੱਖ ਦੀ ਲੋਈ ਦਾ। ਜੇ ਤੁਹਾਡੇ ਕੋਲ ਬਿੱਲ ਨਹੀਂ ਹੈ, ਤੁਸੀਂ ਦੁਕਾਨ ਦੱਸੋ ਲਈ ਕਿੱਥੋਂ ਹੈ। ਕੋਈ ਇਹੋ ਜਿਹੀਆਂ 25-25 ਲੱਖ ਦੀਆਂ ਲੋਈਆਂ ਕੋਈ ਰੇਹੜੀਆਂ 'ਤੇ ਤਾਂ ਨਹੀਂ ਮਿਲਦੀਆਂ। ਕੋਈ ਦੁਕਾਨ ਹੋਏਗੀ, ਕੋਈ ਸ਼ੋਰੂਮ ਹੋਏਗਾ, ਕੋਈ ਵੱਡੀ ਫਰਮ ਹੋਏਗੀ ਜਿਹੜੀ 25 ਲੱਖ ਦੀ ਲੋਈ ਵੇਚਦੀ ਹੈ, ਉਹਨਾਂ ਕੋਲ ਉਹ ਜਿਹੀਆਂ ਲੋਈਆਂ ਹੋਰ ਵੀ ਹੋਣਗੀਆਂ। ਉਹ ਕੋਈ GST ਕੱਟਦੀ ਹੋਏਗੀ, ਕੋਈ ਬਿੱਲ ਬਣਦਾ ਹੋਏਗਾ, ਕੋਈ ਬਿੱਲ ਦਿਖਾਓ, ਦੁਕਾਨ ਦਿਖਾਓ। ਨਾਲੇ ਮੈਨੂੰ ਵੀ 25 ਲੱਖ ਵਾਲੀ ਲੋਈ ਦੇ ਦਰਸ਼ਨ ਹੋ ਜਾਣ। ਮੈਂ ਤਾਂ ਕਦੀ ਦਰਸ਼ਨ ਕੀਤੇ ਨਹੀਂ। ਜੇ ਤੁਸੀਂ ਭਾਈ ਮਸਜਿਦ 'ਚ ਕੀਤੇ ਨੇ ਤਾਂ ਤੁਸੀਂ ਸਾਨੂੰ ਦੱਸੋ ਵੀ ਤੁਸੀਂ ਦੇਖੀ ਕੋਈ। ਜਿਵੇਂ ਸਾਹਿਬ ਕਿਹਾ ਜਾਂਦਾ ਮੋਹ ਮਾਇਆ, ਜਿਵੇਂ ਆਪਾਂ ਮਾਇਆ ਦੀ ਗੱਲ ਕਰੀਏ ਤਾਂ ਕਹਿੰਦੇ ਮਾਇਆ ਮੋਹ ਲੈਂਦੀ ਹੈ ਬੰਦੇ ਨੂੰ। ਕਿ ਤੁਹਾਡੇ ਮਨ ਦੇ ਵਿੱਚ ਵੀ ਕਦੀ ਲਾਲਚ ਆਇਆ ਮਾਇਆ ਨੂੰ ਦੇਖ ਕੇ? ਦੇਖੋ ਇਸ ਤਰ੍ਹਾਂ ਹੈ, ਜੇ ਮੈਂ ਕਹਾਂ ਵੀ ਮੈਂ ਗ੍ਰਸਤੀ ਬੰਦਾ, ਪਰ ਮੋਹ ਮਾਇਆ ਦੇ ਮੋਹ ਦੀ ਕੋਈ ਗੱਲ ਨਹੀਂ। 16 ਸਾਲ ਮੈਂ ਸ੍ਰੀ ਅਕਾਲ ਤਖਤ ਸਾਹਿਬ ਦੀ ਵਿਸ਼ਵ ਸਿੱਖ ਪ੍ਰਚਾਰਕ ਸੰਸਥਾ ਦਾ ਜਨਰਲ ਸਕੱਤਰ ਰਿਹਾ। 16 ਸਾਲ ਵਿੱਚ ਮੈਨੂੰ ਕੋਈ ਇੱਕ ਪੈਸੇ ਦਾ ਬਿੱਲ ਦਿਖਾ ਦੇਵੇ ਜਿਹੜਾ ਮੈਂ ਪਾਇਆ ਹੋਵੇ, ਗੱਡੀ ਦਾ ਪੈਟਰੋਲ ਲਿਆ ਹੋਵੇ ਜਾਂ ਕੋਈ ਹੋਰ ਖਰਚ ਲਿਆ ਹੋਵੇ। ਬੜੀ ਵਾਰੀ ਮੈਂ ਬਾਈ ਏਅਰ ਬਾਹਰੋਂ ਆਇਆ ਉਹਨਾਂ ਮੀਟਿੰਗਾਂ 'ਚ ਅਟੈਂਡ ਕਰਨ ਵਾਸਤੇ, ਕੋਈ ਬਿੱਲ ਨਹੀਂ ਪਾਇਆ। 20 ਸਾਲ ਦੇ ਕਰੀਬ ਮੈਨੂੰ ਮੰਜੀ ਸਾਹਿਬ ਕਥਾ ਕਰਦੇ ਨੂੰ ਹੋ ਗਏ। ਹਰ ਸਾਲ ਦੀਵਾਲੀ 'ਤੇ ਮੇਰੀ ਹਾਜ਼ਰੀ ਲੱਗਦੀ ਸੀ।
ਔਰ ਲੱਗਦੀ ਰਹੀ ਹੈ, ਲੱਗਦੀ ਰਹੇਗੀ, ਗੁਰੂ ਕਰੇਗਾ। ਪਰ ਉੱਥੇ ਕਦੀ 1.5 ਲੱਖ ਰੁਪਇਆ ਕਥਾ ਭੇਟ ਹੋਈ, ਕਦੀ 2 ਲੱਖ ਹੋਈ, ਕਦੀ ਪੌਣੇ 2 ਲੱਖ ਹੋਈ, ਕਦੀ ਜਿੰਨੀ ਹੋਈ ਹੈ ਰਸੀਦ ਕਟਵਾਈ ਹੈ। ਰਸੀਦਾਂ ਮੇਰੇ ਕੋਲ ਹੈਗੀਆਂ, ਤੁਸੀਂ ਦੇਖ ਸਕਦੇ ਹੋ, ਸ਼੍ਰੋਮਣੀ ਕਮੇਟੀ ਦਾ ਰਿਕਾਰਡ ਚੈੱਕ ਕਰ ਸਕਦੇ ਹੋ, ਮੇਰੇ ਕੋਲ ਰਸੀਦਾਂ ਹੈਗੀਆਂ। ਪਟਨਾ ਸਾਹਿਬ ਦੀ ਜਿੰਨੀ ਮਾਇਆ ਆਈ ਹੈ, ਇੱਕ ਪਰਿਵਾਰ ਮੈਨੂੰ ਦਿੱਲੀ ਮਿਲਿਆ, ਉਹਨਾਂ ਕਿਹਾ ਜੀ ਅਸੀਂ 55 ਲੱਖ ਰੁਪਇਆ ਤੁਹਾਨੂੰ ਭੇਟ ਕਰਦੇ ਹਾਂ। ਮੈਂ ਕਿਹਾ ਜੀ ਆ ਤਖਤ ਸਾਹਿਬ ਦੇ ਖਾਤੇ 'ਚ ਪਾ ਦਿਓ। ਚੰਗਾ ਸਰਦਾ ਪੁੱਜਦਾ ਪਰਿਵਾਰ ਹੈ, ਬਜ਼ੁਰਗ ਹੈ, ਉਹਦੀਆਂ ਅੱਖਾਂ 'ਚੋਂ ਆਂਸੂ ਆ ਗਏ। ਕਹਿੰਦਾ ਵੀ ਪਹਿਲਾ ਬੰਦਾ ਵੇਖਿਆ ਜਿਹੜਾ ਸਾਡੇ ਕੋਲ ਪੈਸੇ ਨਹੀਂ ਲੈ ਰਿਹਾ ਤੇ ਉੱਧਰ ਪਵਾ ਰਿਹਾ। ਉਹਦੀ ਵੀ ਰਸੀਦਾਂ ਨੇ ਮੇਰੇ ਕੋਲ। ਕਿਸੇ ਨੇ ਸੋਨਾ ਮੈਨੂੰ ਦਿੱਤਾ, ਉਹਦੀਆਂ ਵੀ ਰਸੀਦਾਂ ਨੇ ਮੇਰੇ ਕੋਲ। ਉਹਨਾਂ ਦੀਆਂ ਕਾਪੀਆਂ ਸਾਰੀਆਂ ਮੇਰੇ ਕੋਲ ਪਈਆਂ ਨੇ। ਤੁਸੀਂ ਜਦੋਂ ਮਰਜ਼ੀ ਦੇਖ ਸਕਦੇ ਹੋ, ਜਿਹੜਾ ਮਰਜ਼ੀ ਦੇਖ ਸਕਦਾ, ਔਰ ਤੁਹਾਨੂੰ ਪਤਾ ਲੱਗ ਜਾਏਗਾ। ਤੁਸੀਂ ਤਖਤ ਸਾਹਿਬ ਦੇ ਅਕਾਊਂਟ ਸੈਕਸ਼ਨ ਚਲੇ ਜਾਓ, ਤੁਸੀਂ ਪ੍ਰਬੰਧਕ ਕਮੇਟੀ ਕੋਲ ਚਲੇ ਜਾਓ, ਤੁਸੀਂ ਟ੍ਰਾਂਜੈਕਸ਼ਨਾਂ ਲੈ ਲਓ ਪਟਨਾ ਸਾਹਿਬ ਦੀਆਂ, ਤੁਹਾਨੂੰ ਪਤਾ ਲੱਗ ਜਾਏਗਾ ਵੀ ਕਿੰਨੀ ਮਾਇਆ ਆਈ ਹੈ। ਮੈਂ ਤਾਂ ਪ੍ਰੇਰਨਾ ਕੀਤੀ, ਮੈਂ ਬਾਰ-ਬਾਰ ਟੀਵੀ ਤੇ ਅਨਾਉਂਸ ਕਰਦਾ ਰਿਹਾ ਸ਼ਸਤਰ ਦਰਸ਼ਨਾਂ ਤੋਂ ਬਾਅਦ ਕਿ ਤੁਸੀਂ ਰਸੀਦ ਆਪਣੀ ਜ਼ਰੂਰ ਲਓ, ਸਾਨੂੰ WhatsApp ਤੇ ਬੈਂਕ ਦੀ ਕਾਪੀ ਭੇਜੋ, ਰਸੀਦ ਭੇਜੋ ਤਾਂ ਕਿ ਤੁਹਾਨੂੰ ਰਸੀਦ ਮਿਲੇ। ਪੂਰੀ ਐਨ ਟਰਾਂਸਪੇਰੈਂਸੀ, ਪੂਰੀ ਪਾਰਦਰਸ਼ਤਾ। ਇਹ ਨਹੀਂ ਵੀ ਕੋਈ ਛੁਪਾ ਕੇ ਹੈ। ਅਸੀਂ ਕਿਉਂ ਛੁਪਾ ਕੇ ਗੱਲ ਕਰੀਏ? ਸਾਡੇ ਕੋਲ ਕਿਹੜਾ ਪਾਪ ਹੈ ਵੀ ਅਸੀਂ ਬੁੱਕਲ 'ਚ ਗੁੜ ਭੰਨਣਾ? ਅਸੀਂ ਸਾਡੀ ਸਭ ਦੇ ਸਾਹਮਣੇ ਹੈਗੀ ਹੈ। ਪਰ ਇਹ ਮੈਂ ਕੌਮ ਨੂੰ ਇਸ ਲਈ ਬੇਨਤੀ ਕਰਨਾ ਚਾਹੁੰਦਾ, ਔਰ ਮੈਂ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਤੇ ਸੀਸ ਰੱਖ ਕੇ ਹਾਜ਼ਰ ਨਾਜ਼ਰ ਜਾਣ ਕੇ ਕਹਿੰਦਾ, ਮੇਰੇ 'ਚ ਕੋਈ ਕਮੀ ਨਹੀਂ, ਨਾ ਇਖਲਾਕ ਸੰਬੰਧੀ, ਨਾ ਪੈਸੇ ਸੰਬੰਧੀ ਤੇ ਨਾ ਕਿਸੇ ਸੰਬੰਧੀ। ਜਿੰਨੇ ਇਲਜ਼ਾਮ ਸਮਰੇ ਨੇ ਲਾਏ ਨੇ ਉਹ ਸਾਰੇ ਮਨ ਘੜੰਤ ਨੇ। ਇਹਦੇ ਆਪਣੇ ਭੇਜੇ ਹੋਏ ਬਿੱਲ ਨੇ, ਜਿਨ੍ਹਾਂ 'ਚ ਲੈਟਰ ਹੈਡ ਨੇ, ਜਿਨ੍ਹਾਂ 'ਚ ਕਹਿ ਰਿਹਾ ਵੀ ਆਹ ਚੀਜ਼ ਸੋਨੇ ਦੀ ਬਣੀ ਹੋਈ ਹੈ, ਸੋਨੇ ਦੀ ਬਣੀ ਹੋਈ ਹੈ ਵਗੈਰਾ ਵਗੈਰਾ। ਇਹਨੇ ਵੱਖ-ਵੱਖ ਜਗ੍ਹਾ ਬੋਲਿਆ ਵੀ ਹੈ। ਉਹ ਸਾਰੇ ਵੀਡੀਓ ਪ੍ਰੂਫ ਨੇ, ਸੰਗਤਾਂ ਨੂੰ ਸੁਣਾਏ ਜਾਣ ਤੇ ਸੰਗਤਾਂ ਇਸ ਗੱਲ ਤੇ ਸਮਰੇ ਕੋਲੋਂ ਪੁੱਛੋ ਤਾਂ ਸਹੀ ਵੀ ਲਿਆ ਸਬੂਤ, ਦੇ ਸਾਨੂੰ ਸਬੂਤ। ਅਸੀਂ ਫੋਰੈਂਸਿਕ ਲੈਬ 'ਚ ਟੈਸਟ ਕਰਾਉਣੇ ਨੇ, ਪੁੱਛਣ 'ਚ ਕੀ ਹਰਜ਼ ਹੈ? ਸਾਰੀ ਸੱਚਾਈ ਤੁਹਾਡੇ ਸਾਹਮਣੇ ਆ ਜਾਏਗੀ। ਜੇ ਮੈਂ ਗੁਨਾਹਗਾਰ ਹੋਵਾਂਗਾ ਤਾਂ ਮੈਂ ਫਿਰ ਕਹਿਣਾ ਮੈਨੂੰ ਸੰਗਤ ਗੋਲੀ ਮਾਰ ਦੇਵੇ, ਮੇਰਾ ਪਰਿਵਾਰ, ਮੇਰੇ ਬੱਚੇ ਮੇਰੀ ਲਾਸ਼ ਨਾ ਲੈਣ ਔਰ ਗੰਦੇ ਨਾਲੇ 'ਚ ਸੁੱਟ ਦੇਣਾ ਜੇ ਮੈਂ ਗੁਨਾਹਗਾਰ ਹੋਇਆ। ਨਹੀਂ ਤਾਂ ਇਹ ਕਰਾਏਗਾ ਹੀ ਨਹੀਂ, ਕਿਉਂਕਿ ਇਹਦੇ ਕੋਲ ਸੱਚ ਨਹੀਂ ਹੈ। ਇਹ ਤਿਆਰ ਹੋਵੇ ਆਪਣੇ ਸਬੂਤ ਫੋਰੈਂਸਿਕ ਲੈਬ 'ਚ ਟੈਸਟ ਕਰਾਉਣ ਵਾਸਤੇ। ਜੇ ਸਮਰੇ ਦਾ ਸਰੇ ਬਾਜ਼ਾਰ ਮੂੰਹ ਕਾਲਾ ਨਾ ਹੋਵੇ ਤਾਂ ਫਿਰ ਮੈਨੂੰ ਫੜ ਲੈਣਾ। ਜਥੇਦਾਰ ਜੀ, ਆਖਰੀ ਸਵਾਲ ਆ ਮੇਰਾ, ਕੌਮ ਵੀ ਚਾਹੁੰਦੀ ਹੈ ਕਿ ਇਸ ਮਸਲੇ ਦੇ ਉੱਤੇ ਸੱਚਾਈ ਹੈ ਜਿਹੜੀ ਕਿ ਨਿਕਲ ਕੇ ਸਾਹਮਣੇ ਆਵੇ, ਤਾਂ ਤੁਸੀਂ ਵੀ ਚਾਹੁੰਦੇ ਹੋ ਕਿ ਦੁਬਾਰਾ ਜਥੇਦਾਰ ਸਾਹਿਬ, ਅਕਾਲ ਤਖਤ ਜਥੇਦਾਰ ਸਾਹਿਬ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੋਗੇ ਵੀ ਇਸ ਮਸਲੇ ਦੇ ਵਿੱਚ ਆਪ ਦਾਖਲ ਹੋ ਕੇ ਸੱਚ ਸਾਹਮਣੇ ਲਿਆਂਦਾ ਜਾਵੇ? ਕਿਉਂ ਨਹੀਂ ਕਰਾਂਗੇ? ਅਸੀਂ ਤੁਹਾਨੂੰ ਨਾਲ ਲੈ ਕੇ ਚੱਲਾਂਗੇ, ਜਸ ਸਿੰਘ ਸਾਹਿਬ ਨੂੰ ਜਾ ਕੇ ਮਿਲਾਂਗੇ, ਬੇਨਤੀ ਕਰਾਂਗੇ। ਵੱਡੀ ਪਦਵੀ ਹੈ, ਸ੍ਰੀ ਅਕਾਲ ਤਖਤ ਸਾਹਿਬ ਸਾਡਾ ਰੋਮ ਝੁਕਦਾ, ਨਤਮਸਤਕ ਹਾਂ। ਸਾਰਾ ਸਿੱਖ ਜਗਤ ਨਤਮਸਤਕ ਹੈ। ਜੇ ਉਹਨਾਂ ਨੂੰ ਅਸੀਂ ਨਹੀਂ ਕਵਾਂਗੇ ਤਾਂ ਫਿਰ ਕਿਹਦੇ ਕੋਲ ਜਾਵਾਂਗੇ? ਫਿਰ ਸਾਡਾ ਥਾਂ ਕਿਹੜਾ ਹੈਗਾ? ਫਿਰ ਅਸੀਂ ਕਿਸ ਕੋਲ ਜਾ ਕੇ ਆਪਣੀ ਜਿਹੜੀ ਪੁਕਾਰ ਕਰਾਂਗੇ? ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ, ਮੇਰਾ ਇਕੱਲੇ ਦਾ ਮਸਲਾ ਨਹੀਂ ਹੈ, ਇਹ ਸਾਰੀ ਕੌਮ ਦਾ ਮਸਲਾ ਹੈ। ਸਾਰੇ ਪ੍ਰੇਮ ਨਾਲ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੀਏ, ਔਰ ਪਹੁੰਚ ਕੇ ਅਸੀਂ ਬਹੁਤ ਜਲਦੀ ਸਿੰਘ ਸਾਹਿਬ, ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਜਥੇਦਾਰ ਤਖਤ ਸ੍ਰੀ ਅਕਾਲ ਤਖਤ ਸਾਹਿਬ ਔਰ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਉਹ ਆ ਜਾਂਦੇ ਨੇ। ਅਸੀਂ ਜਾ ਕੇ ਉਹਨਾਂ ਨੂੰ ਸਾਰਿਆਂ ਦੇ ਸਾਹਮਣੇ ਮਿਲਾਂਗੇ। ਸਾਨੂੰ ਕੋਈ ਪਰਦਾ ਥੋੜ੍ਹੀ ਹੈ, ਸਾਨੂੰ ਕੋਈ ਡਰ ਥੋੜ੍ਹੀ ਹੈ, ਜਾਂ ਅਸੀਂ ਕੋਈ ਛੁਪ ਕੇ ਗੱਲਾਂ ਥੋੜ੍ਹੀ ਕਰਨੀਆਂ ਨੇ। ਜੇ ਸਿੰਘ ਸਾਹਿਬ ਜੀ ਨੂੰ ਵੀ ਕੋਈ ਸ਼ੱਕ ਹੋਵੇ ਤਾਂ ਉਹ ਵੀ ਸਾਡੇ ਨਾਲ ਗੱਲ ਕਰ ਲੈਣਗੇ। ਤੁਹਾਡਾ ਧੰਨਵਾਦ। ਤਾਂ ਸੁਣਿਆ ਤੁਸੀਂ, ਇਹ ਸਨ ਤਖਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਦੇ ਜਥੇਦਾਰ, ਜਿਨ੍ਹਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਹਰ ਇੱਕ ਤਰ੍ਹਾਂ ਦੀ ਇਨਕੁਆਇਰੀ ਦੇ ਲਈ ਤਿਆਰ ਹਾਂ। ਤਾਂ ਕੌਮ ਵੀ ਹੈ ਜਿਹੜੀ ਕਿ ਉਹ ਚਾਹੁੰਦੀ ਹੈ ਕਿ ਜਲਦ ਤੋਂ ਜਲਦ ਇਹ ਸਾਰੇ ਮਸਲੇ ਦੇ ਵਿੱਚ ਜਿਹੜੀ ਕਿ ਸੱਚਾਈ ਹੈ ਉਹ ਸਾਹਮਣੇ ਆ ਸਕੇ, ਤਾਂ ਜੋ ਪਤਾ ਲੱਗ ਸਕੇ ਕਿ ਕੌਣ ਸੱਚਾ ਹੈ ਤੇ ਕੌਣ ਝੂਠਾ ਹੈ। ਮੇਰੀ ਇੱਕ ਬੇਨਤੀ ਆ, ਮੈਂ ਪ੍ਰਧਾਨ ਤਖਤ ਹਰਿਮੰਦਰ ਸਾਹਿਬ ਪਟਨਾ ਸਾਹਿਬ ਤਾਰ ਸਿੰਘ ਹਿੱਤ ਬੋਲ ਰਿਹਾ ਪਟਨਾ ਸਾਹਿਬ ਤੋਂ। ਮੈਂ ਬੇਨਤੀ ਇਹ ਕਰਨੀ ਚਾਹੁੰਦਾ ਕਿ ਸਾਰੇ ਸੰਸਾਰ ਦੇ ਸਿੱਖਾਂ ਨੂੰ, ਸਿੱਖ ਜਗਤ ਨੂੰ ਵਰਲਡ ਵਿੱਚ ਪਰੇਸ਼ਾਨ ਕੀਤਾ ਸੀ ਇੱਕ ਸਟੇਟਮੈਂਟ ਦੇ ਕੇ ਡਾਕਟਰ ਸਮਰੇ, ਔਰ ਐਸੀ ਸਭ ਸਟੇਟਮੈਂਟ ਆਈ ਜਿਹਦੇ ਨਾਲ ਤਖਤ ਸਾਹਿਬ ਦੀ ਸ਼ਾਨ ਤੇ ਆਨ ਨੂੰ ਬੜੀ ਠੇਸ ਪਹੁੰਚੀ। ਹਰ ਬੰਦੇ ਦੇ ਮਨ ਵਿੱਚ ਸ਼ੱਕ ਪੈ ਗਿਆ ਕਿ ਇਹ ਕੀ ਹੋ ਗਿਆ। ਤਖਤ ਦੇ ਉੱਤੇ ਵੀ ਇੱਦਾਂ ਠੱਗੀਆਂ ਹੁੰਦੀਆਂ, ਤਖਤ ਤੇ ਵੀ ਲੋਕ ਸੋਨਾ ਖਾਂਦੇ ਆ, ਜਦ ਕਿ ਮੈਂ ਇਨਕੁਆਇਰੀ ਆਪ ਕਰਾਈ, ਇਨਕੁਆਇਰੀ ਵੀ ਵਿਰੋਧੀਆਂ ਕੋ ਕਰਾਈ, ਨਾ ਕੋਈ ਸੋਨਾ ਆਇਆ, ਨਾ ਕੋਈ ਸੋਨਾ ਖਾਧਾ, ਨਾ ਕੋਈ ਸੋਨਾ ਜਿਹੜੀਆਂ ਚੀਜ਼ਾਂ ਦਿੱਤੀਆਂ ਉਹਨਾਂ ਤੋਂ ਨਿਕਲਿਆ। ਇਸ ਕਰਕੇ ਕੁਝ ਵੀ ਨਹੀਂ ਸੀ। ਉਹ ਇੱਕ ਫਰਜ਼ੀ, ਇੱਕ ਆਪਣੇ ਆਪ ਨੂੰ ਬਚਾਉਣ ਦਾ, ਆਪਣੇ ਗਲਤ ਕੰਮਾਂ 'ਤੇ ਪਰਦਾ ਪਾਉਣ ਦਾ ਤਰੀਕਾ ਸੀ।
ਇੱਥੇ ਦੇ ਜਿਹੜੇ ਵਿਰੋਧੀ ਲੋਕ ਸੀ ਉਹਨਾਂ ਨੇ ਇਸ ਗੱਲ ਦਾ ਫਾਇਦਾ ਉਠਾ ਕੇ ਇਹਨੂੰ ਹੋਰ ਉਛਾਲਿਆ, ਪਰ ਕਿਸੇ ਨੂੰ ਇਸ ਗੱਲ ਦੀ ਸ਼ਰਮ ਨਹੀਂ ਆਈ ਵੀ ਤਖਤ ਦੀ ਸ਼ਾਨ ਨੂੰ ਧੱਕਾ ਲੱਗ ਰਿਹਾ। ਨਾ ਬੋਲੋ ਤੁਸੀਂ, ਨਾ ਬੋਲ, ਪਰ ਕੋਈ ਹਟਿਆ ਨਹੀਂ। ਆਖਰਕਾਰ ਕੀ ਹੋਇਆ, ਅੱਜ 6 ਤਰੀਕ ਆ, ਮੈਂ ਇੱਥੇ ਬੈਠਾ, ਅੱਜ ਸਿੰਘ ਸਾਹਿਬ ਬੈਠੇ, ਜਨਰਲ ਸਕੱਤਰ ਸਾਹਿਬ ਬੈਠੇ, ਬਾਬਾ ਜੀ ਬੈਠੇ ਸਾਡੇ ਪੂਰੀ ਵਾਲੇ, ਪਰ ਇੱਥੇ ਕੋਈ ਗੱਲ ਨਹੀਂ, ਕਿਉਂਕਿ ਉਹ ਚਲਾ ਗਿਆ ਕੱਲ੍ਹ ਹੀ, ਅਤੇ ਕੱਲ੍ਹ 5 ਤਰੀਕ ਅਸੀਂ ਉਹਦੇ 'ਤੇ FIR ਦਰਜ ਕਰਾ ਦਿੱਤੀ। ਉਹ ਇੱਕ ਦਰਜ ਹੋ ਗਈ ਹੈ। ਉਹ ਕੇਸ ਜਿਹੜਾ ਉਹ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਉਹ 'ਤੇ ਢੁਕਵੀਂ ਕਾਰਵਾਈ ਕੀਤੀ ਜਾਵੇ, ਤਾਂ ਕਿ ਇਹੋ ਜਿਹੀਆਂ ਗਲਤ ਸਟੇਟਮੈਂਟਾਂ ਦੇ ਕੇ ਸ਼ਾਨਦਾਰ ਚੰਗੀਆਂ ਸ਼ਖਸੀਅਤਾਂ ਦੇ ਉੱਤੇ ਧੱਬਾ ਲਾਉਣਾ ਲਾਹਨਤ ਹੈ। ਇਹ ਕੌਮ ਦੀ ਨਰਾਦਰੀ ਆ, ਇਹ ਕੌਮ ਦੇ ਵਿਦਵਾਨਾਂ ਦੀ ਨਰਾਦਰੀ ਆ, ਔਰ ਤਖਤ ਸਾਹਿਬ ਦਾ ਬਹੁਤ ਘਟਾ ਕੀਤਾ ਇਸ ਗੱਲ 'ਚ। ਮੈਂ ਬੇਨਤੀ ਕਰਦਾ, ਨਾ ਤਖਤ ਸਾਹਿਬ 'ਤੇ ਕੋਈ ਚੋਰੀ ਹੋਈ ਆ, ਨਾ ਕੋਈ ਸੋਨਾ ਖਾਧਾ, ਨਾ ਕੋਈ ਸੋਨੇ 'ਚ ਠੱਗੀ, ਨਾ ਕਿਸੇ ਨੇ ਭੇਜਿਆ। ਇਹ ਸਾਰੀਆਂ ਠੱਗੀਆਂ ਕਰਨ ਵਾਲੇ ਜੇ ਬੋਲਦੇ ਸੀ ਉਹਨਾਂ ਕੀਤੀਆਂ ਸੀ, ਉਹ ਚਲੇ ਗਿਆ। ਸੁੱਖ ਸ਼ਾਂਤੀ ਆ, ਤਖਤ ਦਾ ਕੰਮ ਬਹੁਤ ਵਧੀਆ ਚੱਲ ਰਿਹਾ। ਮੇਰੀ ਇਹ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ, ਅਸੀਂ ਕਾਰਵਾਈ ਕਰਤੀ ਆ, ਹੁਣ ਸਰਕਾਰ ਜਾਣੇ, ਕਾਨੂੰਨ ਜਾਣੇ, ਉਹਦਾ ਕੰਮ ਜਾਣੇ। ਅਤੇ ਤੁਹਾਡੇ ਚਰਨਾਂ 'ਚ ਬੇਨਤੀ ਖਾਲਸਾ ਜੀ ਕਿ ਤੁਸੀਂ ਗੁਰੂ ਘਰ ਦੇ ਵਿੱਚ ਆ ਕੇ ਪੰਥ ਦੀ ਚੜ੍ਹਦੀ ਕਲਾ 'ਚ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਪਹੁੰਚੋ, ਦਰਸ਼ਨ ਕਰੋ ਅਤੇ ਆਪਣਾ ਜਨਮ ਸਫਲਾ ਕਰੋ, ਅਤੇ ਨਾਲੇ ਦੇਖੋ ਇੱਥੇ ਕਿਹੋ ਜਿਹੀਆਂ ਸੇਵਾਵਾਂ ਚੱਲ ਰਹੀਆਂ, ਇੱਥੇ ਕੀ ਕੰਮ ਚੰਗੇ ਹੋ ਰਿਹਾ, ਇਹ ਤੁਹਾਨੂੰ ਪਤਾ ਲੱਗੇਗਾ। ਇਹ ਸਾਰੇ ਤੁਹਾਡੇ ਭੁਲੇਖੇ ਦੂਰ ਹੋ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਦੇ ਨਾਲ ਗੁਰੂ ਘਰ ਦੇ ਮਰਿਆਦਾ ਟੁੱਟਣੀ ਹੈ, ਇਸ ਨਾਲ ਸੰਗਤਾਂ ਦਾ ਪਿਆਰ ਟੁੱਟਣਾ ਹੈ। ਕਿਹਦੇ ਨਾਲੋਂ? ਤੁਹਾਡੇ ਨਾਲੋਂ, ਨਾ ਕਿ ਗੁਰੂ ਨਾਲੋਂ। ਸੰਗਤਾਂ ਦਾ ਗੁਰੂ ਨਾਲ ਪਿਆਰ ਹੈ, ਭਾਵਨਾ ਹੈ, ਤੇ ਭਾਵਨਾ ਤੇ ਖੁਸ਼ੀ ਕਰਕੇ ਹੀ ਇਹ ਚੀਜ਼ਾਂ ਆਉਂਦੀਆਂ ਨੇ। ਨਹੀਂ ਤੁਸੀਂ ਪਟਨਾ ਸਾਹਿਬ ਕਰੋਗੇ, ਹਜੂਰ ਸਾਹਿਬ ਚੱਲ ਜਾਣਗੇ। ਅਸੀਂ ਤਾਂ ਗੁਰੂ ਵਾਸਤੇ ਗੁਰੂ ਕੋਲ ਜਾਣਾ ਹੈ, ਨਾ ਕਿ ਕਿਸੇ ਖਾਸ ਵਿਅਕਤੀ ਦੇ ਕੋਲ। ਹੋ ਸਕਦਾ ਸਿੰਘ ਸਾਹਿਬ ਜਥੇਦਾਰ ਮਸਕੀਨ ਜੀ ਨੇ ਸਿੱਧਾ ਹੀ ਕਹਿ ਦਿੱਤਾ ਹੋਵੇ, ਇੰਨਾ ਵੇਰਵਾ ਨਾ ਦਿੱਤਾ ਹੋਵੇ ਵੀ ਇਹਦੇ ਵਿੱਚੋਂ ਹਜੂਰ ਸਾਹਿਬ ਵੀ ਹੈ ਤੇ ਇਹਦੇ ਵਿੱਚੋਂ ਪਟਨਾ ਸਾਹਿਬ ਵੀ ਹੈ। ਉਹਨਾਂ ਸਿੱਧਾ ਹੀ ਕਹਿ ਦਿੱਤਾ ਹੋਵੇ ਜੀ 5 ਕਰੋੜ ਤੋਂ ਉੱਪਰ ਦਾ ਸਮਾਨ ਹੈ, 5 ਕਿਲੋ ਤੋਂ ਉੱਪਰ ਸੋਨਾ ਹੈਗਾ, ਤੇ ਫਿਰ ਉਹਦੇ ਵਿੱਚ ਕੀ ਹੈ, ਇੱਕ ਚੀਜ਼ ਨੂੰ ਇਕੱਠਿਆਂ ਕਹਿ ਦੇਣਾ ਜਾਂ ਅਲੱਗ-ਅਲੱਗ ਕਰਕੇ ਕਹਿ ਦੇਣਾ, ਉਹ 'ਚ ਕੀ ਫਰਕ ਪੈਂਦਾ ਹੈ? ਕੋਈ ਉੱਥੇ ਵਸਤੂ ਬਦਲੀ ਨਹੀਂ ਗਈ, ਕੋਈ ਉੱਥੇ ਹੇਰਾਫੇਰੀ ਨਹੀਂ ਹੋਈ। ਮੈਂ ਬਕਾਇਦਾ ਪਰਸੋਂ ਸਾਰੇ ਹੀ ਬਿੱਲ ਲੈ ਕੇ ਪਟਨਾ ਸਾਹਿਬ ਪਹੁੰਚਿਆ ਸੀ ਕਿ ਆਓ ਪੁੱਛੋ ਮੇਰੇ ਕਿੰਨੇ ਪੁੱਛਣਾ ਹੈਗਾ। ਸਿੰਘ ਸਾਹਿਬ ਤੋਂ ਉੱਥੇ ਨਹੀਂ ਸੀ, ਨਾ ਹੀ ਜਨਰਲ ਸੈਕਟਰੀ ਸੀ। 5 ਪਿਆਰਿਆਂ ਨੂੰ ਫਤਿਹ ਬੁਲਾ ਕੇ ਮੈਂ ਆ ਗਿਆ ਸੀ, ਔਰ ਅੱਜ ਮੈਨੂੰ ਫਿਰ ਇਹ ਵਿਚਾਰ ਇਸ ਸੋਸ਼ਲ ਮੀਡੀਆ ਦੇ ਰਾਹੀਂ ਤੁਹਾਡੇ ਤੱਕ ਪਹੁੰਚਾਉਣੇ ਪਏ। ਤੁਸੀਂ ਜਦੋਂ ਕਹੋ ਉਸੇ ਵੇਲੇ ਸੁਨਿਆਰਾ ਜਿਸ ਨੇ 28 ਪਰਤਾਂ ਚਾੜੀਆਂ ਨੇ, ਜਿਸ ਨੇ 57,56,000 ਦਾ ਬਿੱਲ ਬਣਾਇਆ ਹੈ ਸ੍ਰੀ ਸਾਹਿਬ ਦਾ ਔਰ ਪੀੜਾ ਸਾਹਿਬ ਦਾ, ਉਹ ਕਿਸੇ ਵੀ ਦਿਨ ਕਹੋਗੇ ਉਸੇ ਦਿਨ ਆਏਗਾ। ਅਗਰ ਉਹਨੇ 28 ਲੇਅਰਾਂ ਨਹੀਂ ਚਾੜੀਆਂ ਉੱਤੇ ਸੋਨੇ ਦੀਆਂ, ਤੇ ਸੁਨਿਆਰਾ ਫੜ ਲਾਂਗੇ ਉਸੇ ਵੇਲੇ ਵੀ ਦੱਸ ਭਈ ਤੂੰ 28 ਪੜਤਾਂ ਦੇ ਪੈਸੇ ਲਏ ਨੇ, ਇਹਦੇ ਤੇ ਕਿੰਨੀਆਂ ਪੜਤਾਂ ਚੜੀਆਂ ਨੇ। ਇਸ ਕਰਕੇ ਕੁਝ ਵੀ ਬੋਲਣ, ਕੁਝ ਵੀ ਕਰਨ ਤੋਂ ਪਹਿਲਾਂ ਗੱਲ ਨੂੰ ਸੁਣ ਲੈਣਾ ਚਾਹੀਦਾ। ਇਹ ਗੱਲ ਅੱਜ ਤੋਂ 25 ਦਿਨ ਪਹਿਲਾਂ ਹੀ ਮੈਂ YouTube ਤੇ ਪਾਈ ਸੀ, ਕਿਉਂਕਿ ਉਸ ਦਿਨ ਥੋੜੀਆਂ ਕਨਸੂਆਂ ਇਸ ਗੱਲ ਦੀਆਂ ਮੇਰੇ ਕੰਨਾਂ 'ਚ ਪੈ ਰਹੀਆਂ ਸਨ ਵੀ ਤਾਂ ਜੋ ਸੁਣ ਲੈਣ। ਸਾਰਾ ਕੁਝ ਸੁਣਨ ਦੇ ਬਾਵਜੂਦ ਵੀ ਫਿਰ ਆਪਣੀ ਕਹਾਣੀ ਚਲਾਈ ਜਾਂਦੇ ਤੇ ਭਾਈ ਲੜਨਾ ਲੜੋ, ਸਾਨੂੰ ਇਸ ਗੱਲ ਦੇ ਵਿੱਚ ਕੀ, ਤੁਸੀਂ ਜੀ ਸਦਕੇ ਲੜੋ, ਜਿੱਦਾਂ ਮਰਜ਼ੀ ਲੜੋ, ਪਰ ਗੁਰੂ ਘਰ ਨੂੰ ਤੇ ਸਿੱਖ ਸੰਗਤਾਂ ਨੂੰ ਵਿੱਚ ਨਾ ਲੈ ਕੇ ਆਓ। ਇਹਦੇ ਨਾਲ ਸਿੱਖ ਸੰਗਤਾਂ ਦੇ ਹਿਰਦੇ ਟੁੱਟਦੇ ਨੇ, ਸਿੱਖ ਸੰਗਤਾਂ ਦੀਆਂ ਭਾਵਨਾ ਟੁੱਟਦੀਆਂ ਨੇ, ਸਿੱਖ ਸੰਗਤਾਂ ਦੇ ਹਿਰਦਿਆਂ ਨੂੰ ਸੱਟ ਵੱਜਦੀ ਹੈ। ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਸਿੱਖ ਸੰਗਤਾਂ ਨੂੰ ਵਿੱਚ ਨਾ ਲਿਆਇਆ ਕਰੋ। ਨਹੀਂ ਕਿਸੇ ਗੱਲ ਦਾ ਤੇ ਪੁੱਛ ਲਿਆ ਕਰੋ ਵੀ ਆਹ ਚੀਜ਼ ਕਿਵੇਂ ਹੈਗੀ, ਅਸੀਂ ਜਵਾਬ ਦੇ ਦਿਆਂ, ਜਵਾਬ ਦੇਣ ਵਾਸਤੇ ਬੈਠੇ ਆ। ਪਰ ਗੁਰੂ ਰਾਮਦਾਸ ਪਾਤਸ਼ਾਹ ਦੀਆਂ ਸੰਗਤਾਂ ਨਾਲ, ਗੁਰੂ ਘਰ ਨਾਲ ਇਹ ਕੁਛ ਨਾ ਕਰਿਆ ਕਰੋ। ਠੀਕ ਹੈ, ਤੁਹਾਡੀ ਹੋਏਗੀ ਕਿਸੇ ਧੜੇ ਨਾਲ, ਕਿਸੇ ਪਾਰਟੀ ਨਾਲ, ਕਿਸੇ ਪਾਰਟੀ ਦੀ ਕਿਸੇ ਨਾਲ, ਅਸੀਂ ਕੀ ਇਸ ਗੱਲ ਦੇ ਵਿੱਚੋਂ ਲੈਣਾ। ਅਸੀਂ ਤਾਂ ਪਹਿਲਾਂ ਹੀ 2 ਵਾਰੀ ਜਾ ਕੇ ਉੱਥੇ ਦੇਖਿਆ। ਜਿਸ ਦਿਨ ਅਸੀਂ ਸੁੱਖ ਆਸਣ ਲੈ ਕੇ ਗਏ ਸੀ, ਉਸ ਦਿਨ ਵੀ ਉੱਥੇ ਲੜਾਈ ਹੋਈ ਸੀ। ਜਿਸ ਦਿਨ ਵਿਸਾਖੀ ਤੇ ਪੀੜਾ ਸਾਹਿਬ ਲੈ ਕੇ ਗਏ ਸੀ, ਉਸ ਦਿਨ ਵੀ ਉੱਥੇ ਲੜਾਈ ਹੋਈ ਸੀ। ਅਸੀਂ ਤਾਂ ਗੁਰੂ ਘਰਾਂ ਵਿੱਚ ਕਦੀ ਇਹ ਕੁਛ ਨਹੀਂ ਦੇਖਦੇ। ਗੁਰੂ ਘਰਾਂ ਵਿੱਚ ਚੀਜ਼ ਲੈ ਕੇ ਆਵਾਂ, ਤੁਹਾਨੂੰ ਹਜੂਰ ਸਾਹਿਬ ਦੀਆਂ ਫੋਟੋਆਂ ਨਾਲ ਭੇਜ ਦਿੰਨਾ, ਜਿਹੜੇ 10 ਅਪ੍ਰੈਲ ਨੂੰ 2 ਦਿਨ ਪਹਿਲਾਂ ਇੱਥੋਂ ਉੱਥੇ ਸਮਾਨ ਪਹੁੰਚਿਆ, ਵੀ ਦੇਖ ਲਓ ਉਹਨਾਂ ਲੋਕਾਂ ਵਿੱਚ ਸ਼ਰਧਾ ਕਿੰਨੀ ਹੈ, ਦੇਖ ਲਓ ਉਹਨਾਂ ਲੋਕਾਂ ਵਿੱਚ ਸਤਿਕਾਰ ਕਿੰਨਾ ਹੈ, ਤੇ ਤੁਸੀਂ ਸਾਡੇ ਆਉਂਦਿਆਂ ਤੇ ਗਲ ਪੈਂਦੇ ਜੇ। ਭਾਈ ਕਿਉਂ?
ਅਸੀਂ ਗੁਰੂ ਨੂੰ ਛੱਡ ਦਿਆਂਗੇ, ਗੁਰੂ ਸਾਨੂੰ ਛੱਡ ਦੇਗਾ, ਇਹ ਨਹੀਂ ਕਦੀ ਹੋ ਸਕਦਾ। ਪਰ ਇਹਦੇ ਨਾਲ ਜਿੰਨੀ ਵੀ ਸੰਗਤ ਇੱਥੇ ਨਾਲ ਜਾਂਦੀ ਹੈ, ਸੰਗਤ ਆਉਂਦੀ ਹੈ, ਉਹ ਸਾਰੀ ਦੇ ਉੱਤੇ ਮਾੜਾ ਅਸਰ ਪੈਂਦਾ ਵੀ ਹਰ ਵਾਰੀ ਇਹਨਾਂ ਦਾ ਇੱਕੋ ਹੀ ਕੰਮ ਹੁੰਦਾ, ਲੜਾਈ ਕਰਨੀ ਹੈ। ਇਹਦੇ ਪਿੱਛੇ ਕੌਣ ਹੈ, ਕੀ ਹੈ, ਅਸੀਂ ਕੁਝ ਨਹੀਂ ਜਾਣਦੇ। ਇਹਦੇ ਪਿੱਛੇ ਕਿਸ ਚੀਜ਼ ਦਾ ਹੱਥ ਹੈ, ਕਿਸੇ ਦਾ ਨਹੀਂ, ਅਸੀਂ ਨਹੀਂ ਜਾਣਦੇ, ਨਾ ਅਸੀਂ ਜਾਣਨਾ ਚਾਹੁੰਦੇ ਹਾਂ। ਪਰ ਕਮ ਸੇ ਕਮ ਮਰਿਆਦਾ ਜਿਹੜੀ ਹੈਗੀ ਆ ਉਹਨੂੰ ਕਾਇਮ ਰੱਖਣਾ ਹਰ ਇਨਸਾਨ ਦਾ ਫਰਜ਼ ਹੈ, ਤੇ ਮਰਿਆਦਾ ਨੂੰ ਕਾਇਮ ਰੱਖਦੇ ਹੋਏ ਇਹ ਕੰਮ ਨਾ ਕਰੋ ਜੋ ਕੁਝ ਪਟਨਾ ਸਾਹਿਬ 'ਚ ਹੋ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਮਰਾ ਪਰਸਨ ਬੋਬੀ ਦੇ ਨਾਲ ਹਿੰਮਤ ਸਿੰਘ ਦਿਗਪਾਲ, ਦੈਨਿਕ ਸਵੇਰਾ, ਲੁਧਿਆਣਾ। ਗੁਰੂ ਸਮੀਰ ਜੀ, ਤੁਹਾਡੇ ਸ਼ਹਿਰ 'ਚ ਪਹਿਲੀ ਵਾਰ ਅਦਭੁਤ ਸ਼ਕਤੀ ਚਮਤਕਾਰ ਦੇਖੋ। ਦੇਸ਼ ਵਿਦੇਸ਼ ਬੈਠੇ ਸਾਨੂੰ WhatsApp ਤੇ ਵੀ ਕਾਲ ਕਰ ਸਕਦੇ ਆ। ਘਰ ਬੈਠੇ 11 ਮਿੰਟਾਂ 'ਚ 101% ਗਰੰਟੀ ਨਾਲ ਵਸ਼ੀਕਰਨ ਅਤੇ ਮੁੱਠ ਕਰਨੀ ਦੇ ਮਾਹਰ। ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ ਕਹਿੰਦੇ ਨਹੀਂ, ਕਰਕੇ ਦਿਖਾਉਂਦੇ ਆ। ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਬਰਕਤ, ਔਲਾਦ ਕਹਿਣੇ ਤੋਂ ਬਾਹਰ ਹੋਣਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਡਿਸਪਿਊਟ, ਗੁਪਤ ਰੋਗ, ਪੁਰਾਣਾ ਦਰਦ, ਪਤੀ ਪਤਨੀ 'ਚ ਅਣਬਣ, ਜਾਦੂ ਟੋਣਾ, ਮਨਮੋਹਣੀ, ਵਸ਼ੀਕਰਨ ਕਰਵਾਓ ਜਾਂ ਤੁੜਵਾਓ। ਸੋਤਨ ਦੁਸ਼ਮਣ ਤੋਂ ਛੁਟਕਾਰਾ ਸਦਾ ਲਈ, ਰੁੱਸੇ ਨੂੰ ਮਨਾਉਣਾ, ਪਿਆਰ, ਮੁਹੱਬਤ। ਸੰਪਰਕ ਕਰੋ 9958635478।